ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪ੍ਰਾਈਮ ਫੋਕਸ ਇਸ ਪ੍ਰੋਗਰਾਮ ਦਾ ਨਾਂ ਆ। ਅਤੇ ਅੱਜ ਤੁਸੀਂ ਸੋਚਦੇ ਹੋਣੇ ਵੀ ਯਾਰ ਬੰਦੇ ਫੇਰ ਬਾਹਰ ਤੁਰੇ ਫਿਰਦੇ ਆ। ਗੱਲ ਇਹ ਆ ਕਿ ਵੀ ਮੈਂ ਅਤੇ ਮੇਰੇ ਵੀਰ ਪਰਮਵੀਰ ਬਾਠ ਹੋਣੀ ਅਸੀਂ ਐਡਮਿੰਟਨ ਤੋਂ ਚੱਲੇ ਸੀ ਕੈਲਗਰੀ ਨੂੰ। ਅਤੇ ਰਸਤੇ ਦੇ ਵਿੱਚ ਅਸੀਂ ਸੋਚਿਆ ਵੀ ਹਾਈਵੇ 'ਤੇ ਨਹੀਂ ਜਾਣਾ, ਬਿਲਕੁਲ ਨਹੀਂ, ਅਸੀਂ ਜਾਣਾ ਸੀ ਪਿੰਡਾਂ ਦੇ ਵਿੱਚ ਦੀ। ਸੋ ਪਿੰਡੋ ਪਿੰਡੀ ਜਦੋਂ ਕਾਗਜ਼ ਕੋਲ ਨਾ ਹੋਣ, ਲਾਇਸੈਂਸ ਕੋਲ ਨਾ ਹੋਵੇ, ਇੰਸ਼ੋਰੈਂਸ ਕਰਾਈ ਨਾ ਹੋਵੇ, ਪੋਲਿਊਸ਼ਨ ਕਰਾਇਆ ਨਾ ਹੋਵੇ, ਪਿੰਡੋ ਵਿੱਚ ਦੀ ਪਾਲੀ ਦੀ ਕਹਿੰਦਾ ਪਿੰਡ ਵਿੱਚ ਦੀ ਪਾਲਾ ਮੂਹਰੇ ਨਾਕਾ ਲੱਗਾ ਹੋਣਾ। ਯਾਦ ਕਿ ਸਾਡੇ ਵਾਲੇ ਕੇਸ 'ਚ ਇਹੋ ਜਿਹੀ ਨੌਬਤ ਕੋਈ ਨਹੀਂ ਸੀ। ਐਕਚੁਅਲੀ ਸਾਡੇ ਨਾਲ ਜਿਹੜੇ ਬੰਦੇ ਸਾਡੇ ਡਰਾਈਵਰ ਨੇ ਉਹਨਾਂ ਕੋਲ ਸਾਰੇ ਕਾਗਜ਼ ਪੂਰੇ ਨੇ। ਵੈਸੇ ਹੀ ਅਸੀਂ ਸੋਚਿਆ ਵੀ ਹਾਈਵੇ 'ਤੇ ਤਾਂ ਆਪਾਂ ਨਿਕਲ ਜਾਈਦਾ, ਆਪਾਂ ਸ਼ਾਇਦ ਇੰਟੀਰੀਅਰ ਅਲਬਰਟਾ ਨਹੀਂ ਦੇਖ ਸਕਾਂਗੇ। ਸੋ ਅਸੀਂ ਹਾਈਵੇ ਤੋਂ ਅੰਦਰ ਨੂੰ ਨਿਕਲ ਆਏ ਅਤੇ ਪਿੰਡਾਂ ਵਾਲੀਆਂ ਸੜਕਾਂ ਤੋਂ ਘੁੰਮਦੇ ਘੁਮਾਉਂਦੇ ਸਾਨੂੰ ਹੁਣ ਦੂਰ ਦੂਰ ਤੱਕ ਨਾ ਤਾਂ ਕੋਈ ਪਿੰਡ ਨਜ਼ਰ ਆਉਂਦਾ ਨਾ ਘਰ ਨਜ਼ਰ ਆਉਂਦਾ। ਪਰ ਹਾਂ, ਇਹ ਉਹ ਪਿੰਡਾਂ ਵਾਲੀ ਰੋਡ ਆ। ਇੱਥੇ ਵੀ 100 ਦੀ ਸਪੀਡ ਦੱਸਦੇ ਆ ਅਤੇ ਇਹਦੇ 'ਤੇ ਵੀ ਗੱਡੀਆਂ ਥੋੜ੍ਹੀ ਦੇਰ ਬਾਅਦ ਆਉਂਦੀਆਂ। ਹੁਣ ਵੇਖੋ ਫੇਰ ਆ ਗਈ ਬਾਠ ਸਾਹਿਬ। ਸੰਧਾਲੀਆ ਸਾਹਿਬ, ਇੱਕ ਗੱਲ ਦਾ ਸਵਾਦ ਵੱਖਰਾ। ਅੱਗੇ ਝੱਗਾ ਪਾ, ਕੋਟ ਪਾ, ਬੂਟ ਐ ਕੱਸ, ਅੱਜ ਪਜਾਮੇ ਪਾਏ ਐਨ ਕੰਮ ਜਿਹੜਾ ਕਿ ਇੱਧਰ ਲੱਗਦਾ ਇਹਦਾ ਵੀ ਹੁਣੇ ਹੀ ਆਪਾਂ ਇਹਦਾ ਪ੍ਰੋਗਰਾਮ ਕਰਕੇ ਮੁੜ ਕੇ ਦਾਤੀ ਜਾ ਕੇ ਪੱਠੇ ਵੱਢਣਾ ਪੈਣਾ। ਆਹੋ, ਅੱਜ ਦੇ ਦਾਤੀ ਦੀ ਲੋੜ ਪੈਣੀ, ਪੱਠੇ 'ਤੇ ਲੱਗੇ ਹੈਗੇ ਆ, ਕੋਈ ਪੱਠਿਆਂ ਵਾਲੀ ਗੱਲ ਹੈ ਨਹੀਂ। ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਦੇ ਹਾਂ, ਅਜੇ ਅਸੀਂ ਸੈਟਿੰਗ ਕਰ ਹੀ ਰਹੇ ਸੀ, ਅਜੇ ਅਸੀਂ ਗੱਡੀ ਆਪਣੀ ਰੋਕੀ ਸੀਗੀ। ਤੁਸੀਂ ਇੱਥੋਂ ਦੇ ਲੋਕਾਂ ਦੀ ਨੇਚਰ ਦਾ ਅੰਦਾਜ਼ਾ ਲਾ ਸਕਦੇ ਹੋ। ਸਾਡੇ ਕੋਲੇ ਕੁਝ ਗੱਡੀਆਂ ਸਲੋਅ ਹੋਈਆਂ, ਉਹਦੇ 'ਚੋਂ ਇੱਕ ਗੱਡੀ ਰੁਕੀ ਐਂਡ ਉਹ ਬੰਦੇ ਨੇ ਨਾਲ ਹੀ ਅੰਦਾਜ਼ਾ ਲਾ ਲਿਆ। ਉਹ ਕਹਿੰਦਾ ਵੀ ਉਹ ਅੱਛਾ, ਤੁਸੀਂ ਤਾਂ ਫੋਟੋਆਂ ਖਿੱਚਦੇ ਲੱਗਦੇ ਹੋ। ਮੈਨੂੰ ਐਂ ਲੱਗਿਆ ਵੀ ਜਿਵੇਂ ਤੁਹਾਡੀ ਗੱਡੀ ਖਰਾਬ ਹੋ ਗਈ ਅਤੇ ਮੈਂ ਤੁਹਾਡੀ ਹੈਲਪ ਕਰਨ ਦਾ ਕਰਕੇ ਰੋਕਿਆ ਸੀ। ਨਹੀਂ ਦੇਖੋ, GT ਰੋਡ ਤੋਂ ਕਿਉਂਕਿ ਆਪਾਂ ਬਹੁਤੇ ਬਾਹਰ ਆ, ਇਸ ਕਰਕੇ ਆਮ ਬੰਦੇ ਦਾ ਜਿਹੜਾ ਮਦਦ ਕਰਨ ਦਾ ਇੱਕ ਸਲੀਕਾ ਹੁੰਦਾ। ਆਪਾਂ ਪਿੰਡਾਂ 'ਚ ਵੀ ਇੱਦਾਂ ਕਹਿੰਦਾ, ਭਾ ਕੀ ਹੋਇਆ, ਟੋਜਨ ਤਾਂ ਨਹੀਂ ਪਾਉਣਾ, ਭਾ ਤੇਲ ਮੁੱਕ ਗਿਆ, ਲੈ ਜਾਈਏ ਗਾਂ ਤਾਂ ਧੂ ਕੇ, ਕੋਈ ਗੱਲ ਨਹੀਂ ਹੈਗਾ ਆਪਣੇ ਕੋਲ ਰੱਸਾ। ਆਮ ਬੰਦੇ ਦੀ ਮਾਨਸਿਕਤਾ ਇੱਕੋ ਜਿਹੀ ਆ, ਭਾਵੇਂ ਕੈਨੇਡਾ, ਭਾਵੇਂ ਭਾਰਤ ਹੈ, ਭਾਵੇਂ ਕੋਈ ਵੀ ਹੈ। ਉਹ ਬੜੇ ਆਰਾਮ ਨਾਲ ਰੁਕ ਕੇ ਕਿ ਤੁਹਾਨੂੰ ਕੋਈ ਤੰਗੀ ਤਾਂ ਨਹੀਂ, ਗੱਡੀ ਤਾਂ ਨਹੀਂ ਖਰਾਬ, ਸਮੱਸਿਆ ਕੋਈ ਤਾਂ ਨਹੀਂ, ਜੇ ਹੈਗੀ ਆ ਦੱਸੋ। ਜਦੋਂ ਉਹਨੂੰ ਕਿਹਾ ਅਸੀਂ ਤਾਂ ਭਾਈ ਪ੍ਰੋਗਰਾਮ ਰਿਕਾਰਡ ਕਰਨ ਲੱਗੇ ਹਾਂ, ਖੁਸ਼ ਹੋ ਕੇ ਬਾਏ ਬਾਏ ਕਰਕੇ ਗਿਆ। ਸੋ ਇਹ ਆ ਜੀ ਅਲਬਰਟਾ। ਅਤੇ ਅਲਬਰਟਾ ਦੇ ਵਿੱਚ ਜੇ ਸਾਡੇ ਯੁਵਰਾਜ ਵੀਰ ਜੀ ਵਿਖਾ ਸਕਣ ਇੱਧਰ ਨੂੰ, ਅਤੇ ਮੈਂ ਕਿਹਾ ਵੀ ਪੈਲੀਆਂ ਵਿਖਾ ਦਈਏ ਅਲਬਰਟਾ ਦੀਆਂ। ਅਤੇ ਪੈਲੀਆਂ ਦੇ ਵਿੱਚ ਇਸ ਵਕਤ ਇੱਥੋਂ ਕਹਿੰਦੇ ਵੀ ਕਣਕ ਵੱਢ ਲਈ ਆ ਅਤੇ ਕੁਛ ਇੱਕ ਨੇ ਕਣਕ ਬੀਜਤੀ ਆ। ਪਰ ਮੈਨੂੰ ਤਾਂ ਕਿਸੇ ਪਾਸਿਓਂ ਕਣਕ ਲੱਗਦੀ ਨਹੀਂ। WhatsApp ਹੁਣ ਜੇ ਤੁਸੀਂ ਸਮਝਾ ਸਕੋ ਤਾਂ ਚੰਗੀ ਗੱਲ ਹੈ। ਜਾਂ ਇਹ ਕੁਛ ਹੋ, ਇੱਕ ਉਹ ਹੇ ਵੀ ਹੁੰਦੀ, ਹੇ ਹੀ ਲਿਖਿਆ ਸੀ, ਅਤੇ ਹੇ ਫॉर ਸੇਲ, ਘਾਹ ਜਿਹਾ ਘੋੜਿਆਂ। ਅੱਛਾ ਠੀਕ ਹੈ, ਘੋੜਿਆਂ ਦੇ ਖਾਣ ਵਾਲਾ ਘਾਹ। ਸੰਧਾਲੀਆ ਸਾਹਿਬ, ਇੱਕ ਗੱਲ ਤੁਸੀਂ ਦੇਖੋ ਕਿ ਜਦੋਂ ਕਹਿੰਦੇ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ ਬੜੀ ਪਕੜ ਵਾਲੀ ਹੈ, ਪੰਜਾਬ ਦੀ ਜ਼ਮੀਨ ਜਿਹੜੀ ਹੈ ਬਹੁਤ ਜ਼ਿਆਦਾ ਉਪਜਾਊ ਹੈ, ਉਹਦੇ ਵਿੱਚ ਸ਼ਕਤੀ ਬੜੀ ਹੈ। ਅੱਜ ਉਹ ਗੱਲ ਸਮਝ ਆਉਂਦੀ ਹੈ। ਕਦੇ ਕਦੇ ਕਿਹਾ ਜਾਂਦਾ ਜੀ ਪੰਜਾਬ ਦਾ ਮੌਸਮ ਬੜਾ ਕਮਾਲ ਦਾ। ਆਪਾਂ ਕਹਿੰਦੇ ਯਾਰ ਮੱਛਰ ਲੜਦਾ, ਗਰਮੀ ਹੁੰਦੀ ਹੈ, ਧੁੰਦ ਪੈਂਦੀ ਹੈ, ਕੋਰਾ ਪੈਂਦਾ, ਪਤਾ ਨਹੀਂ ਪੰਜਾਬ ਦਾ ਮੌਸਮ ਕਾਹਤੋਂ ਕਮਾਲ ਦਾ ਕਹੀ ਜਾਂਦੇ। ਹੁਣ ਤੁਸੀਂ ਦੇਖੋ, ਇੱਥੇ ਸਾਲ ਦੀ ਇੱਕੋ ਹੀ ਫਸਲ ਹੁੰਦੀ ਹੈ, ਇੱਕੋ ਹੀ ਕਣਕ ਬੀਜ ਦੇਣੀ ਆ ਸਰਦੀਆਂ ਤੋਂ ਪਹਿਲਾਂ, ਸਰਦੀਆਂ ਤੋਂ ਬਾਅਦ ਉਹ ਵੱਢ ਲੈਣੀ ਆ, ਮੁੜ ਕੇ ਉਸੇ ਵੇਲੇ ਕਣਕ ਫਿਰ ਬੀਜਣੀ, ਦੂਜੀ ਫਸਲ ਨਹੀਂ। ਹੁਣ ਆਪਣੇ ਤਾਂ ਸਰਕਾਰ ਨੇ ਹੁਣੇ ਹੀ ਕਿਹਾ ਕਿ ਤੁਸੀਂ ਭਾਈ ਕਣਕ ਬੀਜ ਲਓ, ਕਣਕ ਤੋਂ ਬਾਅਦ 'ਚ ਦੂਜੀ ਫਸਲ ਮੂੰਗੀ ਬੀਜ ਲਓ। ਮੂੰਗੀ ਤੇ ਤੁਹਾਨੂੰ ਅਸੀਂ 7000 ਤੋਂ ਉੱਪਰ MSP ਦੇ ਦੇਣੀ ਹੈ। ਮੂੰਗੀ ਤੁਸੀਂ ਵੱਢ ਕੇ ਉਹਦੇ ਤੋਂ ਬਾਅਦ ਜਾਂ ਤਾਂ ਝੋਨੇ ਦੀ ਇੱਕ ਸਪੈਸ਼ਲ ਕਿਸਮ ਬੀਜ ਲਓ, ਨਹੀਂ ਤਾਂ ਬਾਸਮਤੀ ਬੀਜ ਲਓ। ਜਾਣੀ ਕਿ 3 ਫਸਲਾਂ ਸਰਕਾਰ ਕਹਿੰਦੀ ਹੈ ਕਿ ਸਾਡੀ ਜ਼ਮੀਨ ਦੇ ਵਿੱਚ ਬੀਜ ਲਓ। ਅਤੇ ਜਿੱਥੇ ਅਸੀਂ ਖੜ੍ਹੇ ਹਾਂ ਉੱਥੇ ਫਸਲ ਇੱਕੋ ਹੀ ਹੁੰਦੀ ਹੈ, ਪਰ ਢਾਂਚਾ ਠੀਕ ਹੈ, ਸਿਸਟਮ ਠੀਕ ਹੈ। ਆਹ ਬਰਫ਼ ਨਾਲ ਲੱਦਿਆ ਹੁੰਦਾ ਸਾਰਾ, ਆਪਣੇ ਤਾਂ ਕੋਰਾ ਹੀ 4 ਦਿਨ ਪੈਂਦਾ। ਢਾਂਚਾ ਠੀਕ ਹੋ ਜਾਵੇ ਤਾਂ ਮੈਨੂੰ ਲੱਗਦਾ ਪੰਜਾਬ ਦੀਆਂ ਪੌਂ-ਬਾਰਾਂ ਨਹੀਂ, ਪੂਰੀਆਂ ਪੌਂ-ਬਾਰਾਂ। ਇੱਥੇ ਰਸਤੇ 'ਚ ਆਉਂਦਾ ਇੱਕ ਗੱਲ ਹੋਰ ਤੁਹਾਨੂੰ ਮਜ਼ੇਦਾਰ ਸੁਣਾਉਣਾ। ਆਪਣੇ ਤਾਂ ਤੁਸੀਂ ਇਹ ਦੇਖੋ ਵੀ ਜੇ ਕਿਸੇ ਕੋਲੇ 10 ਕੁ ਕਿੱਲੇ ਹੈਗੇ ਆ ਅਤੇ ਉਹ ਕਹਿੰਦਾ ਵੀ ਰੋਟੀ ਠੀਕ ਮੈਂ ਖਾ ਲੈਣਾ। ਵੈਸੇ ਤਾਂ ਹੁਣ ਕਈ ਆਪਾਂ ਇਹ ਵੀ ਦੇਖੀਏ ਵੀ ਜਿਹੜੇ ਬਹੁਤੇ ਹੱਥੀਂ ਮਿਹਨਤ ਕਰਨ ਵਾਲੇ, ਜਾਂ ਸ਼ਹਿਰਾਂ ਦੇ ਨੇੜੇ ਸਬਜ਼ੀ ਦੀ ਗੱਲ ਹੋ ਗਈ, ਜਾਂ ਕੋਈ ਡੇਅਰੀ ਫਾਰਮਿੰਗ ਦੇ ਨਾਲ ਧੰਦਾ ਚਲਾਇਆ, ਅਤੇ ਉਹ 5-7 ਕਿੱਲਿਆਂ ਵਾਲਾ ਵੀ ਆਂਦਾ ਵੀ ਠੀਕ ਰੋਟੀ ਚੱਲਦੀ। ਇੱਥੇ ਅਵਨੀਤ ਤੇਜਾ ਹੋਰੀ ਆਪਣੇ ਨਾਲ ਨੇ, ਕਿਉਂਕਿ ਆਪਾਂ ਉਹ ਕੈਲਗਰੀ ਦੇਖਦੇ ਆ ਅਤੇ ਆਪਾਂ ਨੂੰ ਉਹੀ ਅਲਬਰਟਾ ਸੂਬਾ ਘੁਮਾ ਰਿਹਾ। ਮੈਂ ਪੁੱਛਿਆ, ਭਾ ਫਿਰ ਇੱਥੇ ਫਿਰ ਜ਼ਮੀਨ ਜਮੂਨ ਕਿੱਦਾਂ? ਇੱਥੇ ਬੜੀ ਖੁੱਲ੍ਹੀ ਜ਼ਮੀਨ ਆ। ਮੈਂ ਕਿਹਾ ਜੀ ਕਿੰਨਾ ਕੁ ਦਾ ਟੱਕ ਹੋਊਗਾ? ਟੱਕ 500, 700, 1000, 1200। ਅਤੇ ਮੈਂ ਕਿਹਾ ਫਿਰ ਰੇਟ ਰੂਟ ਸਸਤੀ ਹੈ, ਕੋਈ ਏਡੀ ਮਹਿੰਗੀ ਨਹੀਂ। ਮੈਂ ਕਿਹਾ 500 ਕਿੱਲਾ ਲੈ ਲਈਏ, ਫਾਇਦਾ ਕੋਈ ਨਹੀਂ ਹੋਣਾ। ਕਿਉਂ? 500 ਕਿੱਲਾ ਜ਼ਮੀਨ ਲੈ ਕੇ ਵੀ ਕੋਈ ਨਾ ਕੋਈ ਕੰਮ ਨਾਲ ਕਰਨਾ ਪੈਣਾ। ਗਰੀਬ ਹੀ ਹੁੰਦਾ ਹੀ ਬੰਦਾ। ਨਹੀਂ, ਜਿੱਦਾਂ 500 ਕਿੱਲਾ ਆਪਣੇ ਉੱਥੇ 500 ਕਿੱਲਾ ਜਿੱਦਾਂ, ਚਲੋ ਤੁਸੀਂ ਪਹਿਲੇ ਹੀ ਸਰਦਾਰ ਬੰਦੇ, ਤੁਹਾਨੂੰ 500 ਕਿੱਲਾ ਕੋਈ ਹੋਰ ਲਾ ਦੇਵੇ, ਕੋਈ ਲੀਡਰ ਲਾ ਦੇਵੇ, ਤੁਹਾਡਾ ਕਿਹੜਾ ਸਟਿੰਗ ਆਪਰੇਸ਼ਨ ਹੋਣਾ, ਤੁਹਾਨੂੰ ਕਿਹੜਾ ਬਰਖਾਸਤ ਕਰ ਦੇਣਾ। ਯਾਨੀ ਤੁਹਾਨੂੰ 500 ਏਕੜ ਆ ਜਾਵੇ, ਤੁਸੀਂ ਸਾਰਾ ਪੰਜਾਬ ਬੱਟੋ ਬੱਟ ਪਾ ਦੇਣਾ, ਮੂਹਰੇ ਲਾ ਲੈਣੇ ਕਿ ਭਾਈ ਮੇਰੇ ਘਰ ਦੇ ਮੂਹਰੇ ਦੀ ਲੰਘਣਾ ਕਿਸੇ ਨਹੀਂ। ਬੀਹੀ ਦੇ ਕਬਜ਼ਾ ਤੁਸੀਂ ਕਰ ਲੈਣਾ, ਨਾਲੀ 'ਚ ਲਿਫਾਫੇ ਤੁਸੀਂ ਸਿੱਟ ਦੇਣੇ ਆ, ਛੱਪੜ ਦੇ ਉੱਤੇ ਨਜਾਇਜ਼ ਕਬਜ਼ਾ ਤੁਹਾਡਾ ਹੋਣਾ, ਸ਼ਾਮਲਾੜ ਦੇ ਉੱਤੇ ਕਬਜ਼ਾ ਤੁਹਾਡਾ ਹੋਣਾ। 500 ਏਕੜ 700 ਤੁਸੀਂ ਦੋਨੋਂ ਨੇ ਬਣਾ ਲੈਣੀ ਹੈ। ਨਹੀਂ, ਉਹ ਬਣਾ ਲੈਣੀ, ਮਤਲਬ ਕਹਿਣ ਤੋਂ ਭਾਵ ਇਹ ਆ ਕਿ ਵੀ ਇੱਥੇ ਜੇ ਜ਼ਮੀਨ ਬਹੁਤ ਖੁੱਲ੍ਹੀ ਆ, ਅਤੇ ਕਿਉਂਕਿ ਫਸਲ ਇੱਕ ਹੁੰਦੀ ਹੈ, ਇਸ ਕਰਕੇ ਬਾਕੀ ਦੇ ਕੰਮ ਧੰਦੇ ਵੀ ਲੋਕ ਕਰਦੇ ਆ। ਵੈਸੇ ਆਪਾਂ ਅਸੀਂ ਪਿੱਛੇ ਦੇਖ ਕੇ ਆਏ, ਗਾਵਾਂ ਦੇ ਫਾਰਮ ਹੈਗੇ ਆ,
ਘੋੜਿਆਂ ਦੇ ਫਾਰਮ ਹੈ ਜਾਂ ਹੋਰ ਨਿੱਕੜ ਸੁੱਕੜ ਜਿਹੜਾ ਉਹ ਲੋਕਾਂ ਦੇ ਵਿੱਚ ਆਪਣੇ ਵੱਲੋਂ ਤਜਰਬੇ ਦੇ ਤੌਰ ਤੇ ਕੀਤਾ। ਸੋ ਸੋਹਣਾ ਕੰਮ ਹੈ। ਸਾਨੂੰ ਆਇਆ ਸੀ ਵੀ ਚਲੋ ਜੇ ਲੰਘੇ ਆ ਤੇ ਇੱਧਰ ਦੀ ਤੇ ਆਪਾਂ ਇੱਕ ਨਾ ਵਿਖਾ ਦਈਏ ਸਾਰਾ ਕੁਝ। ਸੰਧਾਲੀਆ ਸਾਹਿਬ, ਜਦੋਂ ਆਪਾਂ ਕਿਉਂਕਿ ਐਡਮਿੰਟਨ ਤੋਂ ਕੈਲਗਰੀ ਨੂੰ ਆਉਂਦੇ ਆ, ਅਲਬਰਟਾ ਸੂਬਾ ਤੇਲ ਦੇ ਲਈ ਮਸ਼ਹੂਰ ਆ, ਆਪਣੇ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਆਉਂਦੇ ਆ। ਗੱਲ ਤਾਂ ਨਹੀਂ ਆਪਾਂ ਉਸ ਬੱਚੀ ਨਾਲ ਕੀਤੀ ਪੰਜਾਬਣ ਮੁਟਿਆਰ ਦੇ ਨਾਲ, ਪਰ ਇੱਕ ਛੋਟਾ ਜਿਹਾ ਪੰਪ, ਗੈਸ ਪੰਪ, ਪੈਟਰੋਲ ਡੀਜ਼ਲ ਪੰਪ, ਉੱਥੇ ਅੰਦਰ ਕਿਉਂਕਿ ਛੋਟਾ ਜਿਹਾ ਸਟੋਰ ਹੁੰਦਾ ਤੇ ਉੱਥੇ ਵੀ ਇੱਕ ਪੰਜਾਬਣ ਕੁੜੀ ਕੰਮ ਕਰਦੀ ਸੀ। ਤੇ ਮੈਂ ਸੋਚਦਾ ਸੀ ਕਿ ਜਦੋਂ ਸਿਆਲ ਹੁੰਦੇ ਆ, ਜਦੋਂ ਬਰਫ਼ ਪੈਂਦੀ ਹੈ ਤੇ ਉਦੋਂ ਤਾਂ ਦੂਰ ਦੂਰ ਤੱਕ ਕੋਈ ਗੱਲ ਹੀ ਨਹੀਂ ਇੱਥੇ। ਜਾਣੀ ਹੁਣ ਮਿਹਨਤ ਦੇਖੋ, ਪਹਿਲਾਂ ਬੱਚੀ ਪੜ੍ਹੀ ਹੋਊਗੀ, ਮੁੜ ਕੇ ਹੁਣ ਕਾਗਜ਼ ਪੱਤਰ ਬਣਾਉਣ ਦੇ ਲਈ ਇਧਰਲੇ ਪਾਸੇ ਆ ਕੇ ਜੋ ਵਰਕ ਪਰਮਿਟ ਵਾਲਾ ਪ੍ਰੋਸੈਸ ਆ, ਐਨ ਉਜਾੜ ਜੀ ਥਾਂ ਆ ਆਲੇ ਦੁਆਲੇ। ਜੇ ਆਪਾਂ ਦੇਖੀਏ ਕਿ ਦੂਰ ਦੂਰ ਤੱਕ ਪਿੰਡ ਕੋਈ ਨਹੀਂ, ਮਿਹਨਤੀ ਆ ਬੱਚੀ ਦੀ, ਤੇ ਬੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਇਦਾਂ ਮਿਹਨਤਾਂ ਕਰਦੇ ਆ। ਨਹੀਂ, ਮੈਂ ਪੂਰੀ ਦੱਸਦਾ ਗੱਲ ਵੀ ਕਿੰਨਾ ਕੁ ਉਜਾੜ ਥਾਂ ਆ ਇਹ। ਦੇਖੋ ਜੀ, ਸਧਾਰਨ ਜਦੋਂ ਮੈਂ ਆਖਿਆ ਵੀ ਆਪਾਂ ਪਿੰਡਾਂ ਵਿੱਚ ਦੀ ਜਾਣਾ ਤੇ ਗੂਗਲ ਬਾਬੇ ਦੀ ਅਸੀਂ ਸੇਵਾ ਲੈ ਲਈ ਤੇ ਗੂਗਲ ਬਾਬੇ ਨੇ ਮੈਨੂੰ ਦੱਸਿਆ ਵੀ ਇੱਧਰ ਨੂੰ ਇੱਕ ਪੰਪ ਹੈਗਾ। ਪੰਪ ਉੱਥੇ ਦੂਰ ਨੇੜੇ ਦਿਸੇ ਨਾ, ਕਿਉਂਕਿ ਮਾਹੌਲ ਚਾਲ ਦੇ ਹਿਸਾਬ ਨਾਲ ਪੰਪ ਤੇ ਇੱਥੇ ਲੱਭਦਾ ਹੀ ਨਹੀਂ ਕੋਈ ਵੀ। ਤੇ ਇਹਨਾਂ ਨੇ ਜੋ ਕੁਝ ਮੈਨੂੰ ਕਿਹਾ ਮੈਂ ਟੀਵੀ ਤੇ ਬਿਲਕੁਲ ਨਹੀਂ ਕਹਿ ਸਕਦਾ, ਪਰ ਅਖੀਰ ਉਹ ਪੰਪ ਉੱਥੇ ਜਾੜ ਜੇ ਥਾਂ 'ਚ ਲੱਭਾ, ਉੱਥੇ ਵੀ ਉਹ ਪੰਜਾਬਣ ਕੁੜੀ ਕੰਮ ਕਰਦੀ ਸੀ। ਸੋ ਇਹ ਆ ਵੀ ਮਤਲਬ ਇਹ ਕਿ ਵੀ ਜਿੱਥੇ ਮਰਜ਼ੀ ਆਪਾਂ ਚਲੇ ਜਾਈਏ, ਆਪਾਂ ਨੂੰ ਆਪਣੇ ਮਿਹਨਤਕਸ਼ ਲੋਕ ਜਿਹੜੇ ਮਿਲ ਜਾਂਦੇ ਆ। ਪਰ ਗੱਲ ਆ ਬਸ, ਹਾਂਜੀ ਜੀ ਦੋ ਕਰੋ। ਉਸੇ ਸਟੋਰ ਦੇ ਉੱਤੇ ਜਿਹੜਾ ਮੁੰਡਾ ਕੰਮ ਕਰਦਾ ਸੀ ਦੂਸਰੇ ਪਾਸੇ, ਕਿੰਨਾ ਖੁਸ਼ ਹੋਇਆ ਕਿ ਭਾਈ ਇਹਨਾਂ ਨੇ ਇੱਕ ਠੰਡੇ ਦੀ ਬੋਤਲ ਲੈ ਲਈ ਆ, ਇਹਨਾਂ ਨੇ ਇੱਕ ਪਾਣੀ ਦੀ ਬੋਤਲ ਲੈ ਲਈ ਆ। ਯਾਨੀ ਆਪਾਂ ਮਤਲਬ ਡਾਲਰ ਉਹਨੂੰ 6 ਹੀ ਵਟਾਏ ਆ, ਪਰ ਉਹ 60 ਡਾਲਰਾਂ ਦੀ ਮੁਸਕਰਾਹਟ ਬਖੇਰ ਗਿਆ, ਪੂਰੀ ਬਖੇਰ ਗਿਆ। ਫਿਰ ਇਹ ਚੀਜ਼ਾਂ ਨੇ ਕਿ ਆਪਾਂ ਕਈ ਵਾਰਾਂ ਸੁਣੀਆਂ ਸੁਣਾਈਆਂ ਗੱਲਾਂ 'ਚ ਪੈ ਜਾਂਦੇ ਆ ਵੀ ਯਾਰ ਚਲੇ ਜਾਓ ਉੱਥੇ, ਪਤਾ ਨਹੀਂ ਕੋਈ ਪਸੰਦ ਕਰਦੇ ਕਿ ਨਹੀਂ ਕਰਦੇ। ਲੰਘਦੇ ਵੜਦੇ ਅਸੀਂ ਤੁਹਾਨੂੰ ਦੱਸਤਾ ਵੀ ਅਗਲੇ ਕਹਿੰਦੇ ਕੋਈ ਪ੍ਰੋਬਲਮ ਤੇ ਨਹੀਂ। ਪੰਪ ਤੇ ਜਿਹੜਾ ਸੀਗਾ ਬੰਦਾ, ਉਹਨੇ ਵੀ ਆਪਾਂ ਨੂੰ ਮਤਲਬ ਪੂਰਾ ਕੋਈ ਮੱਥੇ ਵੱਟ ਨਹੀਂ ਪਾਇਆ। ਉਹਨੇ ਆਪਾਂ ਨੂੰ ਆਖਿਆ ਵੀ ਲਾਟਰੀ ਲੈਣੀ ਤੇ ਆਹ ਲਓ ਕੋਇਨ ਵੀ ਲੈ ਲਓ, ਰਗੜ ਕੇ ਵੇਖੋ। WhatsApp ਜੇ ਨਿਕਲ ਆਉਂਦੇ ਫਿਰ ਇੰਨੇ ਮਿਲੀਅਨ ਇੱਥੇ ਖਿਲਾਰ ਜਾਣੇ ਤੁਸੀਂ। ਮੈਂ ਸੋਚਦਾ ਸੀ ਕਿ 500 ਏਕੜ ਵਾਲਾ ਤਾਂ ਗਰੀਬ ਹੀ ਹੁੰਦਾ, 1000 ਏਕੜ ਤਾਂ ਪਹਿਲਾਂ ਤੁਹਾਨੂੰ ਲੈ ਦੇਣਾ ਸੀ ਮੈਂ। ਹੈ ਧੰਨਵਾਦ ਭਰਾ ਲਈ ਸੋਚਿਆ ਇਹਨਾਂ, ਭਰਾ ਲਈ ਸੋਚਿਆ ਮੈਂ। ਜੇ ਤੁਸੀਂ ਹੁਣ ਕੋਈ ਚੰਗਾ ਕੰਮ ਨਾ ਕੀਤਾ ਮੈਂ ਬਰਖਾਸਤ ਕਰ ਦੇਣਾ ਹੀ, ਕਿਉਂਕਿ ਅੱਜ ਕੱਲ੍ਹ ਪੰਜਾਬ 'ਚ ਬਰਖਾਸਤ ਅਸੀਂ ਝਾਟੀ ਕਰ ਦਈਦਾ। ਆਲੇ ਬਰਖਾਸਤ ਵਾਲੇ ਪਾਸੇ ਤੁਰੀਏ। ਮੈਂ ਉਧਰ ਹੀ ਆਉਣ ਲੱਗਾ ਸੀ। ਮੈਨੂੰ ਆਇਆ ਸੀ ਵੀ ਦੇਖੋ ਇੱਕ ਪਾਸੇ ਤੇ ਜੇ ਆਪਾਂ ਗੱਲ ਕਰੀਏ ਵੀ ਪੰਜਾਬੀ ਤੇ ਪੰਜਾਬੀ ਮਿਹਨਤੀ ਇਮਾਨਦਾਰ ਕੌਮ ਹੈ ਯਾਰ, ਵੀ ਕਿੱਥੇ ਕਿੱਥੇ ਆ ਕੇ ਅਸੀਂ ਮਿਹਨਤਾਂ ਕਰਦੇ ਪਏ ਆ ਇਮਾਨਦਾਰੀ ਦੇ ਨਾਲ, ਵੀ ਜਿੱਥੇ ਵੀ ਕਿਤੇ ਕੰਮ ਮਿਲਦਾ ਯਾਰ ਕੰਮ ਕਰਨਾ। ਇੱਕ ਪਾਸੇ ਇਮਾਨਦਾਰੀ ਦਾ ਹੋਕਾ ਦੇ ਕੇ ਪਾਰਟੀ ਆਈ ਤੇ ਉਹਨਾਂ ਨੇ ਕਿਹਾ ਵੀ ਇਮਾਨਦਾਰੀ ਵਾਲੀ ਸਰਕਾਰ ਦੇਣੀ, ਉਹਨੂੰ ਬੰਦੇ ਵੀ ਮਿਲ ਗਏ। ਹੁਣ ਇਹ ਬੜੇ ਲੋਕ ਅਜੇ ਗੱਲਾਂ ਕਰਦੇ ਆ ਵੀ ਪਾਰਟੀ ਇਮਾਨਦਾਰ ਹੈ, ਉਹਨਾਂ ਦਾ ਵਿਜ਼ਨ ਇਮਾਨਦਾਰ ਹੈ, ਉਹਦੇ ਵਿੱਚ ਬੰਦੇ ਵੀ ਇਮਾਨਦਾਰ ਆ, ਪਰ ਵਿੱਚ ਫਿਰ ਵੀ ਤੁਹਾਡੇ ਮਿਲ ਗਏ ਜੇ ਹੈਗੇ ਜੀ। ਤੇ ਉਹੋ ਜਿਹੜੀ ਕਹਾਣੀ ਆ ਉਹ ਸਾਹਮਣੇ ਆਈ ਵੀ ਹੈਲਥ ਮਿਨਿਸਟਰ ਸਾਹਿਬ ਜਿਹੜੇ ਕਿ ਜੇ ਪਿਛਲੇ ਦਿਨਾਂ ਤੱਕ ਦਿੱਲੀ ਵਾਲੇ ਉੱਥੋਂ ਦੇ ਸਿਹਤ ਕੇਂਦਰ ਵੇਂਦੇ ਫਿਰਦੇ ਸੀ ਵੀ ਮੁਹੱਲਾ ਕਲੀਨਿਕ ਖੋਲ੍ਹਣੇ ਆ, ਤੇ ਅਗਸਤ ਨੂੰ ਉਹਨਾਂ ਨੇ 75 ਹੈਲਥ ਕਲੀਨਿਕ ਵੀ ਖੋਲ੍ਹਣੇ ਸੀ। ਸਾਰਿਆਂ ਦਾ ਧਿਆਨ ਤੇ ਉਸ ਪਾਸੇ ਲੱਗਿਆ ਤੇ ਅਚਾਨਕ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣੀ ਸਾਹਮਣੇ ਆਉਂਦੇ ਤੇ ਉਹ ਕਹਿੰਦੇ ਵੀ ਭਾਈ ਅੱਜ ਤੋਂ ਬਾਅਦ ਮੇਰਾ ਮੰਤਰੀ ਬਰਖਾਸਤ, ਕਿਉਂਕਿ 1% ਮੰਗਦਾ ਹੈ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਭਾਰਤ ਦੇ ਵਿੱਚ ਬਹੁਤ ਘੱਟ ਮੌਕੇ ਇਦਾਂ ਦੇ ਆਉਂਦੇ ਆ ਜਦੋਂ ਕੋਈ ਸਿਆਸੀ ਲੀਡਰ ਬੁੱਕਲ ਦੇ ਵਿੱਚ ਭੋਰ ਕੇ ਗੁੜ ਖਾਣ ਤੋਂ ਗਰੇਜ਼ ਕਰਦਾ ਤੇ ਬੁੱਕਲ ਖੋਲ ਦਿੰਦਾ ਕਿ ਭਾਈ ਮੇਰੇ ਕੋਲ ਗੁੜਿਆ, ਚੰਗਾ ਆ ਮਾੜਾ ਆ, ਐਨ ਪਾਰਖੂ ਗੁੜਿਆ ਕਿ ਦੂਸਰੇ ਪਾਸੇ ਵਾਲਾ ਗੁੜਿਆ, ਰੜਿਆ ਗੁੜਿਆ ਕਿ ਕਿੱਦਾਂ ਦਾ ਗੁੜਿਆ, ਹੈ ਨਾ। ਹੁਣ ਤੁਸੀਂ ਦੇਖੋ ਕਿ ਇਸ ਗੱਲ ਦਾ ਨਾ ਤਾਂ ਮੀਡੀਆ ਨੂੰ ਪਤਾ ਸੀ, ਨਾ ਵਿਰੋਧੀ ਧਿਰ 'ਚੋਂ ਕਿਸੇ ਨੇ ਮੰਗ ਕੀਤੀ ਸੀ, ਨਾ ਪਾਰਟੀ ਦੇ ਅੰਦਰੋਂ ਕਿਸੇ ਨੇ ਮੰਗ ਕੀਤੀ ਸੀ, ਨਾ ਕਿਸੇ ਨੇ ਥਾਣੇ ਸ਼ਿਕਾਇਤ ਦਿੱਤੀ ਸੀ। ਜਾਣੀ ਪਬਲਿਕ ਡੋਮੇਨ 'ਚ ਕੱਖ ਨਹੀਂ ਸੀ ਕਿ ਡਾਕਟਰ ਵਿਜੇ ਸਿੰਗਲਾ, ਮਾਨਸੇ ਦੇ ਵਿਧਾਇਕ, ਪੰਜਾਬ ਦੇ ਸਿਹਤ ਮੰਤਰੀ, ਜਿਨ੍ਹਾਂ ਨੇ ਪੰਜਾਬ ਦੇ ਸਿਹਤ ਵਿਭਾਗ ਦੀ ਸਿਹਤ ਦਰੁਸਤ ਕਰਨੀ ਸੀ, ਕਿ ਉਹਨਾਂ ਨੇ ਆਪ ਹੀ ਕੋਈ ਲੱਲਾ ਭੱਪਾ ਜਿਹਾ ਪਿੱਛੋਂ ਕਰਨ ਲੱਗ ਪਿਆ ਕਿ ਭਾਈ 1% ਜਾਂ 2% ਚਾਹੀਦਾ। ਬਹੁਤ ਚੰਗੀ ਗੱਲ ਹੈ। ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਆਮ ਆਦਮੀ ਪਾਰਟੀ ਸੱਤਾ 'ਚ ਆਈ ਸੀ ਕਿ ਅਸੀਂ ਕੱਟੜ ਇਮਾਨਦਾਰ ਹਾਂ, ਵੋਟਾਂ ਪਾ ਦਿਓ, ਕੱਟੜ ਇਮਾਨਦਾਰ ਸਰਕਾਰ ਦਿਆਂਗੇ, ਇੱਥੇ ਘੁੱਗੀ ਘੂੰ ਨਹੀਂ ਕਰੂ ਤੇ ਚਿੜੀ ਚੂੰ ਨਹੀਂ ਕਰੂ। ਲੋਕੀ ਕਹਿੰਦੇ ਸੀ ਕਿੱਥੇ ਹੁੰਦਾ ਹੀ। ਪਰ ਹੁਣ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਨੇ ਸਾਰਾ ਕੁਛ ਇਹ ਕੀਤਾ, ਉਹਦੇ ਤੋਂ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਵੱਜੀ ਹੈ ਕਿ ਜੇ ਸਾਰੀ ਕਾਰਵਾਈ ਇਮਾਨਦਾਰੀ ਵਾਲੀ ਹੈ, ਆਪਣਾ ਹੀ ਮੰਤਰੀ 10% ਮੰਤਰੀ ਬਰਖਾਸਤ ਕੀਤੇ ਆ, ਕਿਉਂਕਿ 10 ਹੀ ਨੇ ਟੋਟਲ, 10ਵਾਂ ਹਿੱਸਾ ਮੰਤਰੀ ਬਰਖਾਸਤ ਕਰਤੇ। ਮੂਹਰੇ ਪੁਲਿਸ ਖੜੀ ਸੀ, ਪਰਚਾ ਦਰਜ ਕਰਾ ਕੇ ਬੰਦਾ ਅੰਦਰ ਕਰਾਤਾ। 27 ਤਰੀਕ ਤੱਕ ਰਿਮਾਂਡ ਦੇ ਉੱਤੇ ਹੈ। ਤੁਸੀਂ ਹਾਲਾਤ ਦੇਖੋ ਕੀ ਨੇ। ਮੈਨੂੰ ਚੇਤਾ ਆਉਂਦਾ ਸੀ ਕਿ ਇਹ ਲੋਕ ਸੋਚਦੇ ਕਿਉਂ ਨਹੀਂ। 1 ਲੱਖ ਵੋਟ ਪਈ ਸੀ ਡਾਕਟਰ ਵਿਜੇ ਸਿੰਗਲਾ ਨੂੰ। 1 ਲੱਖ ਬੰਦੇ ਨੇ ਘਰੋਂ ਚੱਲ ਕੇ ਪੋਲਿੰਗ ਬੂਥ ਤੇ ਪਹੁੰਚ ਕੇ ਉਂਗਲੀ ਨਾਲ ਭਾਰ ਪਾਇਆ ਕਿ ਅਸੀਂ ਡਾਕਟਰ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਚਾਹੁੰਦੇ ਆ ਕਿ ਭਾਈ ਵਿਧਾਨ ਸਭਾ ਜਾ। ਡਾਕਟਰ ਨੇ 6 ਕਰੋੜ ਦੀ ਪ੍ਰਾਪਰਟੀ ਉਹਨਾਂ ਨੇ ਆਪ ਐਫੀਡੇਵਿਟ 'ਚ ਲਿਖ ਕੇ ਦਿੱਤੀ ਕਿ ਮੇਰੇ ਕੋਲੇ ਹੈਗੀ ਹੈ।
ਹੁਣ ਉਹ ਡਾਕਟਰ ਨੇ 6 ਕਰੋੜ ਦੀ ਪ੍ਰਾਪਰਟੀ ਹੈ, 1% 2% ਕਮਿਸ਼ਨ ਮੰਗੀ ਜਾਂਦੇ ਆ। ਤੇ ਸਭ ਤੋਂ ਵੱਡੀ ਗੱਲ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਜਾ ਕੇ ਸਹੁੰ ਚੁੱਕਦੇ ਆ, ਤੇ ਜਿੱਦਣ ਫੜੇ ਜਾਂਦੇ ਆ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਨਮ ਦਿਨ ਸੀ। ਜਾਣੀ ਕਿ ਜਿਹੜੇ ਬੰਦੇ ਕੁਰਬਾਨੀਆਂ ਕਰਨ ਵਾਲੇ ਸੀ, ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਤੇ ਵੋਟ ਪਾਉਣ ਦਾ ਅਧਿਕਾਰ ਦਵਾਇਆ, ਤੇ ਜਿਹਦੇ ਕਰਕੇ ਤੁਸੀਂ MLA ਬਣੇ, ਮੰਤਰੀ ਬਣੇ, ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਸਹੁੰ ਚੁੱਕ ਕੇ ਤੇ ਉਹਨਾਂ ਦੇ ਹੀ ਜਨਮ ਦਿਨ ਦੇ ਮੌਕੇ ਤੁਸੀਂ ਫੜੇ ਜਾਂਦੇ ਆ। ਸ਼ਰਮ ਮਾੜੀ ਮੋਟੀ ਤਾਂ ਆਉਣੀ ਚਾਹੀਦੀ ਹੈ, ਜੇ ਬਹੁਤੀ ਨਾ ਆਵੇ। ਨਹੀਂ ਬਿਲਕੁਲ ਸਹੀ ਆ। ਸੋ ਇਹ ਜਿਹੜਾ ਫੈਸਲਾ ਹੋਇਆ, ਦੇਖੋ ਥੋੜ੍ਹਾ ਅੱਗੇ ਚੱਲੀਏ ਆਪਾਂ, ਜੇ ਲੈ ਜਾਣ ਤਾਂ ਨਹੀਂ ਦੇਖੋ ਇੱਕ ਗੱਲ ਤੇ ਪੱਕੀ ਆ ਵੀ ਇਹ ਜਿਹੜਾ ਫੈਸਲਾ ਹੋਇਆ, ਇਸ ਫੈਸਲੇ ਦੀ ਸਾਰੇ ਪਾਸਿਓਂ ਸ਼ਲਾਘਾ ਹੋਈ। ਪਹਿਲੀ ਗੱਲ ਤੇ ਇਹ ਹੋਈ ਕਿ ਵੀ ਜਦੋਂ ਵੀ ਕਿਸੇ ਨੂੰ ਇਹ ਖਬਰ ਸੁਣਨ ਨੂੰ ਮਿਲੀ, ਉਹਨੇ ਨਾਲ ਦੀ ਨਾਲ ਹੀ ਰੌਲਾ ਪਾਇਆ। ਉਹ ਕਹਿੰਦਾ ਹੈਂ ਇੱਦਾਂ ਕਰਤਾ, ਭਗਵੰਤ ਮਾਨ ਨੇ ਕੱਢਤਾ ਯਾਰ ਆਪਣਾ ਮੰਤਰੀ। ਉਹ ਅੱਛਾ ਕਿਹੜਾ ਬਈ? ਕਿਉਂਕਿ ਇਹ ਮੇਰੇ ਖਿਆਲ ਨਾਲ ਉਹ ਖਬਰ ਸੀ ਜਿਹਦੇ ਤੇ ਕਿਸੇ ਨੂੰ ਯਕੀਨ ਹੀ ਨਹੀਂ ਆਇਆ ਪਹਿਲਾਂ ਵੀ ਯਾਰ ਇੱਦਾਂ ਵੀ ਥੋੜ੍ਹਾ ਹੁੰਦਾ ਕਿਤੇ ਵੀ ਹੁਣ ਜੇ ਸਰਕਾਰ ਬਣੀ ਆ 2 ਮਹੀਨੇ ਪੂਰੇ ਨਹੀਂ ਹੋਏ, ਆਪਾਂ ਕੰਮ ਕਰਨਾ। ਤੇ ਉਹ ਕਹਿੰਦੇ ਵੀ ਲੈ ਵੀ ਆਪਣਾ ਹੀ ਬੰਦਾ ਮੈਂ ਕੱਢਣ ਲੱਗਾ, ਕਿਉਂਕਿ ਮੈਨੂੰ ਪਤਾ ਲੱਗਾ ਵੀ ਇਹ ਦੁੱਕੀ ਤਿੱਕੀ ਕਰਦਾ। ਹਾਲਾਂਕਿ ਜਿੰਨੀ ਕਿ ਖਬਰ ਬਾਹਰ ਆਈ ਉਹਦੇ 'ਚ ਇਹ ਖਬਰ ਬਾਹਰ ਆਈ ਵੀ ਇੱਕ ਅਫਸਰ ਸਾਹਿਬ ਸੀ ਕਿ ਅਫਸਰ ਸਾਹਿਬ ਨੂੰ ਕਹਿੰਦੇ ਵੀ ਸੱਦਿਆ ਗਿਆ, ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਜਿੱਦਾਂ ਮੇਰਾ PA ਕਹਿੰਦਾ ਸਮਝ ਲਾ ਮੈਂ ਕਹਿਣਾ, ਤੇ PA ਕਹਿੰਦਾ ਵੀ ਸਮਝ ਲਾ ਜਿੱਦਾਂ ਮੈਂ ਕਹਿਣਾ ਉਹਦਾ ਫਿਰ ਸਾਹਿਬ ਕਹਿੰਦੇ ਆ। ਉਹ ਫਿਰ ਜਿਹੜਾ ਕਹਿਣ ਕੌਣ ਸੀਗਾ, ਉਸ ਚੱਕਰ ਦੇ ਵਿੱਚ ਨਿਕਲੀ ਗੱਲ ਇਹ ਕਿ ਵੀ ਟੋਟਲ ਜਿੰਨੇ ਕੁ ਵੀ ਕਰੋੜ ਬਣਦਾ ਸੀ 1% ਜੀ ਉਹਨੇ ਹਜੇ ਮੈਂ ਤਾਂ ਦੇ ਨਹੀਂ ਸਕਦਾ ਮਾਲਕ। ਉਹਨੇ ਕਿਹਾ ਵੀ ਜੇ ਤੂੰ ਦੇ ਨਹੀਂ ਸਕਦਾ ਤੇ ਫਿਰ ਵੀਰ ਮੇਰਾ ਵੀ ਇਸ ਸਾਲ ਦੇ ਨਵੰਬਰ ਤੱਕ ਤੂੰ ਰਿਟਾਇਰ ਹੋਣਾ, ਤੇ ਆਪਾਂ ਤੈਨੂੰ ਹੋਣ ਨਹੀਂ ਦੇਣਾ ਫਿਰ ਰਿਟਾਇਰ। ਹੈ ਵੀ ਐਸੀਆਂ ਗੰਢਾਂ ਦੇਵਾਂਗੇ ਤੂੰ ਖੋਲਦਾ ਹੀ ਰਹਿ ਜਾਏਗਾ। ਸੰਧਾਲੀਆ ਸਾਹਿਬ ਬੰਦੇ ਦਾ ਨਾਂ ਜਿਹੜਾ ਸਿਹਤ ਵਿਭਾਗ ਦੇ ਵਿੱਚ ਸੈਕਟਰੀ ਲਾ ਲਓ, ਇੰਜੀਨੀਅਰ ਲਾ ਲਓ, ਨਾਂ ਰਜਿੰਦਰ ਸਿੰਘ। ਹੁਣ ਰਜਿੰਦਰ ਸਿੰਘ ਹੋਰਾਂ ਦੀ 30 ਨਵੰਬਰ ਨੂੰ ਰਿਟਾਇਰਮੈਂਟ ਹੈ, ਸੇਵਾ ਮੁਕਤੀ ਹੈ। ਤੇ ਜਦੋਂ ਸੇਵਾ ਮੁਕਤੀ ਹੈ ਤੇ ਉਹ ਕਹਿੰਦੇ ਜੀ ਮੈਨੂੰ OSD ਭਤੀਜਾ ਮੰਤਰੀ ਸਾਹਿਬ ਨੇ ਆਪਣਾ ਹੀ ਲਾ ਲਿਆ ਸੀ ਪ੍ਰਦੀਪ, ਕਿ ਭਾਈ ਠੀਕ ਹੈ ਆਫਿਸਰ ਔਨ ਸਪੈਸ਼ਲ ਡਿਊਟੀ ਭਤੀਜਾ ਸਾਹਿਬ। ਤੇ ਭਤੀਜਾ ਸਾਹਿਬ ਨੇ ਉਹਨਾਂ ਨੂੰ ਸੱਦਿਆ, ਮੰਤਰੀ ਸਾਹਿਬ ਕੋਲ ਬੈਠੇ, ਜਿੱਦਾਂ ਤੁਸੀਂ ਦੱਸਿਆ। ਰਜਿੰਦਰ ਸਿੰਘ ਹੋਰਾਂ ਨੂੰ ਕਹਿੰਦੇ ਜੀ ਜਿੱਦਾਂ ਕਹਿਣਗੇ OSD ਸਾਹਿਬ ਪ੍ਰਦੀਪ ਜੀ ਉੱਦਾਂ ਹੀ ਕੰਮ ਠੀਕ ਹੈ, ਮੈਨੂੰ ਕਾਹਲੀ ਮੈਂ ਮੀਟਿੰਗ 'ਚ ਜਾਣਾ। ਉਹ ਕਹਿੰਦੇ ਜੀ ਮੈਨੂੰ ਪਹਿਲਾਂ ਇੱਕ ਕਾਰ 'ਚ ਵੀ ਬਿਠਾਇਆ, ਉੱਥੇ ਕਹਿੰਦੇ 41 ਕਰੋੜ ਦੇ ਬਿੱਲ ਇੱਕ ਪਾਸ ਕੀਤੇ ਆ, 17 ਕਰੋੜ ਦੇ ਇੱਕ ਕੀਤੇ ਆ, ਜਮ੍ਹਾਂ ਕਰ ਲਓ 58 ਕਰੋੜ, 2% ਦੇ ਹਿਸਾਬ ਦੇ ਨਾਲ 1 ਕਰੋੜ ਸਿਰਫ 16 ਲੱਖ ਰੁਪਈਆ ਗਿਣ ਕੇ 2-2 ਹਜ਼ਾਰ ਦੇ ਨੋਟ ਫੜਾ ਕੇ ਚਲੇ ਜਾਓ। ਫਿਰ ਕਹਿੰਦੇ ਜੀ ਮੈਨੂੰ 10 ਤਰੀਕ ਨੂੰ ਫੋਨ ਕੀਤਾ, 13 ਨੂੰ ਫੋਨ ਕੀਤਾ, 18 ਨੂੰ ਕੀਤਾ, 20 ਨੂੰ ਕੀਤਾ, ਮਈ ਨੂੰ। ਤੇ ਬਾਅਦ 'ਚ ਕਹਿੰਦੇ ਚਲੋ ਇੱਦਾਂ ਕਰੋ ਪਿਛਲਾ ਹਿਸਾਬ ਛੱਡੋ, 10 ਲੱਖ ਦੇ ਦਿਓ, ਅੱਗੇ ਤੋਂ ਜਿੰਨੇ ਵੀ ਪ੍ਰੋਜੈਕਟ ਨੇ ਸਾਰਿਆਂ ਦਾ 1% ਗਿਣ ਕੇ ਮੰਤਰੀ ਸਾਹਿਬ ਨੂੰ ਫੜਾ ਕੇ ਜਾਣਾ। ਇਹ ਖੁਦ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਲਿਖਾਇਆ। ਅਗਲੇ ਭਗਵੰਤ ਮਾਨ ਸਾਹਿਬ ਕੋਲ ਚਲੇ ਗਏ, ਮੁੱਖ ਮੰਤਰੀ ਹੋਰਾਂ ਕੋਲ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਆ, ਆਪਾਂ ਸਬੂਤ ਇਕੱਠੇ ਕਰਨੇ ਆ। ਫਿਰ ਕਹਿੰਦੇ ਜੀ ਮੰਤਰੀ ਸਾਹਿਬ ਦੀ 3 ਘੰਟੇ ਦੀ ਆਡੀਓ ਔਰ ਵੀਡੀਓ ਆ, ਜਿਹਦੇ ਵਿੱਚ ਮੰਤਰੀ ਸਾਹਿਬ, ਉਹਨਾਂ ਦੇ OSD ਸਾਹਿਬ, ਸਾਰੇ ਹੀ ਸਾਹਿਬ ਜਿਹੜੇ ਨਾਲ ਰਲੇ ਸੀ ਤੇ ਲੋਕਾਂ ਨੂੰ ਸਾਹਿਬ ਤੋਂ ਥੱਲੇ ਲਿਆਉਣ ਦੀ ਕੋਸ਼ਿਸ਼ ਕਰਦੇ ਸੀ। ਫਿਰ ਹੁਣ ਮੁੱਖ ਮੰਤਰੀ ਸਾਹਿਬ ਨੇ ਫਿਰ ਮੰਤਰੀ ਸਾਹਿਬ ਨੂੰ ਸੱਦਿਆ, ਉਹਨਾਂ ਨੂੰ ਪੁੱਛਿਆ ਜੀ ਕੋਈ ਗੱਲ ਤਾਂ ਨਹੀਂ? ਕਹਿੰਦੇ ਨਹੀਂ। ਕਹਿੰਦੇ ਫਿਰ ਇੱਦਾਂ ਕਰੋ, ਆਹ ਸੁਣੋ। ਫਿਰ ਮੰਤਰੀ ਸਾਹਿਬ ਨੇ ਲੇਲੜੀਆਂ ਵੀ ਕੱਢੀਆਂ, ਮੰਨੇ ਵੀ ਕਿ ਮੇਰੇ ਕੋਲ ਗਲਤੀ ਹੋ ਗਈ ਹੈ, ਇਹ ਵੀ ਕਿਹਾ ਕਿ ਢੱਕ ਲਪੇਟ ਦਿਓ। ਭਗਵੰਤ ਮਾਨ ਸਾਹਿਬ ਢੱਕ ਲਪੇਟ ਸਕਦੇ ਸੀ ਕਿ ਭਾਈ ਸਰਕਾਰ ਦੀ ਬਦਨਾਮੀ ਹੁੰਦੀ ਹੈ, ਪਰ ਉਹਨਾਂ ਮੰਤਰੀ ਬਰਖਾਸਤ ਵੀ ਕੀਤਾ, ਪਰਚਾ ਵੀ ਦਰਜ ਕਰਾਇਆ, ਬੰਦਾ ਰਿਮਾਂਡ ਤੇ ਵੀ ਗਿਆ, OSD ਵੀ ਕਾਬੂ ਆ ਗਿਆ। ਸੰਧਾਲੀਆ ਸਾਹਿਬ ਇੱਕ ਐਸਾ ਕਾਂ ਟੰਗਿਆ ਗਿਆ ਕਿ ਹੁਣ MLA ਦੀਆਂ ਵੀ ਲੱਤਾਂ ਕੰਬਦੀਆਂ ਹੋਣਗੀਆਂ, ਬਾਕੀ ਮੰਤਰੀ ਵੀ ਸੋਚਦੇ ਹੋਣਗੇ, ਤੇ ਜਿਨ੍ਹਾਂ ਨੂੰ ਥੱਲੜੇ ਪਾਸੇ ਆ ਕੇ ਇਹ ਹੁੰਦਾ ਕਿ ਸਾਡੀ ਸਰਕਾਰ ਹੈ ਹੁਣ 3 ਦੂਣੀ 8.5 ਕਰਾਂਗੇ ਜ਼ਰੂਰ, ਉਹਨਾਂ ਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਭਾਈ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਹੈ ਸ਼ਾਇਦ ਬਹੁਤ ਹੀ ਨਹੀਂ ਤਾਂ ਥੋੜੀ ਲਾਗੂ ਹੋ ਗਈ ਹੈ। ਇਹ ਪੂਰੀ ਦੇਖੋ ਗੱਲ ਇਹ ਆ ਵੀ ਕਾਂ ਟੰਗਣ ਦੀ ਗੱਲ ਵਾਹਵਾ ਚਿਰ ਦੀ ਚੱਲਦੀ ਜੀ। ਹੁਣ ਕਾਂ ਟੰਗਣ ਨੂੰ ਕੋਈ ਵੀ ਟੰਗਿਆ ਜਾ ਸਕਦਾ ਵੀ ਕੋਈ ਛੋਟਾ ਮੋਟਾ ਮੁਲਾਜ਼ਮ ਲਾ ਲਓ, ਕੋਈ ਛੋਟਾ ਅਫਸਰ ਲਾ ਲਓ। ਉਹ ਪਹਿਲਾਂ ਵੀ ਘਟਨਾਵਾਂ ਹੁੰਦੀਆਂ ਸੀ ਤੇ ਲੋਕਾਂ ਨੂੰ ਐਂ ਲੱਗਦਾ ਸੀ ਵੀ ਵੀਰ ਇਹ ਥੱਲੇ ਜਿਹੜਾ ਰੌਲਾ ਰੱਪਾ ਜਿਹਾ ਪਾਉਂਦੇ ਆ ਨਾ, ਇਹਦੇ 'ਚ ਹੈ ਕੁਛ ਨਹੀਂ, ਕਹਾਣੀ ਤੇ ਉੱਤੋਂ ਚੱਲਦੀ ਹੈ ਵੀ ਜੇ ਉੱਤੋਂ ਇਸ਼ਾਰਾ ਹੋਊਗਾ ਤਾਂ ਫਿਰ ਸਾਰਾ ਕੁਝ ਹੋਣਾ। ਹੁਣ ਜੇ ਇਸ ਐਪੀਸੋਡ ਨੂੰ ਆਪਾਂ ਸਮਝੀਏ ਤੇ ਇਸ ਐਪੀਸੋਡ ਦੇ ਵਿੱਚ ਵੀ ਲਗਭਗ ਜਿਵੇਂ ਲੋਕ ਅੰਦਾਜ਼ਾ ਲਾਉਂਦੇ ਸੀ, ਜਾਂ ਪਿਛਲੇ ਦਿਨੀ ਕਈ ਮੁਲਾਜ਼ਮ ਜਥੇਬੰਦੀਆਂ ਕਹਿੰਦੀਆਂ ਸੀ ਵੀ ਯਾਰ ਸਾਨੂੰ ਕੀ ਲੋੜ ਪਈ ਆ ਲੈਣ ਦੀ, ਕੁਛ ਉੱਪਰੋਂ ਅਗਲਾ ਕਹਿੰਦਾ ਤੁਸੀਂ ਲੈਂਦੇ ਆ। ਹੁਣ ਗੱਲ ਤੇ ਕਿਤੇ ਨਾ ਕਿਤੇ ਸਹੀ ਵੀ ਜੇ ਮੰਨ ਲਓ ਮੰਤਰੀ ਸਾਹਿਬ ਜਾਂ ਉਹਨਾਂ ਦੇ OSD ਸਾਹਿਬ ਨੇ ਇਹ ਗੱਲ ਕਹੀ ਵੀ ਇੰਨੇ % ਆਵੇ, ਅਗਲੇ ਬੰਦੇ ਵੀ ਇਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਜੀ ਪਿਛਲੀ ਆਪਣੀ ਲੰਘ ਗਈ ਤੇ ਤੁਸੀਂ ਹੁਣ ਅਗਲਾ ਜਦੋਂ ਵੀ ਟੈਂਡਰ ਆਇਆ ਮਹਾਰਾਜ 1% ਆਊ। ਹੁਣ ਜੇ 1% ਮੰਤਰੀ ਸਾਹਿਬ ਨੇ ਲੈਣਾ ਤੇ ਮੰਨ ਲਓ ਤੁਸੀਂ ਮੰਤਰੀ ਸਾਹਿਬ ਆ, ਮੈਨੂੰ ਤੁਸੀਂ ਹੁਕਮ ਲਾਇਆ ਵੀ 1% ਚਾਹੀਦਾ ਤੇ ਮੈਂ 1 ਹੀ ਥੋੜਾ ਲੈਣਾ ਫਿਰ ਹੈ ਜੀ, ਮੈਂ ਫਿਰ ਥੱਲੇ ਲੈਣਾ ਵੀ ਵੀਰ ਤੂੰ 1.5 ਕਰਨਾ ਘੱਟੋ ਘੱਟ, ਜਿਹਨੂੰ ਮੈਂ 1.5 ਕਹਿਣਾ ਉਹਨੇ ਕਿਹਾ ਵੀ 1.25 ਕਰਨਾ, ਉਦੋਂ ਥੱਲੇ ਯਾਰ 2 ਤਾਂ ਚਾਹੀਦਾ।
ਉਹ ਇਦਾਂ ਹੀ ਪਰਸੈਂਟੇਜ ਘਟਦੀ ਜਦੋਂ ਤੱਕ ਲੋਕਾਂ ਤੱਕ ਪਹੁੰਚਣੀ ਹੈ ਗ੍ਰਾਂਟ, ਉਦੋਂ ਤੱਕ ਕਹਾਣੀ ਖਤਮ ਹੋ ਜਾਣੀ ਹੈ। ਜਾਂ ਜਿਹਨੇ ਕਿਸੇ ਨੇ ਵੀ ਠੇਕਾ ਲਿਆ, ਜਦੋਂ ਮੰਨ ਲਓ ਵੀ ਉਹਨੇ ਕਿਹਾ ਮੈਂ 100 ਰੁਪਏ ਚੀਜ਼ ਬਣਾऊँ, 100 'ਚ ਉਹਨੂੰ 25 ਕਮਿਸ਼ਨ ਚਲੇ ਗਏ, 75 ਉਹਦੇ ਕੋਲ ਰਹਿ ਗਈ, 75 'ਚ ਉਹ ਆਖੂ ਵੀ ਮੈਂ 15-20 ਕਮਾਉਣੇ ਆ। ਹੁਣ 100 ਦੀ ਚੀਜ਼ ਤੁਸੀਂ ਮਸਾਂ ਬਣਾਉਣੀ ਸੀ, ਬਣਾਈ ਤੁਸੀਂ 55 ਦੀ ਜਾਂ 60 ਦੀ, ਤੇ ਕੁਆਲਿਟੀ ਫਿਰ ਉਹਤੇ ਕਿੱਥੇ ਰਹਿਣੀ ਹੈ। ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਪਹਿਲਾਂ ਸੜਕ ਬਣਦਿਆਂ ਹੀ ਕਿਉਂ ਟੁੱਟਦੀ ਰਹੀ ਹੈ, ਸੀਮੈਂਟ ਪਲਸਤਰ ਹੁੰਦਿਆਂ ਹੀ ਕਿਉਂ ਝੜਦਾ ਰਿਹਾ, ਹਸਪਤਾਲਾਂ ਦੀਆਂ ਬਿਲਡਿੰਗਾਂ ਬਣਦੇ ਹੀ ਕਿਉਂ ਉੱਥੇ ਖਲਾਰਾ ਪੈ ਜਾਂਦਾ, ਉੱਥੇ ਦਾ ਵਾਸ਼ ਬੇਸਨ ਸਭ ਤੋਂ ਪਹਿਲਾਂ ਕਿਉਂ ਟੁੱਟਦਾ, ਪਿੱਛੇ ਕਾਰਨ ਕਿਤੇ ਨਾ ਕਿਤੇ ਆਹੀ ਹੋਣਾ। ਹੁਣ ਤੁਸੀਂ ਦੇਖੋ, ਮੈਂ ਸੋਚਦਾ ਸੀ ਕਿ ਸਿਹਤ ਵਿਭਾਗ ਦੇ ਕਿੰਨੇ ਮੁਲਾਜ਼ਮ ਨੇ, ਫਾਰਮਾਸਿਸਟ ਨੇ, ਨਰਸ ਬੀਬੀਆਂ ਨੇ, ਹੋਰ ਦਰਜਾ 4, 3, 2 ਕਰਮਚਾਰੀ ਆਫਿਸਰ ਨੇ, ਜਿਹੜੇ ਸਾਰੇ ਬੰਦੇ ਇਹ ਸੋਚਦੇ ਸੀ ਕਿ ਭਾਈ ਨਵੀਂ ਸਰਕਾਰ ਆਈ ਹੈ, ਨਵੇਂ ਮਿਨਿਸਟਰ ਨੇ, ਖੁਦ ਡਾਕਟਰ ਨੇ, ਕਿੱਤੇ ਦੀਆਂ ਔਕੜਾਂ ਤੋਂ ਜਾਣੂ ਨੇ, ਪਰ ਉਹ ਡਾਕਟਰ ਸਾਹਿਬ ਜੇ ਇਹ ਲਾਏ ਗਿਆ ਦੋਸ਼ ਸੱਚ ਨੇ, ਜਿਹਦੇ ਕਰਕੇ ਬੰਦਾ ਬਰਖਾਸਤ ਕਰਕੇ ਉਹ ਮਾਰਿਆ, ਜਿਹਦਾ ਮੱਖਣ ਚੋਂ ਵਾਲ ਕੱਢ ਕੇ ਬਾਹਰ ਮਾਰੀਦਾ, ਸੰਧਾਲੀਆ ਸਾਹਿਬ ਉਹਨਾਂ ਨੂੰ ਤਾਂ ਸ਼ਾਇਦ ਚੇਤਾ ਵੀ ਨਹੀਂ ਹੋਣਾ ਕਿ ਮੇਰੇ ਵਿਭਾਗ ਦੇ ਵਿੱਚ ਕਈ ਬੰਦੇ 7-7 ਹਜ਼ਾਰ ਤੇ ਕੰਮ ਕਰਦੇ ਆ, ਕਈ ਬੰਦੇ 8-8 ਹਜ਼ਾਰ ਤੇ ਕੰਮ ਕਰਦੇ ਆ, ਕਈ ਡਾਕਟਰ ਇੱਕੋ ਹੀ ਡਾਕਟਰ 3-3 ਹਸਪਤਾਲਾਂ ਦੇ ਵਿੱਚ ਡਿਊਟੀ ਕਰਦਾ ਹੈ। ਜਿਹੜੇ ਬੰਦੇ ਨੂੰ ਇਹ ਚਿੰਤਾ ਕਿ ਮੈਨੂੰ 1% ਮਿਲੇ, 2% ਮਿਲੇ ਕਿ 8% ਮਿਲੇ, ਉਸ ਬੰਦੇ ਨੇ ਕੀ ਚਿੰਤਾ ਕਰਨੀ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਨੇੜਲੀਆਂ ਸਰਕਾਰੀ ਡਿਸਪੈਂਸਰੀਆਂ 'ਚ ਦਵਾਈ ਮਿਲਦੀ ਹੈ? ਉਸ ਬੰਦੇ ਨੇ ਕੀ ਚਿੰਤਾ ਕਰਨੀ ਹੈ ਕਿ ਕਿਹੜੇ ਹਸਪਤਾਲ ਦੇ ਵਿੱਚ ਸਕੈਨਿੰਗ ਮਸ਼ੀਨ ਹੈਗੀ ਹੈ? ਉਸ ਬੰਦੇ ਨੇ ਕੀ ਚਿੰਤਾ ਕਰਨੀ ਹੈ ਕਿ ਭਾਈ ਮੁਹੱਲਾ ਕਲੀਨਿਕ ਦੇ ਵਿੱਚ ਮੈਂ ਆਮ ਲੋਕਾਂ ਨੂੰ ਕਿੱਦਾਂ ਦੀ ਫੈਸਿਲਿਟੀ ਦੇਣੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੁੱਟ-ਖਸੁੱਟ ਖਤਮ ਹੋਵੇ? ਵੈਸੇ ਵੀ ਕਿੱਡਾ ਵੱਡਾ ਨੈਕਸਸ ਚੱਲਦਾ ਕਿ ਸਰਕਾਰੀ ਹਸਪਤਾਲ 'ਚ ਦਿਓ ਕੁਛ ਨਾ, ਲੋਕ ਮਜਬੂਰ ਹੋ ਕੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਣ, ਉੱਥੇ ਜਾ ਕੇ ਵਡਾਂਗਾ ਹੋਵੇ। ਤਾਂ ਜਿਹੜਾ ਬੰਦਾ ਪਹਿਲਾਂ ਪ੍ਰਾਈਵੇਟ ਪ੍ਰੈਕਟਿਸ ਕਰਦਾ ਆਇਆ, ਅਸੀਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ, ਉਹਨੇ ਫਿਰ ਸਰਕਾਰੀ ਹਸਪਤਾਲਾਂ ਦੀ ਜੂਨ ਕਿੰਨੀ ਕੁ ਸੁਧਾਰਨੀ ਸੀ। ਪਰ ਕਹਿੰਦੇ ਹੁੰਦੇ ਨਾ ਕਿ ਰੱਬ ਤੋਂ ਡਰੀਏ ਭਾਈ, ਹੁਣ ਰੰਗ ਕਰਤਾਰ ਦੇ ਦੇਖਣੇ ਚਾਹੀਦੇ ਹੈ ਕਿ ਬੰਦਾ ਜਦੋਂ ਸਵੇਰੇ ਉੱਠਿਆ ਤਾਂ ਮੰਤਰੀ ਸੀ, ਬਾਹਰ ਸਰਕਾਰੀ ਗੱਡੀ ਖੜੀ ਸੀ, ਗਨਮੈਨ ਖੜੇ ਸੀ, ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਜਗ੍ਹਾ ਦੇ ਉੱਤੇ ਮਾੜਾ ਜਿਹਾ ਝੁਕਣਾ ਸੀ ਤੇ ਗਲ ਦੇ ਵਿੱਚ ਹਾਰ ਪੈਣੇ ਸੀ, ਰੀਬਨ ਕੱਟਣੇ ਸੀ, ਟਰੋਫੀਆਂ ਵੰਡਣੀਆਂ ਸੀ, ਨਿਯੁਕਤੀ ਪੱਤਰ ਦੇਣੇ ਸੀ, ਨੀਂਹ ਪੱਥਰ ਰੱਖਣੇ ਸੀ। ਉਹੀ ਬੰਦਾ 4 ਕੁ ਪੁਲਿਸ ਵਾਲੇ ਧੂਈ ਲੈ ਜਾਂਦੇ ਸੀ, ਕਹਿੰਦੇ ਮੈਂ ਨਿਰਦੋਸ਼ ਹਾਂ ਜੀ, ਮੈਂ ਨਿਰਦੋਸ਼ ਹਾਂ ਜੀ, ਸਾਨੂੰ ਮੇਰੀ ਪਾਰਟੀ ਨੂੰ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਬੰਦਾ ਪੁੱਛੇ ਵੀ ਪਾਰਟੀ ਨੂੰ ਸਰਕਾਰ ਨੂੰ ਬਦਨਾਮ ਤਾਂ ਕਰੀਏ ਵੀ ਜੇ ਵਿਰੋਧੀਆਂ ਫੜਿਆ ਹੋਵੇ, ਤੇ ਜੇ ਮਾਲਕੋ ਤੁਹਾਡੇ ਆਪਣੇ ਮੁੱਖ ਮੰਤਰੀ ਸਾਹਿਬ, ਤੁਹਾਡੇ ਆਪਣੀ ਪਾਰਟੀ ਦੇ ਬੰਦੇ ਜਿਹੜੇ ਨੇ ਉਹਨਾਂ ਨੇ ਇਹ ਕੰਮ ਕੀਤਾ, ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਵੀ ਅਸੀਂ ਕੀ ਕਰਨਾ। ਦੂਜਾ, ਮੈਂ ਸੋਸ਼ਲ ਮੀਡੀਆ 'ਤੇ ਜਦੋਂ ਇਹ ਸਾਰਾ ਕੁਝ ਚੱਲਦਾ ਸੀ, ਕਿਉਂਕਿ ਆਪਣੇ ਵਾਲੇ ਹਿਸਾਬ ਤਾਂ ਵੀ ਵਾਹਵਾ ਟਾਈਮ ਨਾਲ ਆਉਣ ਲੱਗ ਪੈਂਦੇ ਆ, 15 ਅਗਸਤ ਨੂੰ 75 ਜਿਹੜੇ ਸਿਹਤ ਕੇਂਦਰ ਸੀ ਜਾਂ ਕਹਿ ਲਓ ਮੁਹੱਲਾ ਕਲੀਨਿਕ ਸੀ, ਉਹਨਾਂ ਦੀ ਸ਼ੁਰੂਆਤ ਹੋਣੀ ਸੀ। ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਸੀ, PWD ਮਹਿਕਮੇ ਨੂੰ ਸੱਦ ਕੇ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਭਾਈ ਪ੍ਰਬੰਧ ਕਰੋ। ਹੁਣ ਜੋ ਵੀ ਉੱਥੇ ਹਿਸਾਬ ਕਿਤਾਬ ਲੱਗਣਾ ਸੀ, ਉੱਥੇ ਇੱਕ ਬੰਦੇ ਨੇ ਕੈਲਕੂਲੇਸ਼ਨ ਜੀ ਲਿਖੀ ਵੀ ਕਹਿੰਦੇ ਬਹੁਤਾ ਕੁਛ ਨਾ ਹੋਵੇ ਜੀ, ਇੱਕ ਮੁਹੱਲਾ ਕਲੀਨਿਕ ਮਗਰ ਲੱਖ ਰੁਪਈਆ ਹੀ ਪਹੁੰਚਦਾ ਕਰ ਦਿਓ, ਤੇ 15 ਅਗਸਤ ਤੱਕ ਹੀ 75 ਲੱਖ ਅੰਦਰ ਹੋ ਜਾਣਾ ਸੀ। 75 ਲੱਖ ਰੁਪਈਆ, ਪੌਣਾ ਕਰੋੜ ਮਤਲਬ ਸਿਰਫ 15 ਅਗਸਤ ਤੱਕ। ਬਾਕੀ ਉਦੋਂ ਗਾਂਹ ਦੇਖ ਲਾਂਗੇ, ਕਿਉਂਕਿ ਮੁਹੱਲਾ ਕਲੀਨਿਕ ਤੇ 117 ਹਲਕਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬਣਨੇ ਆ। ਇਹ ਤਾਂ ਹੋ ਗਈ ਲੋਕਾਂ ਦੀ ਕੈਲਕੂਲੇਸ਼ਨ, ਤੇ ਮੈਂ ਤਾਂ ਅੰਦਾਜ਼ਾ ਲਾਉਂਦਾ ਸੀ ਵੀ ਇਹ ਸਾਰੇ ਕੁਛ ਦੀ ਗੱਲ ਕੋਈ ਨਹੀਂ ਕਰ ਰਿਹਾ, ਵਿਰੋਧੀ ਧਿਰਾਂ ਦੀਆਂ ਗੱਲਾਂ ਕੁਛ ਹੋਰ ਨੇ। ਸੰਧਾਲੀਆ ਸਾਹਿਬ ਕਹਿੰਦੇ ਕੀ ਆ ਕਿ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਵੀ ਸੌਦਾ ਪੱਤਾ ਹੋਣਾ ਸੀ, ਉੱਥੇ ਸਮਾਨ ਖਰੀਦਣਾ, ਉਹਦੇ ਵਿੱਚੋਂ ਵੀ ਕੁਛ ਨਾ ਕੁਛ ਹੋ ਜਾਣਾ ਸੀ। ਕਈ ਭਰਤੀਆਂ ਕਹਿੰਦੇ ਸਿੱਧੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪ੍ਰਮੋਸ਼ਨਾਂ ਉਹਦੇ ਵਿੱਚੋਂ ਵੀ ਕਈ ਕੁਛ ਹੋ ਜਾਣਾ ਸੀ। ਬਾਕੀ ਮੰਤਰੀ ਚੱਜ ਦੇ ਹੋਣੇ ਚਾਹੀਦੇ ਨੇ, ਤੇ 26, 25, 24 ਪਤਾ ਨਹੀਂ ਹਸਪਤਾਲਾਂ ਦੇ ਵਿੱਚ ਕਿੰਨੀਆਂ ਕਿ ਕਈ ਕੁਛ ਕੀ ਬਣਦਾ ਹੁੰਦਾ, ਤੇ ਕਈ ਇਲਾਕੇ ਤਾਂ ਐਸੇ ਹੁੰਦੇ ਆ ਜਿਹੜੇ ਲੜਾਈਆਂ ਘਲਾਈਆਂ ਲਈ ਬਦਨਾਮ ਹੁੰਦੇ ਆ। ਉੱਥੇ ਜਿਹਦੀ ਡਿਊਟੀ ਲੱਗ ਜਾਵੇ ਉਹਨੂੰ ਤਾਂ ਫਿਰ ਰੁਪਈਆ ਵੀ ਕਹਿੰਦੇ ਉੱਪਰੋਂ ਥੱਲੇ ਟਕ ਲਾਉਣ ਦੇ ਵਾਹਵਾ ਬਣਦੇ, ਕਹਿੰਦੇ ਆ, ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਹਾਣੀ ਹੋਣੀ ਸੀ। ਮੈਂ ਇੱਕ ਗੱਲ ਕਰ ਜਾ, ਫਿਰ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਕੋਲ ਚੱਲਦੇ ਹਾਂ। ਨਹੀਂ, ਆਪਾਂ ਨਹੀਂ ਜਾਣਾ ਉਹਨਾਂ ਕੋਲੇ, ਉਹਨਾਂ ਦੇ ਬਿਆਨ ਦੀ ਗੱਲ ਕਰ, ਆਪਾਂ ਅਲਬਰਟਾ ਬੈਠੇ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਹਾਲਾਤ ਕੀ ਨੇ। ਹਾਲਾਤ ਇਹ ਨੇ ਕਿ ਪੰਜਾਬ ਦੇ ਲੋਕ, ਕੈਂਸਰ ਐਕਸਪ੍ਰੈਸ ਪੰਜਾਬ 'ਚੋਂ ਚੱਲਦੀ ਹੈ, ਇਹਦਾ ਮਤਲਬ ਕੋਈ ਧਿਆਨ ਨਹੀਂ। ਇਹਦੇ ਨਾਲ ਤੁਸੀਂ ਦੇਖੋ ਕਿ ਪੰਜਾਬ ਦੇ ਲੋਕ ਕਿੰਨੇ ਖੇਤੀਬਾੜੀ ਦਾ ਸੰਕਟ ਹੈ, ਰੁਜ਼ਗਾਰ ਮਿਲਦਾ ਨਹੀਂ, ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹੈ। ਐਨ ਉਸ ਵੇਲੇ ਜੇ ਕੈਬਨਿਟ ਦਾ 10% ਹਿੱਸਾ ਪੰਜਾਬ ਦਾ ਨਹੀਂ ਤੇ ਆਪਣੇ ਘਰ ਦਾ ਸੋਚਦਾ, ਤੇ ਫਿਰ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਲੀਡਰ ਅੰਨੇ ਭਗਤ ਬਣ ਕੇ ਨਹੀਂ ਲੱਗਣਾ ਕਿ ਭਾਈ ਉਹ ਸਾਡੀ ਪਾਰਟੀ ਦਾ ਸਾਡਾ ਲੀਡਰ ਹੈ। ਚੈੱਕ ਰੱਖੋ ਸੱਤਾਧਾਰੀ ਧਿਰ 'ਤੇ ਵੀ, ਵਿਰੋਧੀ ਧਿਰ ਦੇ ਉੱਤੇ ਵੀ, ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਸਟੈਪ ਚੰਗਾ ਕਿ ਅਗਲਿਆਂ ਨੇ ਮਾੜਾ ਜਿਹਾ ਘੱਟੋ ਘੱਟ ਇੰਨਾ ਕੁ ਕਦਮ ਤਾਂ ਚੱਕਿਆ। ਨਹੀਂ ਤਾਂ ਸਾਡੇ ਕੋਲੇ ਪੰਜਾਬ ਦੇ ਵਿੱਚ ਇੱਕ ਛੱਡ ਕੇ ਇੱਕ ਮੁੱਖ ਮੰਤਰੀ ਸੀ, ਕੈਪਟਨ ਸਾਹਿਬ। ਮਾਨ ਸਾਹਿਬ ਤੋਂ ਪਹਿਲਾਂ ਚੰਨੀ ਸਾਹਿਬ, ਉਹਨਾਂ ਤੋਂ ਪਹਿਲਾਂ ਕੈਪਟਨ ਸਾਹਿਬ। ਤੁਸੀਂ ਬਿਆਨ ਸੁਣਿਆ ਹੀ ਹੋਣਾ, ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ
ਇਹ ਜੀ ਐ ਹੋਣਾ ਚਾਹੀਦਾ, ਇਹ ਜੀ ਐ ਹੋਣਾ ਚਾਹੀਦਾ ਜੀ, ਐ ਹੋਣਾ ਚਾਹੀਦਾ। ਕੈਪਟਨ ਸਾਹਿਬ ਕਹਿੰਦੇ ਸੀ ਮੇਰੇ ਕਈ ਵਿਧਾਇਕ ਮੰਤਰੀ ਰੇਤਾ 'ਚੋਂ ਪੈਸੇ ਖਾਂਦੇ ਸੀ, ਮੈਂ ਫਾਈਲਾਂ ਬੀਬੀ ਸੋਨੀਆ ਗਾਂਧੀ ਨੂੰ ਦੇ ਆਇਆ। ਮੈਂ ਕਾਰਵਾਈ ਇਸ ਕਰਕੇ ਨਹੀਂ ਕੀਤੀ ਕਿ ਜੀ ਪਾਰਟੀ ਨੂੰ ਨੁਕਸਾਨ ਹੋਊਗਾ। ਪਾਰਟੀ ਨੂੰ ਨੁਕਸਾਨ ਤਾਂ ਹੁਣ ਇਧਰਲੇ ਪਾਸੇ ਵੀ ਹੋਊਗਾ। ਹੁਣ ਜਦੋਂ ਪਾਰਟੀ ਨੂੰ ਨੁਕਸਾਨ ਦੇਖਣਾ ਤਾਂ ਫਿਰ ਕੈਪਟਨ ਸਾਹਿਬ ਵਾਲੀ ਨੀਤੀ ਠੀਕ ਹੈ, ਜੇ ਪੰਜਾਬ ਨੂੰ ਨੁਕਸਾਨ ਦੇਖਣਾ, ਉਹਨੂੰ ਬਚਾਉਣਾ ਹੈ, ਫਿਰ ਭਗਵੰਤ ਮਾਨ ਹੋਰਾਂ ਵਾਲੀ ਨੀਤੀ ਠੀਕ ਹੈ। ਜੇ ਅੱਜ ਕਿਸੇ ਕਾਂਗਰਸ ਪਾਰਟੀ ਦੇ ਲੀਡਰ ਨੂੰ ਇਹ ਲੱਗਦਾ ਹੈ ਕਿ ਨਹੀਂ ਜੀ ਭਗਵੰਤ ਮਾਨ ਸਾਹਿਬ ਦੇ ਮਨ 'ਚ ਕੁਝ ਹੋਰ ਹੈ, ਜੇ ਲੱਗਦਾ ਹੈ ਤਾਂ ਫਿਰ ਭਾਈ ਠੋਕ ਕੇ ਪ੍ਰੈਸ ਕਾਨਫਰੰਸ ਕਰੋ, ਦਾਅਵਾ ਕਰੋ ਕਿ ਭਾਈ ਜਿਹੜੀਆਂ ਫਾਈਲਾਂ ਤੁਹਾਡੇ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਹੋਣਾ ਕੋਲ ਪਈਆਂ, ਜਿਹੜੀਆਂ ਕੈਪਟਨ ਸਾਹਿਬ ਕਹਿੰਦੇ ਮੈਂ ਦੇ ਕੇ ਆਇਆ, ਉਹ ਖਿਲਾਉਣੀਆਂ ਚਾਹੀਦੀਆਂ ਤਾਂ ਜੋ ਪਿਛਲੇ ਸਮੇਂ 'ਚ ਕੀ ਹੋਇਆ ਪਤਾ ਲੱਗੇ। ਆਹੀ ਤੇ ਉਹ ਘੁੰਡੀ ਆ। ਦੇਖੋ ਇਸੇ ਘੁੰਡੀ ਦੀ ਆਪਾਂ ਗੱਲ ਕਰਦੇ ਹਾਂ। ਵਿਰੋਧੀ ਤਰ੍ਹਾਂ ਦੇ ਬਿਆਨ ਆਏ, ਬਹੁਤਾ ਕਰਕੇ ਬਿਆਨ ਇਹ ਆਏ ਜੀ, ਉਹ ਕਹਿੰਦੇ ਕਿ ਇਹ ਤਾਂ ਜੀ ਇੱਕ ਤਰ੍ਹਾਂ ਦਾ ਡਰਾਮਾ ਜੀ, ਇੱਦਾਂ ਥੋੜ੍ਹਾ ਹੁੰਦਾ ਕਿਤੇ। ਕੁਛ ਦਾ ਕਹਿਣਾ ਸੀ ਜੀ ਨਹੀਂ ਜੀ ਨਹੀਂ, ਇਹ ਉਰੇ ਆਪਣੇ ਤੌਰ ਤੇ ਕਿੱਦਾਂ ਬੁੱਕਲ 'ਚ ਸਾਰਾ ਕੁਝ ਕਰ ਲਿਆ, ਤਾਂ CBI ਦੀ ਜਾਂਚ ਚਾਹੀਦੀ ਆ। CBI ਹੁਣ ਦੱਸੇ ਵੀ ਇਹਦੇ 'ਚ ਕੀ ਹੋਇਆ, ਹੈ ਨਾ। ਤੀਸਰੀ ਗੱਲ ਮੈਂ ਸੁਣੀ, ਉਹ ਕਹਿੰਦੇ ਜੀ ਕਿ ਆਈ ਥਿੰਕ ਤਰਨ ਚੁੱਗ ਸਾਹਿਬ ਦਾ ਬਿਆਨ ਸੀਗਾ BJP ਤੋਂ, ਉਹ ਕਹਿੰਦੇ ਮਾਨ ਸਾਹਿਬ ਇੱਦਾਂ ਕਿੱਦਾਂ, ਦਿੱਲੀ ਵਾਲਾ ਕਨੈਕਸ਼ਨ ਦੱਸੋ ਤੁਸੀਂ ਇਹਦੇ ਪਿੱਛੇ ਕੀ ਹੈ। ਫਿਰ ਦਿੱਲੀ ਵਾਲਾ ਕਨੈਕਸ਼ਨ ਉਹ ਕਹਿੰਦੇ ਵੀ ਤੁਹਾਡੀ ਸਰਕਾਰ ਨੂੰ ਤਾਂ ਚਲਾ ਹੀ ਕੇਜਰੀਵਾਲ ਸਾਹਿਬ ਰਹੇ ਆ, ਇਹ ਕੇਜਰੀਵਾਲ ਸਾਹਿਬ ਨੇ ਇਸ਼ਾਰੇ ਕੀਤੇ ਆ ਤੇ ਉਹਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ। ਹੁਣ ਇਹਨਾਂ ਤਿੰਨਾਂ ਹੀ ਬਿਆਨਾਂ ਨੂੰ ਜੇਕਰ ਆਪਾਂ ਇੱਕ ਪਾਸੇ ਰੱਖ ਲਈਏ ਵੀ CBI ਦੀ ਜਾਂਚ ਕਰਾਓ, ਭਗਵੰਤ ਮਾਨ ਡਰਾਮਾ ਕਰ ਰਿਹਾ, ਜਾਂ ਦਿੱਲੀੋਂ ਚੱਲਦੀ ਆ ਸਰਕਾਰ, ਜਾਂ ਇੱਥੋਂ ਚੱਲਦੀ ਉੱਥੋਂ ਚੱਲਦੀ ਆ, ਇਹਨਾਂ ਤਿੰਨਾਂ ਬਿਆਨਾਂ ਦੇ ਨਾਲ ਉਹ ਜਿਹੜੇ ਭਾਈ ਸਾਹਿਬ ਨੇ ਕਿਹਾ ਕਿ ਮਹਾਰਾਜ ਮੰਤਰੀ ਸਾਹਿਬ ਕਹਿੰਦੇ ਮੈਨੂੰ 1% ਦੇ ਦਿਓ, ਲੋਕਾਂ ਦੇ ਟੈਕਸ ਦਾ ਪੈਸਾ, ਉਹ ਬਚ ਜਾਣਾ ਸੀ, ਜਾਂ ਜਿਹੜਾ ਕੰਮ ਹੁਣ ਕੀਤਾ ਮਾਨ ਸਾਹਿਬ ਨੇ ਇਹਦੇ ਨਾਲ ਬਚਿਆ। ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ। ਮੈਂ ਹੈਰਾਨ ਹੁੰਨਾ, ਸੁਖਪਾਲ ਸਿੰਘ ਖਹਿਰਾ ਸਾਹਿਬ ਕਹਿੰਦੇ ਜੀ ਦਲੇਰੀ ਵਾਲਾ ਕੰਮ ਕੀਤਾ। ਠੀਕ ਹੈ, ਖਹਿਰਾ ਸਾਹਿਬ ਦੇ ਮਾਨ ਸਾਹਿਬ ਨਾਲ ਮਤਭੇਦ ਬੜੇ ਰਹੇ ਆ, ਇੱਕ ਪਾਰਟੀ 'ਚ ਰਹੇ ਆ, ਉਹ ਕਈ ਕੁਛ ਮਾਨ ਸਾਹਿਬ ਨੂੰ ਕਹਿੰਦੇ ਰਹੇ, ਪਰ ਜਿੱਥੇ ਕੋਈ ਕੰਮ ਕੀਤਾ ਤੇ ਉਹਨਾਂ ਨੇ ਦਲੇਰੀ ਸ਼ਬਦ ਜੇ ਵਰਤਿਆ ਤਾਂ ਚੰਗਾ। ਪਰ ਹੈਰਾਨੀ ਦੀ ਗੱਲ ਪਤਾ ਕੀ ਹੈ, ਹੈਰਾਨੀ ਦੀ ਗੱਲ ਹੈ ਕਿ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਦਾ ਵੀ ਬਿਆਨ ਆਇਆ। ਉਹ ਕਹਿੰਦੇ ਜੀ ਗੱਲ ਇੱਦਾਂ, ਇਹ ਅਸਲ 'ਚ ਇਮਾਨਦਾਰੀ ਦਾ ਨਹੀਂ, ਕਮਿਸ਼ਨ ਦੀ ਵੰਡ ਦਾ ਰੌਲਾ। ਉਹ ਕਹਿੰਦੇ ਜੀ ਦਿੱਲੀੋਂ ਬੰਦੇ ਆਏ ਆ, ਕਮਿਸ਼ਨ ਉਧਰਲੇ ਪਾਸੇ ਨੂੰ ਜਾਂਦਾ, ਇਹਨਾਂ ਨੇ ਕਿਤੇ ਸਿੱਧਾ ਕੰਮ ਖਿੱਚ ਲਿਆ ਹੋਣਾ ਤੇ ਇਹ ਰੌਲਾ ਪੈ ਗਿਆ। ਹੋ ਸਕਦਾ ਸੰਧਾਲੀਆ ਸਾਹਿਬ, ਅਸੀਂ ਕਿਸੇ ਗੱਲ ਤੋਂ ਇਨਕਾਰ ਥੋੜ੍ਹੀ ਕਰਦੇ ਹਾਂ, ਪਰ ਅਗਲਿਆਂ ਨੇ ਸਬੂਤ ਇਕੱਠਾ ਕਰਕੇ ਮੰਤਰੀ ਬਰਖਾਸਤ ਕਰਤਾ। ਜੇ ਤੁਹਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਹੈਗਾ ਕਿ ਦਿੱਲੀ ਵਾਲੇ ਨੇ 94 ਕਮਿਸ਼ਨ ਲਿਆ, ਤੁਸੀਂ ਪਬਲਿਕ ਡੋਮੇਨ ਦੇ ਵਿੱਚ ਰੱਖੋ। ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜਾ ਵੀ ਬੰਦਾ ਪੰਜਾਬ ਦਾ ਨਾਸ਼ ਕਰਨਾ ਚਾਹੁੰਦਾ, ਵਿਨਾਸ਼ ਕਰਨਾ ਚਾਹੁੰਦਾ ਹੈ, ਪੰਜਾਬ ਦੇ ਲੋਕਾਂ ਦੀ ਸੋਚਣ ਦੀ ਜਗ੍ਹਾ ਦੇ ਉੱਤੇ ਸਾਰਾ ਕੁਝ ਆਪਦੀ ਕੋਠੀ ਦੇ ਵਿੱਚ ਹੀ ਪਾਉਣਾ ਚਾਹੁੰਦਾ, ਉਹ ਬੰਦਾ ਸਾਹਮਣੇ ਆ ਜਾਣਾ ਚਾਹੀਦਾ। ਪਰ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਵੀ 5 ਸਾਲ MLA ਰਹੇ ਆ, ਆਖਰੀ ਸਮੇਂ ਤੇ ਆ ਕੇ ਕੈਬਨਿਟ ਮਿਨਿਸਟਰ ਵੀ ਬਣੇ ਆ। ਉਹ ਫਾਈਲਾਂ ਜਿਨ੍ਹਾਂ ਦੇ ਬਾਰੇ ਕੈਪਟਨ ਸਾਹਿਬ ਦਾ ਦਾਅਵਾ ਹੈ ਕਿ ਮੈਂ ਬੀਬੀ ਸੋਨੀਆ ਗਾਂਧੀ ਦੇ ਦਫ਼ਤਰ ਦੇ ਵਿੱਚ ਜਾ ਕੇ ਰੱਖੀਆਂ, ਉਹਨਾਂ ਨੂੰ ਦੱਸਿਆ ਕਿ ਤੁਹਾਡੇ ਬੰਦੇ ਆ ਦੇਖੋ ਕਰਦੇ ਕੀ ਹੈ, ਕਿਤੇ ਦਿੱਲੀ ਦਾ ਫੇਰਾ ਲੱਗੇ ਉਹ ਫਾਈਲਾਂ ਚੁਕਾ ਕੇ ਲਿਆਓ, ਨਹੀਂ ਤਾਂ ਕੈਪਟਨ ਸਾਹਿਬ ਨੂੰ ਬੇਨਤੀ ਕਰ ਦਿਓ ਜੀ ਅਸੀਂ ਨਹੀਂ ਕਰਦੇ ਇਹ ਕੰਮ, ਜਿਹੜੇ ਕਰਦੇ ਉਹਨਾਂ ਦਾ ਨਾਂ ਲਾਓ। ਸੋ ਕਹਿਣ ਤੋਂ ਭਾਵ ਇਹ ਆ ਜੀ ਕਿ ਵੀ ਇਹ ਜਿਹੜਾ ਫੈਸਲਾ ਆਇਆ, ਇਸ ਫੈਸਲੇ ਦੇ ਬਾਰੇ 'ਚ ਜਿੰਨੀ ਕਹਿ ਲਓ ਉਨੀ ਚਰਚਾ, ਤੇ ਸਾਰੀ ਚਰਚਾ ਜਿਹੜੀ ਆ, ਇਹ ਚਰਚਾ ਨੂੰ ਉਦੋਂ ਜਾ ਕੇ ਵਿਰਾਮ ਲੱਗਣਾ ਜਦੋਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਬਾਕੀ ਇਹ ਫਾਈਨਲ ਰਿਮਾਂਡ ਤੋਂ ਬਾਅਦ ਦੁਬਾਰਾ ਪੁਲਿਸ ਨੇ ਜਦੋਂ ਪੇਸ਼ ਕਰਨਾ ਸਿੰਗਲਾ ਸਾਹਿਬ ਨੂੰ, ਤੇ ਉਸ ਤੋਂ ਬਾਅਦ ਅਗਲੇ ਪਾਸਿਓਂ ਜਿਹੜੀ ਪਾਰਟੀ ਉਹ ਕੀ ਕਲੈਰੀਫਾਈ ਕਰਦੀ ਆ। ਗੱਲਾਂ ਆਪਾਂ ਕੁਛ ਹੋਰ ਵੀ ਕਰਨੀਆਂ, ਪਰ ਮੈਨੂੰ ਐਂ ਲੱਗਦਾ ਕਿ ਮਾੜਾ ਜਿਹਾ ਰੁਕ ਕੇ ਜਿਹੜਾ ਹੋਰ ਜਗ੍ਹਾ ਦਿਖਾਈਏ, ਕਿਉਂਕਿ ਐਡਮਿੰਟਨ ਤੋਂ ਅਲਬਰਟਾ ਦੇ ਵਿਚਾਲੇ ਹੋਈਏ, ਨਾਲੇ ਆਪਾਂ ਉਹਨੂੰ ਹੋਲੀਏ। ਐਡਮਿੰਟਨ ਤੋਂ ਕੈਲਗਰੀ ਦੇ ਵਿਚਾਲੇ ਅਲਬਰਟਾ ਸੂਬਾ, ਆ ਦੇਖੋ ਫਿਰ ਧੁੱਪ ਲੱਗ ਗਈ ਬੰਦੇ ਨੂੰ। ਬਰਖਾਸਤ ਕਰ ਦਿਓ। ਨਹੀਂ ਬਰਖਾਸਤ ਨਹੀਂ ਹੈ। ਦੇਖੋ ਮੌਸਮ ਦੀ ਤੁਹਾਨੂੰ ਦੱਸਦਾ ਇਹ ਗੱਲ, ਮੇਰੇ ਕੁਦਰਤੀ ਧਿਆਨ 'ਚ ਆ ਗਈ। ਸਾਡੇ ਇੱਥੇ ਆ ਗੱਲਾਂ ਕਰਦੇ ਤੁਸੀਂ ਕਈ ਵਾਰਾਂ ਦੇਖਿਆ ਹੋਣਾ ਝੜ ਹੋਇਆ, ਕਈ ਵਾਰਾਂ ਫਿਰ ਧੁੱਪ ਨਿਕਲ ਆਈ। ਸਾਨੂੰ ਰਸਤੇ 'ਚ ਆਉਂਦਿਆਂ ਨੂੰ ਮੀਂਹ ਪੈਂਦਾ ਸੀ ਤੇ ਫਿਰ ਕਹਿੰਦੇ ਨੇ ਮੀਂਹ ਨਹੀਂ ਗੜੇ ਆ, ਬਰਫ਼ ਬੜੀ ਹੈ ਨਾ, ਸ਼ੀਸ਼ਾ ਨਾ ਟੁੱਟ ਜਵੇ, ਧਿਆਨ ਨਾ ਜਾਇਓ। ਹੁਣ ਠੰਡੇ ਤੱਤੇ ਜਾ ਹੋਏ ਫਿਰਦੇ ਆ, 1.5-2 ਘੰਟੇ ਹੋ ਗਿਆ ਸਫ਼ਰ ਕਰਦਿਆਂ ਨੂੰ, ਅੱਗੇ ਸਫ਼ਰ ਕਰਨਾ, ਪਰ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਕੈਨੇਡਾ ਦਾ ਇਹ ਸੂਬਾ ਦਿਖਾ ਜ਼ਰੂਰ ਦਈਏ। 2 ਮਹੀਨੇ ਪਹਿਲਾਂ ਤੱਕ ਇੱਥੇ ਬਰਫ਼ ਸੀ ਜੀ, 4-5 ਮਹੀਨੇ ਬਰਫ਼ ਦੇ ਵਿੱਚ ਹੀ ਹੁੰਦਾ ਇਹ ਸੂਬਾ, ਤੇ 4 ਮਹੀਨਿਆਂ ਤੱਕ ਇੱਥੇ ਕੰਮ ਫੇਰ ਸ਼ੁਰੂ ਹੋ ਜਾਣਾ। ਗਰਮੀਆਂ ਸੋਹਣੀਆਂ ਹੁੰਦੀਆਂ, ਗਰਮੀਆਂ ਸੋਹਣ। ਕੱਲ ਤੁਹਾਨੂੰ ਐਡਮਿੰਟਨ ਆਪਾਂ ਸ਼ਹਿਰ ਦਿਖਾਤਾ ਸੀ, ਅੱਜ ਤੁਹਾਨੂੰ ਐਡਮਿੰਟਨ ਤੋਂ ਕੈਲਗਰੀ ਨੂੰ ਜਾਂਦਾ ਏਰੀਆ ਦਿਖਾਤਾ। ਬਾਕੀ ਹੁਣ ਅੱਗੇ ਫਿਰ ਜਿਹੜੀ ਜਗ੍ਹਾ ਸੋਹਣੀ ਆਈ ਆਪਾਂ ਉੱਥੇ ਬਾਕੀ ਰਹਿੰਦੀ ਗੱਲਬਾਤ ਉੱਥੇ ਕਰ ਲਾਂਗੇ। ਆਓ ਚੱਲੀਏ ਜੀ। ਲਓ ਜੀ, ਤੁਸੀਂ ਕਹਿਣਾ ਕਿ ਵੀ ਬੰਦੇ ਉਦੋਂ ਸੜਕ ਦੇ ਕੰਢੇ ਖਲੋਤੇ ਸੀ ਤੇ ਇੱਕ ਪਾਸੇ ਖੁੱਲੀਆਂ ਜਿਹੀਆਂ ਜ਼ਮੀਨਾਂ ਸੀਗੀਆਂ, ਤੇ ਹੁਣ ਇਹ ਜਿੱਥੇ ਬੈਠੇ ਆ ਇਹ ਕੋਈ ਘਰ ਜਿਹਾ ਲੱਗਦਾ। ਬੇਸਿਕਲੀ ਅਸੀਂ ਆਉਂਦੇ ਰਸਤੇ ਦੇ ਵਿੱਚ ਹੀ ਐਡਮਿੰਟਨ ਤੋਂ ਕੈਲਗਰੀ ਦੇ ਰਸਤੇ 'ਚ ਸਿਲਵਨ ਲੇਕ ਕਰਕੇ ਇਲਾਕਾ ਪੈਂਦਾ, ਤੇ ਉੱਥੇ ਅਸੀਂ ਰਸਤੇ 'ਚ ਰੁਕ ਗਏ। ਤੇ ਅਸੀਂ ਸੋਚਿਆ ਵੀ ਚਲੋ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇੱਥੇ ਤੁਹਾਡੇ ਨਾਲ ਕਰਕੇ
ਤੇ ਫਿਰ ਅੱਗੇ ਵਧਦੇ ਆ। ਤੇ ਆਪਾਂ WhatsApp ਸੀਗੇ ਵੀ ਸਿੰਗਲਾ ਸਾਹਿਬ ਦੀ ਚੂੜੀ ਤੇ ਉਧਰੋਂ ਮਾਨ ਸਾਹਿਬ ਨੇ ਟੈਟ ਕਰਤੀ ਤੇ ਗਾਂ ਉਹਨਾਂ ਨੇ ਇਹ ਵੀ ਇਸ਼ਾਰਾ ਕਰ ਦਿੱਤਾ ਵੀ ਭਾਈ ਜੇ ਕੋਈ ਹੋਰ ਵੀ ਇਧਰੋਂ ਉਧਰੋਂ ਢਿੱਲਾ ਜਾਪਦਾ ਜਾਂ ਕਿਸੇ ਨੂੰ ਅਜੇ ਵੀ ਲੱਗਦਾ ਵੀ ਯਾਰ ਕਿਹੜਾ ਕੋਈ ਵੇਂਦਾ ਹੀ ਜੀ, ਉਹ ਹੁਣ ਸਿੱਧੇ ਹੋ ਜਾਓ। ਨਹੀਂ, ਇਹ ਬਿਲਕੁਲ ਸਿੱਧਾ ਹੀ ਹੋ ਗਿਆ ਕੰਮ। ਤੇ ਨਾਲ ਹੁਣ ਇਹ ਵੀ ਚਰਚਾ ਚੱਲਦੀ ਹੈ ਕਿ ਹੋ ਸਕਦਾ ਕਿ ਸਿੰਗਲਾ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਵੀ ਐਨ ਕੱਢ ਕੇ ਬਾਹਰ ਮਾਰਿਆ ਜਾਵੇ। ਤੇ ਜੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਜਾਂ ਉਹਨਾਂ ਤੋਂ ਅਸਤੀਫਾ ਲਿਆ ਜਾਂਦਾ, ਕਿਉਂਕਿ ਜੇ ਪਾਰਟੀ ਚੋਂ ਕੱਢਿਆ ਜਾਂਦਾ ਫਿਰ ਉਹ ਵਿਧਾਇਕ ਰਹਿਣਗੇ। ਜੇ ਉਹਨਾਂ ਤੋਂ ਪਾਰਟੀ ਦੇ ਅੰਦਰ ਅਸਤੀਫਾ ਲਿਆ ਜਾਂਦਾ ਕਿ ਭਾਈ MLA-ਸ਼ਿਪ ਤੋਂ ਅਸਤੀਫਾ ਦਿਓ, ਬਾਅਦ ਵਿੱਚ ਪਾਰਟੀ ਚੋਂ ਕੱਢਿਆ ਜਾਂਦਾ ਜਾਂ ਕੁਝ ਵੀ ਕੀਤਾ ਜਾਂਦਾ, ਫਿਰ ਹੋ ਸਕਦਾ ਕਿ ਮਾਨਸਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਹੋ ਜਾਏ। ਤੇ ਜਦੋਂ ਜ਼ਿਮਨੀ ਚੋਣ ਦਾ ਰੌਲਾ ਪੈਂਦਾ ਤਾਂ ਫਿਰ ਕਈ ਬੰਦਿਆਂ ਨੇ ਕੋਸ਼ਿਸ਼ ਕਰਨੀ ਆ ਕਿ ਭਾਈ ਸਾਨੂੰ ਟਿਕਟਾਂ ਮਿਲ ਜਾਏ, ਕੁਛ ਹੋਰ ਹੋ ਜਾਏ। ਰੋਪੜ ਦੇ MLA ਨੇ ਐਡਵੋਕੇਟ ਦਿਨੇਸ਼ ਚੱਡਾ, ਉਹਨਾਂ ਨੇ ਮੰਗ ਕੀਤੀ, ਕਹਿੰਦੇ ਜੀ ਇਦਾਂ ਦੇ ਬੰਦਿਆਂ ਦੀ ਲੋੜ ਕੋਈ ਨਹੀਂ, ਪਾਰਟੀ ਨੂੰ ਫਾਇਦਾ ਹੋਵੇ ਨੁਕਸਾਨ ਹੋਵੇ, ਬੰਦਾ ਸਾਨੂੰ ਹੋਰ ਕਦੋਂ ਲੱਭਦਾ ਕਦੋਂ ਨਹੀਂ ਲੱਭਦਾ, ਪਰ ਇਦਾਂ ਦੇ ਬੰਦੇ ਟੋਲਰੇਟ ਨਹੀਂ ਕਰਨੇ ਚਾਹੀਦੇ। ਕਹਿੰਦੇ ਅਸੀਂ ਪਾਰਟੀ ਨੂੰ ਬੇਨਤੀ ਕਰਾਂਗੇ ਕਿ ਭਾਈ ਇਹਨਾਂ ਨੂੰ ਬਾਹਰ ਕੱਢੋ, ਅਸੀਂ ਰੱਖਣਾ ਹੀ ਕੋਈ ਨਹੀਂ ਇਦਾਂ ਦਾ। ਚਲੋ ਮੇਰਾ ਖਿਆਲ ਪਾਰਟੀ ਵਾਲੇ ਬਾਹਲੇ ਸਿਆਣੇ, ਉਹਨਾਂ ਨੂੰ ਜਿਆਦੀ ਇਸ ਗੱਲ ਦੀ ਸਮਝ ਹੈ। ਜੇ ਅਗਲੇ ਏਡਾ ਵੱਡਾ ਡਿਸੀਜਨ ਲੈ ਸਕਦੇ ਆ ਵੀ ਸਾਨੂੰ ਜੇ ਅਸੀਂ ਆਹ ਚੀਜ਼ ਨਸ਼ਰ ਕਰ ਦਾਂਗੇ ਤੇ ਇਹ ਇੱਕ ਤਰ੍ਹਾਂ ਨਾਲ ਉਹੀ ਗੱਲ ਹੋ ਗਈ ਨਾ ਵੀ ਆਪਣਾ ਝੱਗਾ ਚੁੱਕਣ ਵਾਲੀ ਗੱਲ ਹੀ ਹੋਊਗੀ। ਉਹ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ, ਅਸੀਂ ਕਰ ਦਿੰਦੇ ਆ, ਇਹਦਾ ਸਾਨੂੰ ਫਾਇਦਾ ਨੁਕਸਾਨ ਕੀ ਹੁੰਦਾ ਇਹ ਤਾਂ ਉਹਨਾਂ ਦੀ ਰਾਜਨੀਤੀ ਹੈ। ਬਾਕੀ ਖਬਰਾਂ ਵਾਲੇ ਪਾਸੇ ਮੋੜਾ ਕੱਟੀਏ ਤੇ ਸਿੱਧੂ ਸਾਹਿਬ ਦਾ ਮਸਲਾ ਯਾਦ ਆਉਂਦਾ, ਕਿਉਂਕਿ ਸਿੱਧੂ ਸਾਹਿਬ ਨੇ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਸੀ ਵੀ ਮੇਰੀ ਸਿਹਤ ਠੀਕ ਨਹੀਂ ਜੀ। ਦੇਖੋ ਹੁਣ ਅਦਾਲਤ ਨੇ ਸਜ਼ਾ ਦਿੱਤੀ ਆ, ਸਜ਼ਾ ਆ ਵੀ ਜੇਲ੍ਹ 'ਚ ਰਹਿਣਾ, ਜੇ ਜੇਲ੍ਹ 'ਚ ਰਹਿਣਾ ਤੇ ਜੇਲ੍ਹ ਵਾਲੀ ਰੋਟੀ ਖਾਣੀ ਪੈਣੀ। ਪਰ ਕਾਰਨ ਹੈ ਵੀ ਸਰੀਰ ਉਹਨਾਂ ਦਾ ਜਿਹੜਾ ਉਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਵੀ ਉਹ ਵਾਲੀ ਰੋਟੀ ਉਹ ਖਾ ਸਕਣ, ਤੇ ਡਾਈਟ ਪਲਾਨ ਆਪਣਾ ਉਹਨਾਂ ਨੇ ਮਨਜ਼ੂਰ ਕਰਾਉਣ ਦੀ ਗੱਲ ਕੀਤੀ ਸੀ। ਉਹਦੇ ਤੇ ਚਰਚਾਵਾਂ ਵੀ ਬਥੇਰੀਆਂ ਹੋਈਆਂ, ਪਰ ਹੁਣ ਗੱਲ ਇਹ ਹੈ ਵੀ ਜੇ ਬੰਦਾ ਬਿਮਾਰ ਆ ਤੇ ਉਹਨੂੰ ਭੁੱਖਿਆਂ ਥੋੜਾ ਮਾਰ ਦੇਣਾ। ਦੇਖੋ ਸੰਧਾਲੀਆ ਸਾਹਿਬ, ਇਹ ਤਾਂ ਹੁਣ ਦੇਖੋ ਮਾਣਯੋਗ ਅਦਾਲਤ ਨੇ ਦੇਖਣਾ ਹੈ, ਕਿਉਂਕਿ ਜਿਹੜੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਬੋਰਡ ਨੇ ਡਾਕਟਰਸ ਨੇ ਰਿਪੋਰਟ ਦਿੱਤੀ ਆ, ਉਹਦੇ ਵਿੱਚ ਤਾਂ ਕਹਿੰਦੇ ਕਿ 7 ਵਾਰੀ ਭੋਜਨ ਪਦਾਰਥ ਉਹਨਾਂ ਨੂੰ ਚਾਹੀਦੇ ਆ, ਕਿ ਨਾਰੀਅਲ ਪਾਣੀ ਉਹ ਪੀਣ, ਬਦਾਮ ਉਹ ਖਾਣ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਉਹਨਾਂ ਦੇ ਸਰੀਰ ਦੇ ਲਈ ਠੀਕ ਨੇ, ਬਿਮਾਰੀ ਤੋਂ ਉਹਨਾਂ ਨੂੰ ਮੁਕਤ ਰੱਖਣ ਦੇ ਲਈ, ਜਾਂ ਜਿਹੜੀ ਸਮੱਸਿਆ ਦੇ ਨਾਲ ਉਹ ਜੂਝਦੇ ਨੇ ਉਸ ਜੁਝਾਰੂ ਸ਼ਕਤੀ ਨੂੰ ਜਿਹੜੀ ਆ ਕਾਇਮ ਰੱਖਣ ਦੇ ਲਈ ਕਿ ਭਾਈ ਆਹ ਚੀਜ਼ਾਂ ਇਹਨਾਂ ਦੇ ਲਈ ਖਾਣੀਆਂ ਜ਼ਰੂਰੀ ਨੇ। ਹਾਂ, ਕਹਿੰਦੇ ਆ ਕਿ ਸਿੱਧੂ ਸਾਹਿਬ ਕਹਿੰਦੇ ਸੀ ਕਣਕ ਤੋਂ ਅਲਰਜੀ ਹੈ, ਪਰ ਉਹਨਾਂ ਨੇ ਕਿਹਾ ਕਿ ਅਲਰਜੀ ਤਾਂ ਸ਼ਾਇਦ ਨਹੀਂ, ਪਰ ਕਣਕ ਦੀ ਇੱਕ ਰੋਟੀ ਤੋਂ ਵੱਧ ਇਹਨਾਂ ਨੂੰ ਖਾਣ ਨੂੰ ਦਿੱਤੀ ਨਹੀਂ ਜਾ ਸਕਦੀ। ਬਾਕੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਲਿਸਟ ਦੇਤੀ ਆ ਕਿ ਭਾਈ ਆਹ ਚੀਜ਼ਾਂ ਜੇ ਨਵਜੋਤ ਸਿੰਘ ਸਿੱਧੂ ਹੋਰੀ ਖਾਂਦੇ ਆ, ਐਕਸਰਸਾਈਜ਼ 35-40 ਮਿੰਟ ਰੋਜ਼ ਕਰਦੇ ਆ ਤੇ ਬਾਰ-ਬਾਰ ਖਾਂਦੇ ਆ, ਥੋੜੀ ਮਾਤਰਾ 'ਚ ਖਾਂਦੇ ਆ, ਫਿਰ ਉਹਨਾਂ ਦੇ ਸਰੀਰ ਲਈ ਫਿੱਟ ਆ, ਅਦਰਵਾਈਜ਼ ਨਹੀਂ। ਚਲੋ ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਵੀ ਪਹਿਲਾਂ ਵੀ ਕੰਮ ਕੰਪਲਿਕੇਟਡ ਸੀਗਾ, ਹੁਣ ਵੀ ਕੰਮ ਕੰਪਲਿਕੇਟਡ ਹੈ, ਕਿਉਂਕਿ ਸਾਰਾ ਮਾਮਲਾ ਜਿਹੜਾ ਅਦਾਲਤ 'ਚ ਹੈ ਜੀ। ਹੁਣ ਅਦਾਲਤ ਨੇ ਦੋ ਤਰ੍ਹਾਂ ਦਾ ਫੈਸਲਾ ਲੈਣਾ, ਇੱਕ ਤੇ ਫੈਸਲਾ ਇਹ ਕਿ ਵੀ ਉਹਨਾਂ ਨੇ ਜੇ ਜੇਲ੍ਹ 'ਚ ਰਹਿਣਾ ਤੇ ਉਹਨਾਂ ਨੇ ਖਾਣਾ ਪੀਣਾ ਕੀ ਹੈ, ਦੂਸਰੀ ਉਹ ਕਿਊਰੇਟਿਵ ਪਟੀਸ਼ਨ ਹੈ ਜਿਹੜੀ ਉਹਨਾਂ ਨੇ ਪਾਉਣੀ ਹੈ, ਤੇ ਉਸ ਤੋਂ ਬਾਅਦ ਅਦਾਲਤ ਨੇ ਉਹਦੇ ਤੇ ਫੈਸਲਾ ਦੇਣਾ ਵੀ ਇਹ ਜਿਹੜੀ ਸਜ਼ਾ ਹੈ ਇਹਨੂੰ ਦੁਬਾਰਾ ਆਪਣੇ ਫੈਸਲੇ ਤੇ ਅਦਾਲਤ ਮੁੜ ਵਿਚਾਰ ਕਰਦੀ ਹੈ ਜਾਂ ਨਹੀਂ ਕਰਦੀ। ਆਹ ਦੇਖੋ ਜੀ, ਕਾਂ ਹੀ ਬੋਲਿਆ ਜੀ ਕੈਨੇਡਾ 'ਚ, ਇਹ ਦੇਖੋ ਆਵਾਜ਼ ਕਾਂ ਵਰਗੀ ਆ, ਬੋਲਿਆ ਕੀ ਆ ਇਹ ਨਹੀਂ ਸਾਨੂੰ ਪਤਾ, ਪਰ ਸਾਨੂੰ ਕਾਂ ਲੱਗਦਾ, ਸਾਨੂੰ ਮੱਲ ਲੱਗਦਾ, ਸਾਨੂੰ ਲੱਗਦਾ ਆਵਾਜ਼ ਜਿਹੜੀ ਉਹ ਸਿਆਣੀ ਜੀ ਲੱਗਦੀ ਵੀ ਜਿਵੇਂ ਅੱਜ ਬੋਲਿਆ ਬਨੇਰੇ ਉੱਤੇ ਕਾਂ। ਜਿੱਥੇ ਪਹਿਲਾਂ ਖੇਤਾਂ 'ਚ ਖੜੇ ਸੀ ਹਵਾ ਬੜੀ ਵਗਦੀ ਸੀ ਭਾ, ਕਿਉਂਕਿ ਦਰਖਤ ਬਹੁਤੇ ਹੈ ਕੋਈ ਨਹੀਂ, ਇੱਥੇ ਅੜਿੱਕਾ ਜਿਹਾ ਆ, ਇੱਥੇ ਫਿਰ ਜਟਕਾਂ ਲਾਤੀਆਂ ਆਪਾਂ। ਆਹੋ ਇਹ ਵੀ ਦੱਸ ਦਈਏ ਵੀ ਤੁਸੀਂ ਕਹਿਣਾ ਯਾਰ ਹੁਣੇ ਜੈਕਟ ਪਾਈ ਫਿਰਦੇ, ਹੁਣੇ ਜੈਕਟ ਤੋਂ ਬਾਹਰ ਹੋਏ ਫਿਰਦੇ ਆ। ਇਹ ਅੱਗੇ ਵੀ ਤੁਹਾਨੂੰ ਦੱਸਿਆ ਸੀ ਵੀ ਉੱਥੇ ਰਸਤੇ 'ਚ ਆਉਂਦੇ ਸੀ, ਗੜੇ ਵੀ ਪਏ, ਮੀਂਹ ਵੀ ਪਿਆ, ਫੇਰ ਧੁੱਪ ਲੱਗੀ, ਉੱਥੇ ਹਵਾ ਠੰਡੀ ਸੀ, ਇੱਥੇ ਹੁਣ ਆਏ ਆ ਤੇ ਇੱਥੇ ਧੁੱਪ ਚੰਗੀ ਆ। ਤੇ ਇਹ ਵੀ ਹੋ ਸਕਦਾ ਪ੍ਰੋਗਰਾਮ ਕਰਦੇ ਕਰਦੇ ਬੂਟ ਚੱਕ ਕੇ ਭੱਜਣਾ ਪਵੇ ਆਪਾਂ ਨੂੰ ਕਿ ਭਾਈ ਮੀਂਹ ਫੇ ਆ ਗਿਆ, ਕੋਈ ਵੱਡੀ ਗੱਲ ਨਹੀਂ ਹੈ, ਕੋਈ ਵੱਡੀ ਗੱਲ। ਅੱਛਾ ਸੰਧਾਲੀਆ ਸਾਹਿਬ, ਥੋੜਾ ਜਿਹਾ ਆਪਾਂ ਅਗਲੇ ਪਾਸੇ ਨੂੰ ਚੱਲੀਏ ਤਾਂ ਇੱਕ ਮਸਲਾ ਜਿਹੜਾ ਹੋਰ ਬਹੁਤ ਜ਼ਿਆਦਾ ਵਿਚਾਰਨ ਵਾਲਾ ਉਹ ਹੈਗਾ ਕਿ ਜੇ ਹੁਣ ਸਿਹਤ ਮੰਤਰੀ ਸਾਹਿਬ ਦੀ ਛੁੱਟੀ ਕਰਤੀ ਹੈ, ਬੰਦੇ ਰੱਖਣੇ 18 ਸਮੇਤ ਮੁੱਖ ਮੰਤਰੀ, ਪਹਿਲਾਂ ਖਾਲੀ ਸੀ ਪੋਸਟਾਂ 7, ਸਿੰਗਲਾ ਸਾਹਿਬ ਚਲੇ ਗਏ, ਮੰਤਰੀ ਮੰਡਲ 'ਚ ਪੋਸਟਾਂ ਖਾਲੀ ਹੋ ਗਈਆਂ 8, ਤੇ ਬਹੁਤੀ ਸੰਭਾਵਨਾ ਹੈ ਕਿ ਜੇ ਅਗਸਤ ਮਹੀਨੇ ਦੇ ਵਿੱਚ 75 ਮਹੱਲਾ ਕਲੀਨਿਕ ਖੋਲ ਕੇ ਪੰਜਾਬ ਦੇ ਵਿੱਚ ਬੱਲੇ ਬੱਲੇ ਸਰਕਾਰ ਨੇ ਕਰਾਉਣੀ ਹੈ, ਸਿਹਤ ਮੰਤਰੀ ਚਾਹੀਦਾ ਪ੍ਰੋਜੈਕਟ ਦੇਖੇ, ਮਹੱਲਾ ਕਲੀਨਿਕ ਚੰਗੀ ਤਰ੍ਹਾਂ ਚੱਲਣ, ਕਿਹੜੇ ਡਾਕਟਰ, ਕਿਹੜੀਆਂ ਨਰਸਿਸ, ਕਿਹੜੇ ਸਹਾਇਕ ਬੰਦੇ ਉੱਥੇ ਚਾਹੀਦੇ ਆ, ਦਵਾਈਆਂ ਦਾ ਹਿਸਾਬ ਕਿਤਾਬ ਕਿਹਨੇ ਰੱਖਣਾ ਹੈ, ਉਹ ਸਾਰੇ ਕੁਝ ਦੇ ਲਈ ਹੁਣ ਜੇ ਸਿਹਤ ਮੰਤਰੀ ਚਾਹੀਦਾ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮਹਿਕਮਾ ਆਪਣੇ ਕੋਲ ਰੱਖਣਗੇ ਜਾਂ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਊਗਾ? ਤੇ ਜੇ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਊਗਾ ਤਾਂ ਕੀ 8 ਦੇ 8 ਮੰਤਰੀ ਇੱਕੋ ਹੀ ਗੇੜ 'ਚ ਬਣਾ ਲਏ ਜਾਣਗੇ ਜਾਂ 4 ਹੁਣ ਤੇ 4 ਬਾਅਦ 'ਚ ਬਣਾਏ ਜਾਣਗੇ? ਪਰ ਇੰਨੀ ਚਰਚਾ ਚੱਲਦੀ ਹੈ ਕਿ ਇੱਕ ਵਾਰੀ ਫੇਰ ਜਿਹੜੇ ਪਿਛਲੀ ਵਾਰ ਜਿੱਤੇ ਹੋਏ 10 MLA ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਕੋਸ਼ਿਸ਼ ਕਰਨੀ ਸ਼ੁਰੂ ਕਰਤੀ ਹੈ ਕਿ ਦੇਖੋ ਜੀ ਪੁਰਾਣੇ ਪਾਰਟੀ ਨਾਲ ਜੁੜੇ ਆ, ਲੋਕਾਂ ਨੂੰ ਯਕੀਨ ਵਿਸ਼ਵਾਸ ਸੀ ਤਾਂ ਦੂਜੀ ਵਾਰੀ ਜਿਤਾਇਆ, ਚਲੋ ਪਹਿਲੇ ਗੇੜ ਦੇ ਵਿੱਚ ਮੰਤਰੀ ਤੁਸੀਂ ਨਹੀਂ ਬਣਾਇਆ, ਕੋਈ ਗੱਲ ਨਹੀਂ ਐਤਕੀ ਦੇਖ ਲਓ।
ਹਾਂਜੀ, ਗੱਲ ਹੈਗੀ ਹੈ, ਹਰੇਕ ਨੂੰ ਆਸ ਬਾਈਦੀ ਆ। ਜੀ। ਮੈਨੂੰ ਲੱਗਦਾ ਵੀ ਆਸ ਦੇ ਨਾਲ ਜ਼ਿੰਮੇਵਾਰੀ ਵੀ ਬਾਕੀਆਂ ਦੇ ਸਿਰ ਦੇ ਉੱਪਰ ਥੋੜੀ ਜਿਹੀ ਹੋਰ ਭਾਰੀ ਹੋ ਜਾਣੀ ਹੈ, ਕਿਉਂਕਿ ਇੱਕ ਗੱਲ ਤੇ ਇਹ ਆ ਵੀ ਇੰਨੇ ਕੁ ਦਿਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਜਿਹੜੇ ਬੰਦੇ ਉਹ, ਕਿਉਂਕਿ ਸਿੱਧੂ ਸਾਹਿਬ ਨੇ ਉਹ ਗੱਲ ਚਲਾਈ ਸੀ ਨਾ 75-25 ਵਾਲੀ, ਜੀ, ਵੀ ਉਹ 75 ਆ ਕਿ 25 ਆ, 80 ਆ ਕਿ 20 ਆ, ਪਹਿਲਾਂ ਕਿਸੇ ਨੂੰ 80 ਦੇਣੇ ਆ ਕਿ 20 ਦੇਣੇ ਆ, 75 ਦੇਣੇ ਕਿ 25 ਦੇਣੇ, ਜਾਂ ਫਿਰ ਵਿੱਚੋਂ ਜਦੋਂ ਇਹ ਵੀ ਚਰਚਾ ਚੱਲ ਪਈ ਸੀ ਉਹ ਕਹਿੰਦੇ ਨਹੀਂ ਇਦਾਂ ਨਹੀਂ, ਹੁਣ ਕਹਿੰਦੇ 60-20-20 ਕਰਨਾ ਪੈਣਾ। ਅੱਛਾ, ਉਹ ਕਿਦਾਂ? ਮਤਲਬ ਵੀ 60 ਤੇ ਫਿਰ 20-20-20। ਅੱਛਾ, ਤਾਂ ਤੱਕ ਹਾਂ, ਮਤਲਬ ਵੀ ਉਹ ਕਿਉਂਕਿ ਕਾਰਨ ਹੈ ਵੀ ਹੁਣ ਪਾਰਟੀਆਂ ਇੰਨੀਆਂ ਹੋ ਗਈਆਂ, ਹੁਣ ਪਤਾ ਨਹੀਂ ਵੀ ਉਹ ਚਰਚਾਵਾਂ ਇਹ ਦੇਖੋ ਸੋਸ਼ਲ ਮੀਡੀਆ ਦੀ ਚਰਚਾ ਤਾਂ ਕਿਸੇ ਦਾ ਕਿਹੜਾ ਮੂੰਹ ਫੜ ਲੈਣਾ। ਨਹੀਂ ਨਹੀਂ ਜੀ, ਹੁਣ ਉਹਦੇ ਸੱਚ ਝੂਠ ਕੀ ਹੈ ਤੇ ਸਰਕਾਰ ਜਾਣੇ, ਪਰ ਇਹਨਾਂ ਵੀ ਇਸ ਛੁੱਟੀ ਤੋਂ ਬਾਅਦ ਬਾਕੀਆਂ ਨੂੰ ਫਿਕਰ ਹੋ ਗਿਆ। ਇਹ ਗੱਲ ਤੁਹਾਡੀ ਠੀਕ ਹੈ ਵੀ ਹੁਣ ਬਹੁਤਿਆਂ ਨੂੰ ਆਸ ਹੋ ਗਈ ਵੀ ਮੈਂ ਹੁਣ ਬੀਬਾ ਰਾਣਾ ਜਿਹਾ ਬਣ ਕੇ 4 ਦਿਨ ਮਿਲਾਂ, ਹਾਂ, ਵੀ ਸ਼ੈਂਤ ਦਾ ਮਾਮਲਾ ਕਿਤੇ ਨਜ਼ਰੀ ਚੜਾਂ, ਕਿਤੇ ਗੱਡੀ, ਕਿਤੇ ਘੁੱਗੂ, ਕਿਤੇ ਕੁਰਸੀ, ਅਮਲਾ ਫੈਲਾ, ਲੋਕਾਂ ਦੇ ਸਲੂਟ ਕਿਸੇ ਪਾਸੇ ਆਉਣ, ਕਿੱਥੇ ਐਮਐਲਏ ਨੇ ਮੰਤਰੀ ਕੋ ਜਾ ਕੇ ਕੰਮ ਕਰਾਉਣੇ ਆ, ਕਿੱਥੇ ਐਮਐਲਏ ਨੇ ਆ ਕੇ ਕਹਿਣਾ ਕੰਮ ਸਾਡਾ ਮਾੜਾ ਮੋਟਾ ਕਰ ਦਿਓ ਜੀ। ਇੱਕ ਸੰਧਾਲੀਆ ਸਾਹਿਬ ਇੱਥੇ ਮਸਲਾ ਵਿਚਾਰ ਲਈਏ। ਹੁਣ ਕਹਿੰਦੇ ਆ ਕਿ ਹਾਲਾਤ ਇਹ ਬਣ ਗਏ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਚੰਗੇ ਤਰੀਕੇ ਧਿਆਨ ਰੱਖਣਾ ਪਊਗਾ ਕਿ ਗੱਲ ਕਿੱਧਰਲੇ ਪਾਸੇ ਨੂੰ ਜਾਂਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਮੰਤਰੀ ਮੰਡਲ ਦੇ ਵਿੱਚੋਂ ਮੰਤਰੀ ਕੱਢਿਆ, ਵਿਰੋਧੀਆਂ ਨੇ ਰਲਮੀਆਂ ਮਿਲਮੀਆਂ ਰਾਵਾਂ ਦਿੱਤੀਆਂ, ਹੁਣ ਬਜਟ ਸੈਸ਼ਨ ਵੀ ਆਉਣਾ, ਉਹਦੀਆਂ ਤਰੀਕਾਂ ਵੀ ਛੇਤੀ ਆਉਣੀਆਂ, ਰਾਜ ਸਭਾ ਦੇ ਮੈਂਬਰਾਂ ਦੀ ਵੀ ਗੱਲ ਚੱਲਣੀ ਹੈ। ਹੁਣ ਜਦੋਂ ਬਜਟ ਸੈਸ਼ਨ ਆਊਗਾ ਵਿਧਾਨ ਸਭਾ ਦੇ ਵਿੱਚ ਸਾਰੇ ਐਮਐਲਏ ਇੱਕ ਦੂਜੇ ਦੇ ਨਾਲ ਖੜਨਗੇ, ਤਾਂ ਜਦੋਂ ਫਿਰ ਵਿਰੋਧੀ ਧਿਰਾਂ ਕਹਿਣਗੀਆਂ ਕਿ ਭਾਈ ਤੁਹਾਡਾ ਬੰਦਾ ਨਿਕਲ ਗਿਆ, ਤਾਂ ਫਿਰ ਇਧਰਲੇ ਪਾਸੇ ਵੀ ਇਹ ਕਹਿਣਗੇ ਕਿ ਭਾਈ ਅਸੀਂ ਪਿਛਲਾ ਵੀ ਕੋਈ ਨਹੀਂ ਛੱਡਿਆ, ਐਤਕੀਆਂ ਵਾਲਾ ਵੀ ਕੋਈ ਨਹੀਂ ਛੱਡਿਆ, ਪਿਛਲਾ ਵੀ ਨਹੀਂ ਛੱਡਣਾ। ਕਹਿੰਦੇ ਆ ਸਿੰਚਾਈ ਘਟਾਲਾ 1000 ਕਰੋੜ ਦਾ ਰੌਲਾ ਪੈਂਦਾ ਸੀ, ਉਹਦੀਆਂ ਪਰਤਾਂ ਫਾਈਲਾਂ ਤੋਂ ਵੀ ਕਹਿੰਦੇ ਘਟਾ ਘੁੱਟਾ ਝਾੜਿਆ। ਕਈ ਬੰਦਿਆਂ ਦੇ ਚਰਚੇ ਚੱਲਦੇ ਸੀ, ਅਫਸਰਾਂ ਦੇ, ਲੀਡਰਾਂ ਦੇ, ਲਾਕੜੀਆਂ ਦੇ, ਫਾਕੜੀਆਂ ਦੇ, ਕਿ ਭਾਈ ਰੁਪਈਏ ਕਈਆਂ ਨੇ ਕਾਫੀ ਖਾਦੇ ਪੀਤੇ ਆ, ਡਕਾਰ ਕਿਸੇ ਨੇ ਮੁੜ ਕੇ ਮਾਰਿਆ ਨਹੀਂ। ਤੇ ਜੇ ਸਿੰਚਾਈ ਵਿਭਾਗ ਦੇ ਪਿਛਲੇ ਘੁਟਾਲੇ ਦੀਆਂ ਫਾਈਲਾਂ ਖੁੱਲ ਗਈਆਂ, ਹੋ ਸਕਦਾ ਪਟਿਆਲੇ ਵਾਲੀ ਜੇਲ੍ਹ 'ਚ ਕਿੰਨੇ ਇਕੱਠੇ ਹੋ ਜਾਣ। ਨਹੀਂ, ਬਿਲਕੁਲ ਹੋ ਸਕਦਾ। ਇਹ ਕੁੱਲ ਮਿਲਾ ਕੇ ਜਿਹੜੀ ਘੁੰਡੀ ਆ ਇਹ ਅੱਜ ਦੀ ਨਹੀਂ ਹੈਗੀ, ਹੋ ਸਕਦਾ ਸਿੰਚਾਈ ਘਟਾਲਾ ਕਈਆਂ ਨੂੰ ਚੇਤੇ ਵੀ ਨਾ ਹੋਵੇ ਜੀ। ਸਿੰਚਾਈ ਘਟਾਲਾ ਜੇ ਮੈਂ ਗਲਤ ਨਹੀਂ ਤੇ ਜਿਹੜੀ ਲੰਗੀ ਸਰਕਾਰ ਉਤੋਂ ਵੀ ਪਹਿਲਾਂ ਦੀ ਗੱਲਬਾਤ ਚੱਲਦੀ, ਚਿਰਾਂ ਦਾ ਕੰਮ ਆ, ਉਦੋਂ ਦੀ ਗੱਲ ਚੱਲਦੀ ਫਿਰ ਉਹ ਮੁੜ ਕੇ ਸਰਕਾਰ ਬਦਲ ਗਈ। ਫਿਰ ਜਦੋਂ ਸਰਕਾਰ ਬਦਲ ਜੇ ਫਿਰ ਨਹੀਂ ਲੰਘ ਗਿਆ ਟਾਈਮ, ਹੁਣ ਕਿਹਨੇ ਪੁੱਛਣਾ ਹੈ। ਫਿਰ ਉਦੋਂ ਬਾਅਦ ਸਰਕਾਰ ਚੱਲਦੀ ਰਹੀ, ਫਿਰ ਰੌਲਾ ਪੈਂਦਾ ਰਿਹਾ ਵੀ ਕੁਛ ਕਰ ਲੋ। ਵਿੱਚ ਇਹ ਰੌਲਾ ਇਹ ਵੀ ਪੈਣ ਲੱਗ ਪਿਆ ਵੀ ਜਿੰਨਾ ਕਰਨਾ ਸੀ ਉਹਦੇ ਕਹਿੰਦੇ ਵੀ ਨਹੀਂ, ਆਹੋ। ਫਿਰ ਸੰਧਾਲੀਆ ਸਾਹਿਬ ਇੱਕ ਇਹ ਵੀ ਆ ਨਾ ਕਿ ਕਿਹਨੇ ਪੁੱਛਣਾ, ਜੇ ਕੋਈ ਬੰਦਾ ਇਸ ਭੁਲੇਖੇ ਜਾਂ ਕਿਹਨੇ ਪੁੱਛਣਾ। ਮੇਰਾ ਖਿਆਲ ਹੈ ਕਿੰਨੇ 34 ਸਾਲ ਬਾਅਦ ਸਿੱਧੂ ਸਾਹਿਬ ਵਾਲਾ ਮਸਲਾ ਆਇਆ, 34 ਸਾਲ ਬਾਅਦ ਸਿੱਧੂ ਸਾਹਿਬ ਨੂੰ ਸਾਲ ਦੀ ਸਜ਼ਾ ਹੋਈ ਹੈ। ਤੇ 34 ਸਾਲਾਂ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਕਿੰਨਾ ਕੁਝ ਬਦਲ ਜਾਂਦਾ। ਇੰਟਰਨੈਟ ਹੈ ਹੀ ਨਹੀਂ ਸੀ ਉਦੋਂ ਦੂਰਦਰਸ਼ਨ ਹੀ ਚੱਲਦਾ ਹੁੰਦਾ ਸੀ, ਹੁਣ ਕਈ ਕੁਝ ਚੱਲ ਕੇ ਬੰਦ ਵੀ ਹੋ ਗਿਆ। ਉਹਦੇ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਸਾਹਿਬ ਕੀ ਕਹਿੰਦੇ ਹੁੰਦੇ ਸੀ ਜੀ, ਮੇਰੇ ਵਾਲੇ ਕੇਸ ਦੇ ਵਿੱਚ ਤਾਂ ਜਿਹੜੇ ਬੰਦਿਆਂ ਨੂੰ ਸਜ਼ਾਵਾਂ ਹੋਣੀਆਂ ਸੀ ਉਹ ਵੀ ਹੋ ਗਈਆਂ, ਮੈਨੂੰ ਬਾਅਦ ਚ ਲਿਆ ਕੇ ਫਸਾਤਾ। ਮਜੀਠੀਆ ਸਾਹਿਬ ਵਾਲਾ ਮਾਮਲਾ ਕਦੋਂ ਦਾ ਚੱਲਦਾ, ਕੋਈ ਪਤਾ ਨਹੀਂ ਲੱਗਦਾ ਕਿ ਬੰਦਾ 4 ਸਾਲ ਹੀ ਅੰਦਰ ਹੋ ਜਾਣਾ, 8 ਸਾਲ ਹੀ ਅੰਦਰ ਹੋ ਜਾਣਾ, ਕਿ 34 ਸਾਲ ਹੀ ਅੰਦਰ ਹੋ ਜਾਣਾ। ਇਸ ਕਰਕੇ ਦੀ ਉਦਾਹਰਨ ਦੇ ਚਟਾਲਾ ਸਾਹਿਬ ਦੀ 9.5 ਸਾਲ ਬੰਦਾ ਜੇਲ੍ਹ ਚ ਰਹਿ ਗਿਆ, ਬੜੀ ਚਰਚਾ ਚੱਲੀ, ਲੈ ਵੀ ਬੰਦਾ ਹੁਣ ਬੁੱਢੇ ਬਾਰੇ ਅੰਦਰ ਪੇਪਰ ਦਿੰਦਾ ਫਿਰਦਾ। ਚਲੋ ਉਹਨਾਂ ਨੇ ਆਪਣੇ ਨੂੰ 10ਵੀਂ 11ਵੀਂ 12ਵੀਂ ਕਰ ਲੀਆਂ ਜੀ, ਤੇ ਹੁਣ ਫੇਰ ਰੌਲਾ ਪੈ, ਕਹਿੰਦੇ ਵੀ ਨਹੀਂ ਅਸਾਸਿਆਂ ਤੋਂ ਜ਼ਿਆਦਾ ਜਾਇਦਾਦ ਬਣਾਈ ਏ, ਵੀ ਤਨਖਾਹ ਤੁਹਾਡੀ 20,000 ਸੀ, ਲੱਖ ਰੁਪਏ ਦੀ ਪ੍ਰਾਪਰਟੀ ਖਰੀਦ ਲਈ ਹਰ ਮਹੀਨੇ। ਇਹ ਕਿੱਦਾਂ ਹੋ ਗਿਆ? ਸੋ ਉਹਦੀ ਵੀ ਹੁਣ ਜਾਂਚ ਹੋਣੀ ਆ। ਹੁਣ ਪਤਾ ਨਹੀਂ ਵੀ ਇੱਕ ਕੇਸ ਨਿਬੜਿਆ, ਜੇ ਉਹ ਇੱਕ ਦੀ ਸਜ਼ਾ ਭੁਗਤ ਗਿਆ ਆ, ਦੂਜਾ ਅਗਲੇ ਨੇ ਫੇਰ ਦੋਸ਼ੀ ਕਰਾਰ ਨੇ ਜੀ। ਆਹੋ ਮੈਂ ਕਹਿੰਦਾ ਵੀ ਦੂਜਾ ਘੇਰ ਕੇ ਫਿਰ ਲੈ ਜਾਂਦਾ, ਉਹਦੇ ਚ ਪਤਾ ਨਹੀਂ ਕੱਲ ਨੂੰ ਕੀ ਬਣਨਾ। ਦੇਖੋ ਤੁਸੀਂ ਕਿ ਆਖਰੀ ਮੌਕੇ ਦੇ ਉੱਤੇ ਬੰਦੇ ਨੂੰ ਇਹ ਸੋਚਣਾ ਚਾਹੀਦਾ ਅਸੀਂ ਧੀਆਂ ਪੁੱਤਾਂ ਲਈ ਇਕੱਠਾ ਕਰ ਲਈਏ ਜੀ, ਉਹਨਾਂ ਨੂੰ ਆਹ ਕੁਛ ਦੇ ਕੇ ਜਾਣਾ ਜੀ। ਆਮ ਬੰਦੇ ਵੀ ਕਹਿ ਕਰਦੇ ਹੁੰਦੇ, ਮੈਂ ਪਲਾਟ ਲੈ ਲਿਆ ਜੀ, ਮੈਂ ਘਰ ਬਣਾਤੇ ਜੀ, ਮੈਂ ਕਾਰੋਬਾਰ ਖੜੇ ਕਰਤੇ। ਨਿਆਣਿਆਂ ਨੂੰ ਪੈਰਾਂ ਤੇ ਖੜੇ ਹੋਣ ਜੋਗਾ ਕਰੋ, ਕਿਉਂਕਿ ਮੁੜ ਕੇ ਕਈ ਵਾਰੀ ਅਗਲੇ ਮੁਲਾਕਾਤ ਤੇ ਵੀ ਨਹੀਂ ਆਉਂਦੇ ਹੁੰਦੇ ਜਿਨ੍ਹਾਂ ਦੀ ਬਣਾਈ। ਮੈਨੂੰ ਇਹ ਲੱਗਦਾ ਵੀ ਧੀਆਂ ਪੁੱਤ ਵੀ ਇੱਧਰ ਵਾਲਿਆਂ ਵਰਗੇ ਚਾਹੀਦੇ ਆ ਜੀ, ਜਿੱਦਾਂ ਦੇ ਇੱਧਰ ਆਪਾਂ ਵੇਖਦੇ ਹਾਂ ਬਹੁਤਾ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ ਵੀ, ਜਾਂ ਕਹਿ ਲਓ ਕਿ ਵੀ ਖਾਸ ਕਰਕੇ ਜਿਹੜਾ ਇੱਧਰਲੇ ਪੁਰਾਣੇ ਗੋਰੇ ਨੇ, ਉਹ ਕਹਿੰਦਾ ਵੀ ਬਾਪੂ ਠੀਕ ਹੈ, ਤੂੰ ਆਪਣੀ ਨਜ਼ਾਰ ਲੈਣੀ ਤੇ ਮੈਂ ਹੁਣ ਆਪਣੀ ਜ਼ਿੰਦਗੀ ਜੀਣੀ ਆ, ਤੂੰ ਕੱਟ ਲਈ। ਜੇ ਮੇਰਾ ਦਿਲ ਕਰੂ ਤੇ ਤੇਰੇ ਵਾਲੇ ਕੋਠੇ 'ਚ ਰਹੂੰ, ਨਹੀਂ ਤੇ ਤੂੰ ਵੇਖ ਤੇ ਤੇਰਾ ਵੇਖ ਕੰਮ ਤੇ ਮੈਂ ਚੱਲਿਆ। ਨਹੀਂ, ਜੇ ਹੁਣ ਕਹਿ ਦੇਵੇ ਨਿਆਣਿਆਂ ਨੂੰ ਕੋਈ ਬੰਦਾ ਇੱਥੇ ਬਾਪੂ ਇੱਥੇ ਕੀ, ਹੁਣ ਤਾਂ ਭਾਰਤ 'ਚ ਵੀ ਹੋਣ ਲੱਗ ਪਿਆ ਕਿ ਮੈਂ ਸਾਰੀ ਉਮਰ ਤੇਰੇ ਲਈ ਕੀਤਾ, ਮੈਂ ਤੇਲੇ। ਉਹ ਕਹਿੰਦੇ ਮੈਂ ਤੈਨੂੰ ਚਿੱਠੀ ਪਾਈ ਸੀ ਕਿ ਆਹ ਕੁਛ ਕਰ ਭਾਈ, ਮੈਂ ਤਾਂ ਹੁਣ ਸ਼ਹਿਰ 'ਚ ਜਾ ਕੇ ਰਹਿਣਾ, ਮੈਂ ਤਾਂ ਆਹ ਕੋਰਸ ਕਰਨਾ, ਮੈਂ ਤਾਂ ਇਦਾਂ ਦਾ ਰਹਿਣਾ ਚਾਹੁੰਦਾ, ਤੇ ਤੁਸੀਂ ਟੋਕਾ ਟਕਾਈ ਕਰਨੀ ਆ ਤਾਂ ਭਾਈ ਸਾਡਾ ਔਖਾ। ਹੁੰਦੇ ਬਜ਼ੁਰਗ ਔਖੇ ਹੀ ਆ, ਪਰ ਇਹ ਸਮਾਂ ਆ ਭਾਈ, ਤੇ ਸਮਾਂ ਆਪਣੇ ਰੰਗ ਜਿਹੜੇ ਉਹ ਬਦਲਦਾ ਰਹਿੰਦਾ। ਹੁਣ ਸੰਧਾਲੀਆ ਸਾਹਿਬ ਇੱਕ ਮੰਗ ਹੈ, ਇੱਕ ਚਿੱਠੀ ਹੈ, ਇੱਕ ਰੌਲਾ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਆ ਬਈ, ਸਾਂਝੇ ਉਦਮ ਕਰੋ, ਤੇ SCPC ਵਾਲਿਆਂ ਦੀ ਡਿਊਟੀ ਲਾਤੀ।
ਉਹਨਾਂ ਨੇ ਮੀਟਿੰਗ ਸੱਦ ਲਈ। ਮੀਟਿੰਗ ਦੇ ਵਿੱਚ ਜਥੇਬੰਦੀਆਂ ਸੁੱਖ ਨਾਲ ਵਾਹਵਾ ਆਈਆਂ। ਉਹ ਵੱਖ-ਵੱਖ ਅਕਾਲੀ ਦਲਾਂ ਦੇ ਆਗੂ ਜਿਹੜੇ ਕਦੇ ਇੱਕ ਥਾਂ ਦੇ ਉੱਤੇ ਬੈਠੇ ਨਹੀਂ ਸੀ ਦੇਖੇ, ਇੱਕੋ ਹੀ ਕੰਧ ਦੇ ਨਾਲ ਢੋਲ ਲਾ ਕੇ ਬੈਠੇ ਸੀ। ਫੋਟੋ ਛਪੀਆਂ, ਬਹੁਤ ਕੁਝ ਹੋਈਆਂ। ਫਿਰ 11 ਮੈਂਬਰੀ ਕਮੇਟੀ ਬਣ ਗਈ ਕਿ 9 ਮੈਂਬਰੀ ਬਣ ਗਈ। ਚਲੋ ਕਮੇਟੀ ਬਣ ਗਈ ਕਿ ਆਹ ਕਮੇਟੀ ਦੇ ਮੈਂਬਰ ਨੇ ਬਾਦਲ ਸਾਹਿਬ, ਹਿੱਤ ਸਾਹਿਬ, ਦਾਦੂਵਾਲ ਸਾਹਿਬ, ਕਾਲਕਾ ਸਾਹਿਬ, ਸਾਰੇ ਬੰਦੇ ਹੋਰ ਵੀ ਬਹੁਤ ਸਾਰੇ, ਕਿ ਇਕੱਠੇ ਹੋ ਕੇ ਆਪਾਂ ਵੱਖ-ਵੱਖ ਜਿਹੜੇ ਸਿਆਸੀ ਪਾਰਟੀਆਂ ਦੇ ਨਹੀਂ, ਪ੍ਰਸ਼ਾਸਨਿਕ ਪੱਧਰ ਦੇ ਉੱਤੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਉਹਨਾਂ ਨੂੰ ਮਿਲਣ ਜਾਣਾ, ਪ੍ਰਧਾਨ ਮੰਤਰੀ ਸਾਹਿਬ, ਗ੍ਰਹਿ ਮੰਤਰੀ ਸਾਹਿਬ ਨੂੰ, ਕਰਨਾਟਕ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ, ਕਿ ਆਪਾਂ ਸਿੰਘ ਬੰਦੀ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਿਹਾ ਕਰਾਉਣੇ ਆ। ਹੁਣ ਚਿੱਠੀ ਲਿਖ ਦਿੱਤੀ ਕਹਿੰਦੇ ਜੀ ਉਸ ਕਮੇਟੀ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ, ਗ੍ਰਹਿ ਮੰਤਰੀ ਸਾਹਿਬ ਨੂੰ, ਕਿ ਮੁਲਾਕਾਤ ਦਾ ਸਮਾਂ ਦਿਓ, ਅਸੀਂ ਪੱਖ ਰੱਖਣਾ ਚਾਹੁੰਦੇ ਆ। ਸਾਡੇ ਕੋਲੇ ਲਿਸਟ ਆ, ਸਜ਼ਾ ਇੰਨੀ ਸੀ, ਭੁਗਤੀ ਇੰਨੀ ਹੈ, ਇਸ ਕਾਨੂੰਨ ਦੇ ਆਧਾਰ ਦੇ ਉੱਤੇ ਬੰਦੇ ਰਿਹਾ ਕੀਤੇ ਜਾ ਸਕਦੇ ਆ। ਪ੍ਰਧਾਨ ਮੰਤਰੀ ਸਾਹਿਬ ਕਦੋਂ ਸਮਾਂ ਦਿੰਦੇ ਆ, ਗ੍ਰਹਿ ਮੰਤਰੀ ਸਾਹਿਬ ਕਦੋਂ ਸਮਾਂ ਦਿੰਦੇ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੂ। ਪਰ ਚਿੱਠੀ ਦੇ ਨਾਲ ਇੱਕ ਲਿਸਟ ਲਾਈ ਉਹਨਾਂ ਨੇ ਕਿ ਸਾਡੇ ਆ ਮੈਂਬਰ ਨੇ। ਇਹ ਮੇਰਾ ਖਿਆਲ ਥੋੜੇ ਦਿਨ ਪਹਿਲਾਂ ਜਦੋਂ ਰਾਜੀਵ ਗਾਂਧੀ ਹੱਤਿਆਕਾਂਡ ਦੇ ਵਿੱਚ ਇੱਕ ਸ਼ਖਸ ਨੂੰ ਅਦਾਲਤ ਵੱਲੋਂ ਆਪਣੇ ਤੌਰ ਤੇ ਆਪਣੀਆਂ ਪਾਵਰਾਂ ਦੇ ਜ਼ਰੀਏ ਰਿਹਾ ਕੀਤਾ ਜਾਂਦਾ, ਉਹਦੇ ਤੋਂ ਬਾਅਦ ਬੜੀ ਚਰਚਾ ਚੱਲੀ ਸੀ ਕਿ ਵੀ ਮਹਾਰਾਜ ਜੀ ਉਸ ਸ਼ਖਸ ਨੂੰ ਛੱਡਿਆ ਜਾ ਸਕਦਾ। ਤੇ ਫਿਰ ਇਹ ਜਿਹੜੇ ਬੰਦੀ ਸਿੱਖ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਬਾਰੇ ਤੇ ਇਹ ਵੀ ਚਰਚਾ ਹੈ ਕਿ ਵੀ ਪਤਾ ਨਹੀਂ ਵੀ ਉਹਨਾਂ ਨੇ ਉਹ ਕੰਮ ਕੀਤਾ ਹੈ ਜਾਂ ਉਹਨਾਂ ਨੂੰ ਵੈਸੇ ਹੀ ਉਸ ਕੇਸ ਦੇ ਵਿੱਚ ਫਸਾਇਆ ਗਿਆ। ਚਲੋ ਉਹ ਅਦਾਲਤਾਂ ਦੇ ਫੈਸਲੇ ਨੇ, ਆਪਾਂ ਉਹਦੇ ਤੇ ਕਿੰਤੂ ਪਰੰਤੂ ਨਾ ਕਰੀਏ। ਪਰ ਇੱਕ ਗੱਲ ਤੇ ਹੈਗੀ ਆ ਵੀ ਜਦੋਂ ਇੱਕ ਉਦਾਹਰਨ ਤੱਤੀ ਤਾਜੀ ਸਾਹਮਣੇ ਹੋਵੇ ਨਾ, ਤੇ ਫਿਰ ਹਰੇਕ ਨੂੰ, ਚਾਹੇ ਉਹਨਾਂ ਦੇ ਪਰਿਵਾਰ ਨੇ, ਚਾਹੇ ਜਥੇਬੰਦੀਆਂ ਨੇ, ਚਾਹੇ SGPC ਹੈ, ਹਰੇਕ ਨੂੰ ਇੱਕ ਆਸ ਜੀ ਵੱਜਦੀ ਹੈ ਵੀ ਜੇ ਇੱਕ ਉਦਾਹਰਨ ਹੋਈ ਹੈ ਤੇ ਸ਼ਾਇਦ ਅਸੀਂ ਉਸੇ ਉਦਾਹਰਨ ਨੂੰ ਕੋਟ ਕਰਕੇ ਤੇ ਆਪਣੀ ਜਿਹੜੀ ਚਿੱਠੀ ਹੈ ਦੁਬਾਰਾ ਉੱਥੇ ਪਹੁੰਚਾ ਸਕਦੇ। ਹੁਣ ਇੱਕ ਗੱਲ ਮੇਰੇ ਖਿਆਲ ਨਾਲ ਆਪਾਂ ਪਿਛਲੇ ਦਿਨ ਵੀ ਕੀਤੀ ਸੀ, ਹੁਣ ਵੀ ਕਰ ਦਿੰਦੇ ਆ, ਵੀ BJP ਵਾਲੇ ਪਾਸਿਓਂ ਵੀ ਡਿਮਾਂਡ ਕੀਤੀ ਗਈ ਸੀ ਨਾ ਵੀ ਹਾਂ ਵੀ ਇਹ ਜਿਹੜਾ ਵਿਸ਼ਾ ਹੈ ਜੀ ਵੀ ਇਹਨੂੰ ਇੱਕ ਵਿਚਾਰਨਾ ਚ ਹੋ ਗਿਆ। ਕਿਉਂਕਿ ਕਾਰਨ ਹੈ ਵੀ ਜੇ ਆਪਾਂ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਪਰ ਦੇਖਦੇ ਹਾਂ ਤੇ ਵੀ ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਅੱਧੀ ਜ਼ਿੰਦਗੀ ਕੱਟ ਲਈ ਉੱਥੇ, ਤੇ ਉਹਨਾਂ ਨੂੰ ਜੇ ਹੁਣ ਮੰਨ ਲਓ ਕਿ ਵੀ ਲੱਗਦਾ ਹੈ ਕਿ ਵੀ ਉਹਨਾਂ ਨੇ ਆਪਣੀ ਸਜ਼ਾ ਜਿੰਨੀ ਉਹਨਾਂ ਨੂੰ ਮਿਲੀ ਸੀ ਉਸ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਰਹਿ ਲਿਆ, ਤੇ ਜੇ ਉਹਨਾਂ ਨੂੰ ਹੁਣ ਰਿਹਾ ਕੀਤਾ ਜਾ ਸਕਦਾ ਤੇ ਜ਼ਰੂਰ ਕੀਤਾ ਜਾਣਾ ਚਾਹੀਦਾ। ਸੋ ਇੱਕ ਤਰ੍ਹਾਂ ਨਾਲ ਪ੍ਰੈਸ਼ਰ ਆ ਸਾਰੇ ਪਾਸਿਓਂ ਪੈਣ ਲੱਗ ਪਿਆ। ਇੱਕ ਸੰਧਾਲੀਆ ਸਾਹਿਬ ਇੱਥੇ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਉਹ ਜਿਹੜਾ ਬੰਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲकांड 'ਚ ਫੜਿਆ ਸੀ, ਉਹ 31 ਸਾਲ ਬਾਅਦ ਰਿਹਾ ਹੋਇਆ। 19 ਸਾਲ ਦਾ ਸੀ ਜਦੋਂ ਉਹ ਕਾਂਡ ਹੋਇਆ ਸਾਰਾ। ਉਹਦੇ ਤੋਂ ਬਾਅਦ 31 ਸਾਲ ਉਹ ਜੇਲ੍ਹ 'ਚ ਰਿਹਾ ਤੇ 31 ਸਾਲਾਂ ਦੇ ਵਿੱਚੋਂ ਵੀ 24 ਸਾਲ ਇੱਕ ਕੋਠੜੀ 'ਚ ਇਕੱਲਾ ਹੀ ਰਿਹਾ। ਹਾਂ, ਇੱਕ ਵੱਖਰੀ ਗੱਲ ਹੈ ਕਿ 19 ਸਾਲ ਦਾ ਸੀ ਤੇ ਉਹਦੇ ਤੇ ਦੋਸ਼ ਕੀ ਸੀ ਕਿ ਉਹਨੇ 2 ਬੈਟਰੀਆਂ ਜਿਹੜੀਆਂ ਕਿ ਉਸ ਧਮਾਕੇ ਦੇ ਵਿੱਚ ਵਰਤੀਆਂ ਗਈਆਂ ਉਹ ਖਰੀਦ ਕੇ ਲਿਆ ਕੇ ਦਿੱਤੀਆਂ। ਉਹ ਕਹਿੰਦਾ ਸੀ ਜੀ ਮੈਨੂੰ ਪਤਾ ਨਹੀਂ ਕਿ ਭਾਈ ਉਹ ਇਸ ਕੰਮ ਲਈ ਵਰਤੀਆਂ ਜਾਣੀਆਂ ਸੀ, ਮੈਨੂੰ ਕਿਹਾ ਤਾਂ ਮੈਂ ਲਿਆ ਦਿੱਤੀਆਂ, ਮੈਨੂੰ ਕੀ ਪਤਾ ਸੀ ਕਿ ਭਾਈ ਏਡਾ ਵੱਡਾ ਕਾਂਡ ਕਰ ਦੇਣਾ। ਪਰ ਉਹਦੀ ਮਾਤਾ ਲੱਗੀ ਰਹੀ, ਉਹਦੀ ਮਾਂ ਨੇ ਬੜਾ ਸੰਘਰਸ਼ ਕੀਤਾ, ਕਿਸੇ ਵੇਲੇ ਫਾਂਸੀ ਦੀ ਸਜ਼ਾ ਦੇ ਦਿੱਤੀ। ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਲ ਨੇ ਮੇਰੇ ਖਿਆਲ 2011 ਦੇ ਵਿੱਚ ਉਹਦੀ ਫਾਂਸੀ ਦੀ ਸਜ਼ਾ ਦੀ ਜਿਹੜੀ ਅਪੀਲ ਕੀਤੀ ਸੀ ਕਿ ਭਾਈ ਮਾਫ ਕਰ ਦਿਓ, ਰੱਦ ਵੀ ਕਰਤੀ। ਉਹਦੇ ਤੋਂ ਬਾਅਦ ਜੈਲਲਿਤਾ ਮੁੱਖ ਮੰਤਰੀ ਬਣੀ, ਉਹਨੇ ਆਪਣੇ ਪੱਧਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਤਾ, ਜਾਣੀ ਲੰਬਾ ਚੌੜਾ ਪੈਂਡਾ ਰਿਹਾ। ਹਾਂ, ਉਹਦੇ ਤੋਂ ਬਾਅਦ ਹੁਣ ਕਿਉਂਕਿ ਉਹਨੂੰ ਰਿਹਾ ਕਰ ਦਿੱਤਾ ਗਿਆ, ਉਹਦੇ ਤੋਂ ਬਾਅਦ ਹੁਣ ਉਸ ਗੱਲ ਦੀ ਐਗਜ਼ਾਮਪਲ ਵੀ ਦਿੱਤੀ ਜਾ ਸਕਦੀ ਹੈ, ਉਦਾਹਰਣ ਵੀ ਦਿੱਤੀ ਜਾ ਸਕਦੀ ਹੈ। ਪਰ ਇਹਦੇ ਤੋਂ ਪਹਿਲਾਂ ਕਿ ਕਮੇਟੀ ਮਿਲਣ ਜਾਵੇ ਰੌਲਾ ਵੀ ਪੈ ਗਿਆ। ਤੁਸੀਂ ਇਹ ਦੇਖੋ ਕਿ ਜਥੇਦਾਰ ਸਾਹਿਬ ਨੇ ਤਾਂ ਇਸ ਮਨਸ਼ਾ ਦੇ ਨਾਲ ਕਿਹਾ ਸੀ ਕਿ ਇਕਜੁੱਟ ਹੋਇਓ ਯਾਰ, ਤੁਸੀਂ ਵੱਖੋ ਵੱਖਰੇ ਮੰਗ ਪੱਤਰ ਦੇਈ ਜਾਂਦੇ ਹੋ। ਉੱਥੇ ਉਹਨਾਂ ਨੂੰ ਵੀ ਲੱਗਦਾ ਕਿ ਭਾਈ ਇਹ ਤਾਂ ਖਖੜੀਆਂ ਕਰੇਲੇ ਨੇ। ਕਮੇਟੀ ਬਣਾਤੀ ਪਰ ਰੌਲਾ ਪੈ ਗਿਆ। ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਮੈਂਬਰ ਨੇ, ਅਵਤਾਰ ਸਿੰਘ ਹਿੱਤ ਸਾਹਿਬ ਮੈਂਬਰ ਨੇ, ਦੋਨੇ ਅਕਾਲੀ ਦਲ ਬਾਦਲ ਦੇ ਲੀਡਰ ਨੇ। ਹੁਣ ਉਸ ਮੁੱਦੇ ਦੇ ਉੱਤੇ ਵੀ ਦਾਦੂਵਾਲ ਸਾਹਿਬ ਨੇ ਵੀ ਕਿੰਤੂ ਪਰੰਤੂ ਕੀਤਾ, ਉਧਰ ਕਾਲਕਾ ਸਾਹਿਬ ਨੇ ਵੀ ਕਿੰਤੂ ਪਰੰਤੂ ਕੀਤਾ ਕਿ ਭਾਈ ਉਹ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਆ ਕਿ ਨਹੀਂ ਸਾਨੂੰ ਨਹੀਂ ਪਤਾ, ਪਰ ਉਹ ਕਹਿੰਦੇ ਜੀ ਇਹਨਾਂ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢ ਦਿਓ, ਗੈਰ ਸਿਆਸੀ ਮੰਚ ਰੱਖੋ, ਅਸੀਂ ਤੁਹਾਡੇ ਨਾਲ ਤੁਰਾਂਗੇ। ਨਹੀਂ, ਇਹ ਇੱਕ ਡਿਫਰੈਂਟ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਕਿਉਂਕਿ ਜਿੱਦਣ ਤਾਂ ਮੇਰੇ ਖਿਆਲ ਨਾਲ ਉਹ ਇਕੱਠ ਹੋਇਆ ਸੀ ਤੇ ਆਪਾਂ ਉਹ ਸਾਰਿਆਂ ਨੇ ਵੀਡੀਓਜ਼ ਦੇਖੀਆਂ, ਫੋਟੋਗ੍ਰਾਫਸ ਦੇਖੀਆਂ ਕਿ ਉਹ ਲੀਡਰ ਜਿਹੜੇ ਮੇਰੇ ਖਿਆਲ ਨਾਲ ਕਈ ਦਹਾਕਿਆਂ ਤੋਂ ਇੱਕ ਦੂਸਰੇ ਨੂੰ ਨਾ ਕਦੀ ਮਿਲੇ ਸੀ, ਨਾ ਸੱਤ ਸੀਗੀ, ਤੇ ਨਾ ਹੀ ਲੋਕਾਂ ਨੇ ਕਦੀ ਕਿਸੇ ਮੰਚ ਤੇ ਇਕੱਠੇ ਦੇਖੇ ਸੀ, ਨਾ ਉਹਨਾਂ ਦੀ ਬਹੁਤੇ ਮਸਲਿਆਂ ਨੂੰ ਲੈ ਕੇ ਇੱਕ ਸੁਰ ਸੀਗੀ। ਉਹਨਾਂ ਨੂੰ ਜਦੋਂ ਇੱਕ ਥਾਂ ਦੇ ਉੱਪਰ ਇੱਕ ਸੁਰ ਹੋ ਕੇ ਇੱਕ ਮਸਲੇ ਦੇ ਲਈ ਗੱਲ ਕਰਦਿਆਂ ਵੇਖਿਆ ਗਿਆ ਜਾਂ ਬੈਠਿਆਂ ਨੂੰ ਵੇਖਿਆ, ਲੋਕਾਂ ਨੂੰ ਲੱਗਿਆ ਵੀ ਚਲੋ ਯਾਰ ਜੇ ਸਿੱਖਾਂ ਦੇ ਮਸਲਿਆਂ ਤੇ ਸਿੱਖਾਂ ਦੀ ਲੀਡਰਸ਼ਿਪ, ਚਾਹੇ ਉਹ ਵੱਖਰੀਆਂ ਪੋਲੀਟੀਕਲ ਪਾਰਟੀਆਂ ਦੀ ਹੋਵੇ ਜਾਂ ਜਥੇਬੰਦੀਆਂ ਦੀ ਹੋਵੇ, ਜੇ ਬੈਠੀ ਹੈ ਤਾਂ ਸ਼ਾਇਦ ਕੋਈ ਗੱਲ ਬਣੇ। ਪਰ ਮੈਨੂੰ ਲੱਗਦਾ ਵੀ ਚੰਦ ਦਿਨ ਨਹੀਂ ਲੰਘੇ ਤੇ ਉਦੋਂ ਬਾਅਦ ਗੱਲ ਫਿਰ ਘੁੰਮ ਫਿਰ ਕੇ ਉੱਥੇ ਆ ਗਈ। ਮੈਨੂੰ ਲੱਗਦਾ ਵੀ ਇਹ ਜਿਹੜਾ ਰੇੜਕਾ ਜਿੱਥੇ ਜੇ ਪੈ ਗਿਆ, ਇਹ ਹੋ ਸਕਦਾ ਕਿ ਵੀ ਜੇ ਤੇ ਇਦਾਂ ਹੀ ਨੱਪਿਆ ਘੁੱਟਿਆ ਜਾਂ ਚੱਲਦਾ ਰਹੇ, ਉਦੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਸਮਾਂ ਦੇ ਦਿਨ ਤੇ ਸ਼ਾਇਦ ਇੱਕ ਵਫਦ ਜਾ ਕੇ ਗੱਲਬਾਤ ਕਰ ਆਵੇ ਤੇ ਉਹ ਜਿਹੜੇ ਪਰਿਵਾਰਾਂ ਨੂੰ ਆਸ ਬੱਝੀ ਉਹਨਾਂ ਦਾ ਮਸਲਾ ਹੱਲ ਹੋ ਜਾਵੇ। ਤੇ ਜੇ ਉਦੋਂ ਪਹਿਲਾਂ ਹੀ ਕੋਈ ਨਾ ਕੋਈ ਰੌਲਾ ਰੱਪਾ ਪੈ ਗਿਆ
ਤੇ ਹੋ ਸਕਦਾ ਵੀ ਉਹ ਗੱਲ ਪਿੱਛੇ ਰਹਿ ਜਾਵੇ ਤੇ ਇਹ ਗੱਲ ਜ਼ਿਆਦਾ ਉੱਭਰ ਕੇ ਸਾਹਮਣੇ ਆ ਜਾਵੇ, ਕਿਉਂਕਿ ਜਦੋਂ ਅਗਲਾ ਬੰਦਾ ਇੱਕ ਡਿਮਾਂਡ ਕਰਦਾ ਹੁੰਦਾ ਫਿਰ ਸਾਹਮਣੇ ਕਾਊਂਟਰ ਜਵਾਬ ਆਊਗਾ। ਕਾਊਂਟਰ ਜਵਾਬ ਦੇ ਵਿੱਚ ਹੁਣ ਵੀ ਆਪਾਂ ਦੇਖਦੇ ਪਏ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਪੁਰਾਣੀਆਂ ਕਟਿੰਗਸ, ਬਹੁਤ ਸਾਰੇ ਪੁਰਾਣੇ ਬਿਆਨ, ਬਹੁਤ ਸਾਰੀਆਂ ਗੱਲਾਂ ਕੱਢ ਕੇ ਲਿਆਂਦੀਆਂ ਜਾ ਰਹੀਆਂ ਵੀ ਇਸ ਮੌਕੇ ਤੇ ਆਹ ਕੰਮ ਇਹ ਬੰਦਾ ਕਰ ਸਕਦਾ ਸੀ, ਕੀਤਾ ਨਹੀਂ ਹੈ ਨਾ। ਨਹੀਂ ਦੇਖੋ, ਦੋਸ਼ ਤਾਂ ਲਾਏ ਜਾ ਰਹੇ, ਉਂਗਲਾਂ ਤੋਂ ਉਧਰਲੇ ਪਾਸੇ ਕੀਤੀਆਂ ਜਾ ਰਹੀਆਂ। ਇੱਥੇ ਮੈਨੂੰ ਸੰਧਾਲੀਆ ਸਾਹਿਬ ਇੱਕ ਹੋਰ ਗੱਲ ਲੱਗਦੀ ਹੈ। ਦੇਖੋ, ਇੱਕ ਪਾਸੇ ਛੋਟੀ ਜਿਹੀ ਕੋਠੜੀ ਆ, ਉਹਦੇ ਵਿੱਚ ਬੰਦਾ ਕੋਈ ਬੰਦ ਹੈ, ਮਸਲਾ ਉਹਦੇ ਸਲਾਖਾਂ ਤੋਂ ਬਾਹਰ ਆਉਣ ਦਾ, ਉਹਨੂੰ ਸਿਆਸੀ ਤੌਰ ਦੇ ਉੱਤੇ ਨਹੀਂ ਰਗੜਨਾ ਚਾਹੀਦਾ। ਹੁਣ ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਿੱਤ ਸਾਹਿਬ ਕਹਿ ਦੇਣ ਕਿ ਭਾਈ ਠੀਕ ਹੈ, ਅਸੀਂ ਤਾਂ ਨਿਮਾਣੇ ਸਿੱਖ ਦੇ ਤੌਰ ਤੇ ਸ਼ਾਮਲ ਹੁੰਨੇ ਆ, ਗੱਲ ਕਿਹੜੀ, ਅਸੀਂ ਕਿਸੇ ਤਰੀਕੇ ਸਿਆਸੀ ਮੁਫਾਦਲੇ ਨਹੀਂ ਵਰਤਾਂਗੇ। ਜੇ ਉਹ ਇਦਾਂ ਕਹਿੰਦੇ ਆ, ਜੇ ਉਹ ਕਿਸੇ ਤਰ੍ਹਾਂ ਦਾ ਪੋਲੀਟੀਕਲੀ ਕੋਈ ਇਦਾਂ ਦਾ ਨਹੀਂ ਕਰਦੇ, ਤਾਂ ਮੈਨੂੰ ਲੱਗਦਾ ਕਿ ਕਾਲਕਾ ਸਾਹਿਬ ਨੂੰ ਤੇ ਦਾਦੂਵਾਲ ਸਾਹਿਬ ਨੂੰ ਵੀ ਬਹੁਤਾ ਜ਼ਿਆਦਾ ਰੇੜਕਾ ਨਹੀਂ ਪਾਉਣਾ ਚਾਹੀਦਾ। ਹਾਂ, ਜੇ ਕਿਤੇ ਉਹਨਾਂ ਨੂੰ ਲੱਗੇ ਕਿ ਭਾਈ ਇਸ ਦੇ ਵਿੱਚੋਂ ਆਪਣਾ ਕੋਈ ਉਭਾਰ ਦੇਖਿਆ ਜਾ ਰਿਹਾ, ਜਥੇਦਾਰ ਸਾਹਿਬ ਨੂੰ ਚਿੱਠੀ ਪਾ ਦੇਣ, ਕਿਉਂਕਿ ਜਥੇਦਾਰ ਸਾਹਿਬ ਦੇ ਰਹਿਨਮਾਈ ਦੇ ਵਿੱਚ ਹੀ ਸਾਰਾ ਕੁਝ ਕੀਤਾ। ਮੈਂ ਕਹਿੰਦਾ ਜਥੇਦਾਰ ਸਾਹਿਬ ਹੀ ਹੁਕਮ ਜਾਰੀ ਕਰ ਦੇਣ ਕਿ ਭਾਈ ਤੁਸੀਂ ਸਿੱਖਾਂ ਦੇ ਨੁਮਾਇੰਦੇ ਦੇ ਤੌਰ ਤੇ ਜਾਣਾ, ਜੇ ਕੋਈ ਹੋਰ ਵੀ ਬੰਦਾ ਲੱਗਾ ਜਿਹੜਾ ਕਿ ਪ੍ਰਭਾਵਸ਼ਾਲੀ ਹੋ ਸਕਦਾ ਉਹਨੂੰ ਵੀ ਸ਼ਾਮਲ ਕਰ ਲਿਓ, ਪਰ ਸਿਆਸੀ ਮਫਾਦਾਂ ਲਈ ਬਿਲਕੁਲ ਨਾ ਵਰਤਿਓ। ਮੈਨੂੰ ਲੱਗਦਾ ਜੇ ਉਹ ਹੁਕਮ ਲਾ ਦੇਣਗੇ, ਨਾ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਉਹਨਾਂ ਦੇ ਸਾਥੀ ਕੁਝ ਕਰਨਗੇ, ਨਾ ਮੋਰਲੇ ਬੰਦੇ, ਤੇ ਉਧਰਲੇ ਪਾਸੇ ਰਿਹਾਈ ਦੀ ਚਰਚਾ ਹੋ ਜੂਗੀ। ਇਹ ਜ਼ਿਆਦਾ ਵਧੀਆ, ਕਿਉਂਕਿ ਕਾਰਨ ਹੈ ਨਾ ਵੀ ਜਿਸ ਮੋਟਿਵ ਦੇ ਲਈ ਇਕੱਠੇ ਹੋਏ ਆ ਉਹ ਮੋਟਿਵ ਸਾਹਮਣੇ ਰਹਿਣਾ ਚਾਹੀਦਾ, ਪ੍ਰੈਸ਼ਰ ਉਧਰ ਬਿਲਡਅਪ ਹੋਣਾ ਚਾਹੀਦਾ। ਤੇ ਜੇ ਉਹ ਜੋ ਵੀ ਖਲਾਰਾ ਹੈ ਉਹ ਇਹ ਕਿਹਾ ਜਾ, ਇੱਕ ਸ਼ਬਦ ਵਰਤਦੇ ਨੇ ਨਾ, ਘੱਟੋ ਘੱਟ ਸਾਂਝਾ ਪ੍ਰੋਗਰਾਮ, ਵੀ ਘੱਟੋ ਘੱਟ ਸਾਂਝਾ ਪ੍ਰੋਗਰਾਮ ਇਹੀ ਰੱਖ ਲਿਆ ਵੀ ਆਪਣੀ ਆਹ ਕਮੇਟੀ ਸਿਰਫ ਇਸ ਕੰਮ ਦੇ ਲਈ ਬਣੀ ਤੇ ਆਪਾਂ ਆਹ ਕੰਮ ਕਰਨਾ, ਉਸ ਤੋਂ ਬਿਨਾਂ ਵਿਚਾਰਧਾਰਕ ਮਤਭੇਦ ਹਰੇਕ ਦੇ ਹੋ ਸਕਦੇ, ਰੱਖੀ ਜਾਣ, ਕੀ ਫਰਕ ਪੈਂਦਾ। ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਜਦੋਂ ਚੱਬਾ ਪਿੰਡ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ, ਉਦੋਂ ਕਿੰਨੀਆਂ ਧਿਰਾਂ ਨੇ ਉੱਥੇ ਜਿਹੜੇ ਉਹ ਜਥੇਦਾਰ ਥਾਪੇ ਸੀ ਆਪਣੇ, ਉਹ ਪੁਰਾਣੇ ਜਥੇਦਾਰਾਂ ਨੂੰ ਮਾਨਤਾ ਨਹੀਂ ਸੀ ਦਿੰਦੇ, ਤੇ ਅੱਜ ਉਸੇ ਹੀ ਕਮੇਟੀ ਦੇ ਵਿੱਚ ਉਹ ਆਣ ਕੇ ਬੈਠੇ ਆ। ਤੇ ਜਿਹੜੀ ਮੌਜੂਦਾ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੁਕਮਾਂ ਦੇ ਉੱਤੇ ਜਾਂ ਉਹਨਾਂ ਦੇ ਨਿਰਦੇਸ਼ਾਂ ਦੇ ਆਧਾਰ ਦੇ ਉੱਤੇ ਬਣੀ ਹੈ। ਕਿਸੇ ਵੇਲੇ ਜੀਕੇ ਸਾਹਿਬ ਦੀ ਸਰਨਾ ਸਾਹਿਬ ਦੇ ਨਾਲ ਪੂਰੀ ਭਿੜੰਤ ਹੁੰਦੀ ਸੀ, ਉਹਦੇ ਤੋਂ ਬਾਅਦ ਸਰਨਾ ਸਾਹਿਬ ਦੀ ਬਾਦਲਾਂ ਨਾਲ ਵੀ ਹੁੰਦੀ ਸੀ। ਅੱਜ ਉਹ ਇੱਕ ਜਗ੍ਹਾ ਦੇ ਉੱਤੇ ਇਕੱਠੇ ਬੈਠੇ ਆ, ਨੁਕਸਾਨ ਬਹੁਤ ਕਰਾ ਲਿਆ ਗਿਆ ਪਿਛਲੇ ਸਮੇਂ ਦੇ ਵਿੱਚ ਵੀ। ਹੁਣ ਸਿਆਸਤ ਰਹੀ ਕਿੱਥੇ ਆ ਕੋਲ, ਕਿਹਦੇ ਕੋਲ ਰਹੀ ਆ ਸਿਆਸਤ? ਹੁਣ ਤੁਸੀਂ ਦੇਖੋ ਕਿ ਦਿੱਲੀ ਕਮੇਟੀ ਦੇ ਉੱਤੇ ਨਾ ਸਰਨਾ ਭਰਾਵਾਂ ਦਾ ਕਬਜ਼ਾ, ਨਾ ਜੀਕੇ ਸਾਹਿਬ ਦਾ, ਨਾ ਬਾਦਲ ਅਕਾਲੀ ਦਲ ਦਾ, ਉਹ ਤਾਂ ਕਿਸੇ ਹੋਰ ਕੋਲ, ਅਕਾਲੀ ਦਲ ਦਿੱਲੀ ਸਟੇਟ ਦੇ ਕੋਲ ਆ। ਪੰਜਾਬ ਦੇ ਵਿੱਚ ਵੀ ਕਿੰਨੇ ਅਕਾਲੀ ਦਲ ਬਣੇ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਸੀ। ਕਿਹਦੀ ਸਰਦਾਰੀ ਹੈ ਪੰਜਾਬ 'ਚ ਅੱਜ, ਸਰਕਾਰ ਕਿਹਦੀ ਹੈ, ਕਿੱਥੇ ਬੈਠੇ ਆ? ਇਸ ਕਰਕੇ ਮੈਨੂੰ ਲੱਗਦਾ ਕਿ ਪੁਰਾਣੀਆਂ ਰਣਨੀਤੀਆਂ ਜਿਹੜੀਆਂ ਉਹ ਥੋੜੀਆਂ ਲਾਂਭੇ ਰੱਖਣੀਆਂ ਚਾਹੀਦੀਆਂ, ਇਹ ਮਸਲੇ ਹੱਲ ਕਰਾ ਕੇ ਪੰਜਾਬ ਦੇ ਮਸਲਿਆਂ ਨੂੰ ਬਦਲਣਾ ਚਾਹੀਦਾ। ਇਹ ਬੜਾ ਜ਼ਰੂਰੀ ਹੈ। ਚਲੋ ਆਪਾਂ ਆਸ ਕਰਦੇ ਹਾਂ ਵੀ ਇਸ ਪਾਸੇ ਕੁਛ ਨਾ ਕੁਛ ਹੋਊਗਾ, ਕੰਮ ਤੁਰੂਗਾ। ਦੂਜੀ ਗੱਲ ਜਿਹੜੀ ਆਪਾਂ ਕਰਨੀ ਆ, ਉਹ ਮੈਨੂੰ ਲੱਗਦਾ ਵੀ ਪਿਛਲੇ ਦਿਨੀ ਵੀ ਚਰਚਾ ਚੱਲੀ ਸੀ ਤੇ ਹੁਣ ਦੁਬਾਰਾ ਉਸ ਚੀਜ਼ ਦੀ ਚਰਚਾ ਚੱਲਣ ਲੱਗ ਪਈ ਹੈ, ਤੇ ਉਹ ਇਹ ਹੈ ਕਿ ਵੀ ਖੇਤੀ ਮਾਡਲ ਬਦਲਣ ਦੀ ਲੋੜ ਹੈ। ਤੇ ਖੇਤੀ ਮਾਡਲ ਬਾਰੇ ਹੁਣ ਜਿੱਦਾਂ ਸਰਕਾਰ ਵਾਲੇ ਪਾਸੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੀ ਮਤਲਬ ਫਸਲ ਹੋਣੀ, ਮੰਨ ਲਓ ਵੀ ਉਹ ਚਾਹੇ ਕਣਕ ਦੀ ਹੋਵੇ ਜਾਂ ਦੁਬਾਰਾ ਆਉਣ ਵਾਲੀ ਕਣਕ ਦੀ ਵਾਢੀ ਤੋਂ ਬਾਅਦ ਵਾਲਾ ਸਾਈਕਲ ਹੋਵੇ, ਉਦੋਂ ਤੋਂ ਸਰਕਾਰ ਇਹ ਕਲੀਅਰ ਕਰ ਦੂਗੀ ਵੀ ਭਾਈ ਆਹ ਚੀਜ਼ਾਂ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ, ਤੇ ਆਹ ਸਾਡਾ ਇੱਕ ਪ੍ਰੋਗਰਾਮ ਆ, ਜਿਸ ਪ੍ਰੋਗਰਾਮ ਦੇ ਵਿੱਚ ਕਿਸਾਨ ਵਲੰਟੀਅਰਲੀ, ਮਤਲਬ ਬੰਦਾ ਇਹ ਨਹੀਂ ਆਪਾਂ ਕਿਸੇ ਨੂੰ ਕੰਪੈਲ ਕਰਨਾ ਵੀ ਤੂੰ ਜ਼ਰੂਰ ਲਾ, ਵੀ ਅਗਲੇ ਨੂੰ ਮੌਕਾ ਦੇ ਦਿਆਂਗੇ ਵੀ ਭਾਈ ਤੂੰ ਕਣਕ ਦੀ ਜਗ੍ਹਾ ਆਹ ਲਾ ਸਕਦਾ, ਝੋਨੇ ਦੀ ਜਗ੍ਹਾ ਆਹ ਲਾ ਸਕਦਾ, ਇਹਦੇ ਲਈ ਤੈਨੂੰ ਆਹ ਫਾਇਦਾ, ਇਹਦੇ ਲਈ ਤੈਨੂੰ ਆਹ ਫਾਇਦਾ, ਪਸੰਦ ਤੇਰੀ ਹੈ, ਚੂਜ਼ ਤੂੰ ਕਰਨਾ। ਮੈਨੂੰ ਲੱਗਦਾ ਜੇ ਖੇਤੀ ਮਾਡਲ ਤੇ ਹੁਣ ਚਰਚਾ ਚੱਲੀ ਹੈ ਤੇ ਵਿਜ਼ਨ ਸਰਕਾਰ 6 ਮਹੀਨੇ ਜਾਂ ਸਾਲ ਦਾ ਰੱਖੀ ਬੈਠੀ ਹੈ, ਤੇ ਫਿਰ ਆਸ ਕਰ ਸਕਦੇ ਹਾਂ ਵੀ ਜਿਹੜਾ ਅੱਜ ਦੀ ਡੇਟ 'ਚ ਆਪਾਂ ਪਾਣੀ ਮੁੱਕ ਚੱਲਿਆ ਦਾ ਫਿਕਰ ਕਰਦੇ ਹਾਂ, ਉਹ ਜਾਣੇ 2-3 ਸਾਲਾਂ ਤੱਕ ਉਹਦਾ ਵੀ ਮਸਲਾ ਹੱਲ ਹੋ ਜਾਊਗਾ। ਬੜੇ ਸੱਜਣਾ ਨੇ ਐਤਕੀ ਕਿਹਾ ਸੀ ਜੀ ਮੂੰਗੀ ਦੀ ਕਾਸ਼ਤ ਦਾ ਮਿਨੀਮਮ ਸਪੋਰਟ ਪ੍ਰਾਈਸ ਦਾ, ਸਰਕਾਰੀ ਖਰੀਦ ਦਾ ਐਲਾਨ ਤਾਂ ਕੀਤਾ, ਉਹਨਾਂ ਨੇ ਕਿਹਾ ਸੀ ਲੇਟ ਹੋ ਗਿਆ, ਜੇ ਕਿਤੇ ਆਹੀ ਐਲਾਨ ਮਹੀਨਾ ਪਹਿਲਾਂ ਜਾਂ 15 ਦਿਨ ਪਹਿਲਾਂ ਕੀਤਾ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਮੂੰਗੀ ਬੀਜ ਲੈਣੀ ਸੀ। ਕਿਸਾਨ ਤਾਂ ਬੀਜੂਗਾ ਫਸਲ, ਉਹਦਾ ਕਿਤੇ ਜੀ ਕਰਦਾ ਹੈ ਕਿ ਉਹ ਰੋਜ਼ 4 ਵਾਰੀ ਜਾ ਕੇ ਮੋਟਰ ਚਲਾਵੇ, ਉਹਦਾ ਕਿਤੇ ਜੀ ਕਰਦਾ ਹੈ ਕਿ ਰੋਜ਼ ਬੰਨੇ ਲਿਪਦਾ ਫਿਰੇ, ਉਹਦਾ ਜੀ ਕਰਦਾ ਹੈ ਕਿ ਉਹ ਝੋਨੇ 'ਚ ਵੜ ਕੇ ਇੱਦੇ ਦਾ ਕਰਕੇ ਦਵਾਈ ਪਾਉਂਦਾ ਫਿਰੇ, ਉਹਦਾ ਜੀ ਕਰਦਾ ਹੈ ਕਿ ਲੇਬਰ ਦੇ ਮਗਰ ਭੱਜਾ ਫਿਰੇ ਕਿ ਭਾਈ ਮੇਰਾ ਝੋਨਾ ਝਾੜ ਦਿਓ, ਕੰਬਾਈਨ ਵਾਲਿਆਂ ਦੀਆਂ ਮਿਹਨਤਾਂ ਤਰਲੇ ਕਰਦਾ ਫਿਰੇ। ਜੇ ਉਹਨੂੰ ਵੇਲੇ ਸਿਰ ਪਤਾ ਲੱਗ ਗਿਆ, ਚਾਹੇ ਅਗਲੇ ਸਾਲ ਹੀ ਸਹੀ, ਮੈਨੂੰ ਲੱਗਦਾ ਕਿ ਬਹੁਤ ਸਾਰੇ ਕਿਸਾਨ ਇਹਦੀ ਰੁਚੀ ਦਿਖਾਉਣਗੇ। ਨਿਰਭਰ ਕਰੂਗਾ ਐਤਕੀ ਮੂੰਗੀ ਦਾ ਉਤਪਾਦਨ ਕਿੰਨਾ ਹੁੰਦਾ, ਉਹ ਤੇ ਖਰਚ ਕਿੰਨਾ ਆਉਂਦਾ, ਤੇ ਮੰਡੀ ਦੇ ਵਿੱਚ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਮੂੰਗੀ ਵਿਕਦੀ ਕਿੰਨੀ ਕੀਮਤ ਤੇ ਕਿੰਨੀ ਛੇਤੀ ਤੇ ਪੇਮੈਂਟ ਕਿੰਨੇ ਆਰਾਮ ਨਾਲ ਹੁੰਦੀ ਹੈ। ਜੇ ਤਾਂ ਐਤਕੀ ਇਹ ਕੰਮ ਚੱਲ ਗਿਆ, ਅਗਲੀ ਵਾਰੀ ਸਰਕਾਰ ਮੱਕੀ ਦਾ ਵੀ ਕਰ ਸਕਦੀ ਹੈ। ਜੇ ਮੱਕੀ ਦਾ ਕਰ ਗਈ, ਕਿਉਂਕਿ ਦੇਖੋ ਬਠਿੰਡੇ ਦੀ ਜ਼ਮੀਨ ਹੋਰ ਤਰ੍ਹਾਂ ਦੀ ਹੈ, ਗੁਰਦਾਸਪੁਰ ਪਠਾਨਕੋਟ ਧਾਰ ਬਲਾਕ ਦੀ ਹੋਰ ਤਰ੍ਹਾਂ ਦੀ ਹੈ, ਬਹੁਤ ਸਾਰੇ ਥਾਵਾਂ ਦੇ ਫਰਕ ਹੈ। ਮੈਨੂੰ ਲੱਗਦਾ ਕਿ ਇੱਕ ਫਸਲ ਨਹੀਂ 4-5 ਫਸਲਾਂ ਦਾ ਅਲਟਰਨੇਟ ਦੇ ਦਿਓ ਕਿ ਭਾਈ
ਜਿੱਥੇ ਤੁਹਾਨੂੰ ਸੂਤ ਲੱਗਦਾ। ਕਿੰਨੇ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਜੀ ਮੰਡ ਖੇਤਰ 'ਚ ਸ਼ੰਭ ਵਾਲੇ ਪਾਸੇ ਥੋੜਾ ਜਿਹਾ ਔਖਾ, ਇੱਥੇ ਆਹ ਚੀਜ਼ ਨਹੀਂ ਹੋ ਸਕਦੀ, ਇੱਥੇ ਝੋਨਾ ਇਦਾਂ ਹੀ ਲੱਗਣਾ, ਇੱਥੇ ਮੱਕੀ ਵਧੀਆ ਹੁੰਦੀ ਹੈ, ਕੋਈ ਕਹਿੰਦਾ ਜੀ ਇੱਥੇ ਨਰਮਾ ਚੰਗਾ ਹੁੰਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ। ਪੰਜਾਬ ਨਾਲੇ ਬਹੁਤਾ ਵੱਡਾ ਸੂਬਾ ਤਾਂ ਸੰਧਾਲੀਆ ਸਾਹਿਬ ਹੈ ਨਹੀਂ, ਤੇ ਜਦੋਂ ਵੱਡਾ ਸੂਬਾ ਹੈ ਨਹੀਂ ਸਾਂਭਿਆ ਜਾ ਸਕਦਾ, ਪਰ ਵੇਲੇ ਸਿਰ ਕੰਮ ਕਰ ਲਿਆ ਜਾਵੇ। ਕਈ ਬੰਦੇ ਸਵਾਲ ਕਰਦੇ ਹੁੰਦੇ ਆ ਜੀ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਪਾਣੀ ਨਹੀਂ ਬਚਦਾ, ਪਾਣੀ ਬਚਦਾ ਕਿ ਨਹੀਂ ਬਚਦਾ, ਕਿੰਨਾ ਬਚਦਾ, ਕਿਹੜੀ ਵਿਧੀ। ਮੈਨੂੰ ਐ ਲੱਗਦਾ ਹੁੰਦਾ ਕਿ ਘੱਟੋ ਘੱਟ ਜੇ ਐਤਕੀ 50,000 ਏਕੜ ਦੇ ਵਿੱਚ ਵੱਧ ਮੂੰਗੀ ਬੀਜੀ ਗਈ ਹੈ, ਉਹ ਫਸਲ ਨੂੰ ਸਾਹ ਆਇਆ ਹੋਊਗਾ। ਜੇ ਕੱਦੂ ਤੋਂ ਬਿਨਾ ਸਿੱਧੀ ਬਿਜਾਈ ਝੋਨੇ ਦੀ ਕਿਤੇ ਕੀਤੀ, ਇਹਦਾ ਮਤਲਬ ਲਚਕੀਲਾਪਣ ਹੈਗਾ, ਇਹਦਾ ਮਤਲਬ ਫਲੈਕਸੀਬਿਲਿਟੀ ਹੈਗੀ ਹੈ ਕਿ ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਮਜ਼ਦੂਰ ਨੂੰ, ਪੰਜਾਬ ਦੇ ਆਮ ਬੰਦੇ ਨੂੰ ਤੁਸੀਂ ਮਾੜਾ ਜਿਹਾ ਇਸ ਗੱਲ ਦਾ ਅਹਿਸਾਸ ਕਰਾ ਦਿਓ ਕਿ ਭਰਾ ਜੇ ਡਿੱਗਿਆ ਤਾਂ ਬਾਹ ਫੜ ਲਾਂਗੇ। ਨਿਆਣਾ ਉਧਰਲੇ ਪਾਸੇ ਖੜਾ ਕਰ ਲਈਦਾ, ਹੁਣ ਕਹਿੰਦਾ ਪੁੱਤ ਧੀਏ ਤੁਰਦੀ ਆ, ਤੁਰਦਾ ਤੂੰ। ਉਹ ਇਦਾਂ ਕਰਕੇ ਕਿਉਂ ਤੁਰਦਾ ਹੁੰਦਾ ਨਿਆਣਾ ਕਿ ਜੇ ਮੈਂ ਡਿੱਗਿਆ ਤਾਂ ਮੈਨੂੰ ਫੜ ਲੈਣਗੇ। ਇਦਾਂ ਦਾ ਸਹਾਰਾ, ਇਦਾਂ ਦਾ ਅਹਿਸਾਸ ਜੇ ਉਹਨੂੰ ਕਰ ਦਿੱਤਾ, ਦੇਖਿਓ ਪੰਜਾਬ ਕਿੱਧਰ ਜਾਂਦਾ। ਇਹਦੇ ਚ ਆਪਾਂ ਚਲੋ ਅਜੇ ਇੱਕ ਗੱਲ ਹੋਰ ਐਡ ਕਰ ਦਿੰਦੇ ਆ, ਆਪਾਂ ਇਹ ਡਿਸਕਲੋਜ਼ ਨਹੀਂ ਕਰਦੇ ਕੌਣ ਕਿਵੇਂ ਕਿੱਦਾਂ, ਪਰ ਇੰਨੀ ਕੁ ਗੱਲ ਤੁਹਾਨੂੰ ਦੱਸ ਦਿੰਦੇ ਵੀ ਇੱਥੇ ਇਸ ਧਰਤੀ ਤੇ ਵੀ ਸਾਨੂੰ ਉਹ ਬੰਦੇ ਵੀ ਮਿਲ ਰਹੇ ਨੇ ਜਿਹੜੇ ਕਹਿੰਦੇ ਨੇ ਵੀ ਯਾਰ ਤੁਸੀਂ ਉਸ ਪਾਸੇ ਤੁਰੋ। ਹਾਂ, ਫਾਈਨੈਂਸ਼ੀਅਲ ਮਦਦ ਕਰਨ ਦੀ ਲੋੜ ਹੈ ਤੇ ਅਸੀਂ ਕਰਨ ਨੂੰ ਰਾਜ਼ੀ ਹਾਂ ਕਿ ਜੇ ਕਿਸਾਨ ਉਹ ਫਸਲੀ ਚੱਕਰ, ਉਹ ਫਸਲੀ ਸਾਈਕਲ ਨੂੰ ਤੋੜਨਾ ਚਾਹੁੰਦੇ, ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਚੇਂਜ ਤਾਂ ਕਰਨ ਨੂੰ ਰਾਜ਼ੀ ਹਾਂ ਪਰ ਸਾਡਾ ਉਹਦੇ ਚ ਨੁਕਸਾਨ ਆ, ਤਾਂ ਸਾਨੂੰ ਉਹ ਸ਼ਖਸ ਮਿਲੇ ਜਿਨ੍ਹਾਂ ਸ਼ਖਸਾਂ ਨੇ ਕਿਹਾ ਵੀ ਸਰਕਾਰ ਇੰਨੇ ਪੈਸੇ ਦਿੰਦੀ ਆ, ਤੁਸੀਂ ਸਾਨੂੰ ਉਹ ਕਿਸਾਨਾਂ ਦਾ ਡਾਟਾ ਜਾਂ ਉਹ ਕਿਸਾਨ ਸਾਡੇ ਨਾਲ ਸੰਪਰਕ ਕਰ ਲੈਣ ਵੀ ਯਾਰ ਮੈਂ ਚੇਂਜ ਕਰਨਾ ਚਾਹੁੰਦਾ, ਮੇਰੀ ਬਾਂਹ ਫੜ ਲਓ, ਤੇ ਅਸੀਂ ਉਹਨਾਂ ਦੀ ਬਾਂਹ ਫੜ ਲਾਂਗੇ। ਸੋ ਜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਕਿਸਾਨਾਂ ਦੀ ਬਾਂਹ ਫੜਨ ਦੇ ਲਈ ਇਧਰੋਂ ਆਪਣੇ ਪੰਜਾਬੀ, ਹਾਲਾਂਕਿ ਨਾ ਉੱਥੇ ਉਹ ਕਹਿੰਦੇ ਵੀ ਨਾ ਸਾਡੀ ਜ਼ਮੀਨ ਹੈ ਨਾ ਕੋਈ ਲੈਣਾ ਦੇਣਾ ਹੀ ਹੈ, ਮਤਲਬ ਉਹ ਲੋਕ ਜਿਨ੍ਹਾਂ ਦੀ ਹੁਣ ਪੰਜਾਬ 'ਚ ਜ਼ਮੀਨ ਵੀ ਕੋਈ ਨਹੀਂ ਰਹਿ ਗਈ, ਫਿਰ ਵੀ ਪੰਜਾਬ ਦੀ ਮਿੱਟੀ ਨਾਲ ਮੋਹ ਆ ਕੇ ਯਾਰ ਅਸੀਂ ਉੱਤੇ ਜੰਮੇ ਜਾਏ ਆ ਤੇ ਅਸੀਂ ਜੇ ਉਹਨੂੰ ਧਰਤੀ ਨੂੰ ਬਚਾਉਣਾ, ਤੇ ਜੇ ਠੀਕ ਆ ਉਸ ਪਾਸੇ ਕੰਮ ਤੁਰਿਆ, ਅਗਲੇ ਨੂੰ ਲੱਗਦਾ ਵੀ ਯਾਰ ਮੈਂ ਪਟੜੀ ਬਦਲਣੀ ਆ, ਤੇ ਜਿੱਦਾਂ ਹੁਣ ਤੁਸੀਂ ਕਿਹਾ ਵੀ ਮੈਨੂੰ ਬਸ ਡਿੱਗਣੋਂ ਬਚਾਇਓ ਮਾੜਾ ਜਿਹਾ, ਤੇ ਜੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਆਵੇ ਦੋਹਾਂ ਹੱਥਾਂ ਦੇ ਨਾਲ ਅੱਗੋਂ ਸਹਾਰਾ ਦੇਣ ਲਈ ਰਾਜ਼ੀ ਹਾਂ, ਤੇ ਅਸੀਂ ਆਸ ਕਰਦੇ ਹਾਂ ਵੀ ਉਹ ਜਾਣੇ 6 ਮਹੀਨੇ, ਸਾਲ, 1.5 ਸਾਲ ਦੇ ਵਿੱਚ ਇੱਕ ਚੇਂਜ ਆਊਗੀ, ਤੇ ਜੇਕਰ ਚੇਂਜ ਆ ਗਈ ਫਿਰ ਵੇਖਾ ਵੇਖੀ ਕੰਮ ਚੱਲ ਪੈਂਦਾ ਹੁੰਦਾ। ਬੜੇ ਸੱਜਣਾ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਦਿੱਤੀਆਂ, ਉਹਨਾਂ ਨੇ ਆਪੋ ਆਪਣੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਫੋਨ ਕਰਤੇ ਕਿ ਭਾਈ ਕੋਈ ਗੱਲ ਨਹੀਂ, ਘਬਰਾਉਣਾ ਨਹੀਂ। ਕਈਆਂ ਨੇ ਤੇ ਵੀ ਕਹਤਾ ਝੋਨਾ ਨਾ ਲਾਈ ਯਾਰ, ਜਿੰਨੇ ਪੈਸੇ ਘਟਣਗੇ ਦਊਂਗਾ, ਜਾਂ ਠੇਕਾ ਘੱਟ ਦੇ ਦੀ ਕੋਈ ਗੱਲ ਨਹੀਂ। ਕਈਆਂ ਨੇ ਕਹਤਾ ਜੀ ਸਿੱਧੀ ਬਿਜਾਈ ਕਰ ਲਈ, ਕਈਆਂ ਨੇ ਕਹਤਾ ਜੀ ਇੱਕ ਪਾਸੇ ਦਾ ਬੂਟੇ ਲਾਉਣੇ ਹੀ ਆ ਮੈਂ ਖੇਤ ਦੇ, ਤੇਰੀ ਫਸਲ ਸ਼ੌਰ ਨਾ ਘਟਦੀ ਹੈ, ਤੈਨੂੰ ਜਿੰਨੀ ਲੱਗੀ ਇਮਾਨਦਾਰੀ ਦੱਸਦੀ ਪੈਸੇ ਉਹਨੇ ਠੇਕੇ ਦੇ ਵਿੱਚੋਂ ਘਟਾ ਦਾਂਗੇ। ਦੇਖੋ ਕਿਆ ਬਾਤਾਂ ਨੇ, ਕਮਾਲ ਦੀਆਂ ਗੱਲਾਂ ਨੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਮਨ ਦੇ ਵਿੱਚ ਆਉਂਦੀ ਆ, ਅਸੀਂ ਕਹਿੰਦੇ ਆ ਕਿ ਫਸਲ ਦਾ ਉਤਪਾਦਨ ਵੱਧ ਹੋਵੇ, 4 ਪੈਸੇ ਆਉਣ, ਤਨਖਾਹ ਵੱਧ ਮਿਲੇ, 4 ਪੈਸੇ ਆਉਣ, ਕਾਰੋਬਾਰ ਚੱਲਣ, 4 ਪੈਸੇ ਆਉਣ, 4 ਪੈਸੇ ਆਉਣ ਕੀ ਸਾਧਨ ਆਉਣਗੇ, ਥੋੜੇ ਜਿਹਾ ਸੁਖੀ ਹੋਵਾਂਗੇ, ਬਹੁਤ ਵਧੀਆ ਗੱਲ ਹੈ। ਪਰ ਸਾਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਕਿਰਦਾਰ ਕਾਇਮ ਰੱਖਣਾ ਪਊਗਾ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਸਾਡੇ ਮਨ ਦੇ ਵਿੱਚ ਕੀ ਆ, ਅਸੀਂ ਕਿਤਾਬਾਂ ਦੇ ਨਾਲ ਕਿੰਨਾ ਕੁ ਜੁੜਦੇ ਆ, ਐਥਿਕਸ ਥੋੜੇ ਬਹੁਤ, 100% ਦਾ ਰੱਬ ਕੋਈ ਨਹੀਂ ਹੋ ਸਕਦਾ, ਕੁਝ ਨਾ ਕੁਝ ਚੀਜ਼ਾਂ ਤਾਂ ਨਾਲ ਲੈ ਕੇ ਰੱਖਣੀਆਂ। ਜਾਣੀ ਇੰਨਾ ਵੀ ਉਧਰ ਧੁੱਸ ਨਾ ਦੇ ਦਈਏ ਕਿ ਦੂਜੀਆਂ ਚੀਜ਼ਾਂ ਪਿੱਛੇ ਛੁੱਟ ਜਾਣ। ਇੱਕ ਐਗਜ਼ਾਮਪਲ ਹੈ, ਥੋੜੇ ਘੰਟੇ ਪਹਿਲਾਂ USA, ਅਮਰੀਕਾ, ਦੁਨੀਆ ਦੇ ਵਿੱਚ ਨੋਟਾਂ ਦਾ, ਡਾਲਰਾਂ ਦਾ ਘਰ, ਪੈਸੇ ਦੀ ਕੋਈ ਕਮੀ ਨਹੀਂ। ਆ ਕੈਨੇਡਾ ਵਾਲੇ ਵੀ ਕਹਿੰਦੇ ਹੁੰਦੇ ਉਹ ਯਾਰ ਸਾਡੀਆਂ ਕੀ ਸੜਕਾਂ, ਸੜਕਾਂ ਤਾਂ ਅਮਰੀਕਾ 'ਚ, ਉਹ ਯਾਰ ਸਾਡੇ ਕੀ ਫਲਾਈਓਵਰ ਬਣੇ, ਫਲਾਈਓਵਰ ਤਾਂ ਅਮਰੀਕਾ 'ਚ, ਉਹ ਯਾਰ ਸਾਡੇ ਇੱਥੇ ਕੀ ਹੋਟਲ, ਹੋਟਲ ਤਾਂ ਅਮਰੀਕਾ 'ਚ। ਜਾਣੀ ਦੁਨੀਆ ਭਰ ਦਾ ਸਰਮਾਇਆ ਜਿਹੜੇ ਦੇਸ਼ 'ਚ ਪਿਆ, ਸਰਮਾਇਆ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ। ਰੁਪਈਏ ਟੈਕਸਸ ਦੇ ਵਿੱਚ ਇੱਕ ਨੌਜਵਾਨ 17, 18, 20 ਸਾਲ ਦਾ, ਉਹਨੇ ਥੋੜੇ ਘੰਟੇ ਪਹਿਲਾਂ ਸਕੂਲ ਦੇ ਵਿੱਚ ਜਾ ਕੇ ਗੋਲੀਆਂ ਚਲਾਤੀਆਂ, 14 ਨਿਆਣੇ ਮਾਰ ਦਿੱਤੇ, ਇੱਕ ਟੀਚਰ ਦੀ ਵੀ ਡੈਥ ਹੋ ਗਈ ਉੱਥੇ। ਜਾਣੀ ਤੁਸੀਂ ਦੇਖੋ ਕਿ ਜੇ ਇਸ ਸਕੂਲ ਦੇ ਵਿੱਚ 14 ਵਿਦਿਆਰਥੀਆਂ ਦੀਆਂ ਡੈੱਡ ਬੋਡੀਜ਼ ਪਈਆਂ, ਲਾਸ਼ਾਂ ਪਈਆਂ, ਲੋਥਾਂ ਪਈਆਂ, ਨਾਲ ਇੱਕ ਟੀਚਰ ਦੀ ਲਾਸ਼ ਪਈ ਹੈ, ਤੇ ਕਹਿੰਦੇ ਆ ਪਤਾ ਲੱਗਿਆ ਕਿ ਉਹ ਮੁੰਡਾ ਵੀ ਕਿਤੇ ਉੱਥੋਂ ਹੀ ਪੜ੍ਹ ਕੇ ਗਿਆ ਸੀ। ਹਥਿਆਰ ਆਮ ਵਿਕਦੇ ਨੇ, ਰੁਪਈਆਂ ਦੇ ਨਾਲ ਹਥਿਆਰ ਵੀ ਆਉਂਦੇ, ਬਹੁਤ ਕੁਝ ਆਉਂਦਾ। ਜਾਣੀ ਠੀਕ ਹੈ, ਅਸੀਂ ਸਾਰੇ ਪਾਸਿਓਂ ਅੱਗੇ ਵਧਣਾ ਹੈ, ਅਸੀਂ ਫਸਲਾਂ ਦਾ ਬਦਲਵੀਂ ਕਰਨ ਆਉਣਾ ਹੈ, ਅਸੀਂ ਪੱਕੇ ਵੀ ਹੋਣਾ ਹੈ, ਸਾਨੂੰ ਸਰਕਾਰੀ ਨੌਕਰੀਆਂ ਚਾਹੀਦੀਆਂ, ਪਰ ਕਿਤੇ ਨਾ ਕਿਤੇ 2%, 3%, 5% ਸਮਾਂ ਇਹਨਾਂ ਗੱਲਾਂ ਦੇ ਵੱਲ ਵੀ ਜ਼ਰੂਰ ਲਾਉਣਾ ਕਿ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹ ਕਿਤੇ ਦੂਜੇ ਪਾਸੇ ਨਾ ਚਲੀ ਜਾਵੇ। ਅਸੀਂ ਇਕੱਲੇ ਉਧਰ ਨਹੀਂ ਜਾਣਾ। ਐਥਿਕਸ ਸਾਡੇ ਗੁਰੂ ਸਾਹਿਬ ਨੇ ਜਿਹੜੇ ਦਿੱਤੇ ਉਹ ਨਾਲ ਰੱਖਣੇ ਪੂਰਾ। ਇਹ ਬੜਾ ਜ਼ਰੂਰੀ ਹੈ। ਬਾਕੀ ਉਹ ਘਟਨਾ ਤੇ ਬੜੀ ਮਾੜੀ ਵਾਪਰੀ, ਤੇ ਜਿੰਨੀ ਵਾਰਾਂ ਵੀ ਵਾਪਰਦੀ ਹੈ ਉਨੀ ਵਾਰੀ ਉਹ ਚਰਚਾ ਚੱਲਦੀ ਹੈ ਵੀ ਯਾਰ ਜੇ ਇੱਕ ਪਾਸੇ ਉਹ ਹਥਿਆਰਾਂ ਦੀ ਲੌਬੀ ਸ਼ਬਦ ਵਰਤਦੇ ਨੇ, ਵੀ ਹਥਿਆਰਾਂ ਦੀ ਲੌਬੀ, ਐਂਡ ਉਸ ਲੌਬੀ ਨੂੰ ਕਾਇਮ ਕਰਨ ਲਈ ਜਾਂ ਉਹਦੇ ਪ੍ਰੈਸ਼ਰ ਦੇ ਲਈ ਕਦੀ ਇੱਧਰ ਪੰਗਾ ਕਦੀ ਉੱਧਰ ਪੰਗਾ, ਇੱਥੇ ਵਿਕ ਜਾਣ, ਆਹ ਵਿਕ ਜਾਣ, ਆਪਾਂ ਹੁਣ ਨਵੀਂ ਖੋਜ ਕਰ ਲਈਏ, ਨਵੀਂ ਖੋਜ ਦੇ ਵਿੱਚ ਬੰਦੇ ਦੀ ਵੀ ਲੋੜ ਨਹੀਂ, ਸਿਪਾਹੀ ਭਰਤੀ ਕਰਨ ਦੀ ਵੀ ਲੋੜ ਨਹੀਂ, ਰੋਬੋਟ ਹੀ ਲੜੀ ਜਾਣਗੇ, ਤੁਸੀਂ ਕਿਤੇ ਦੂਰ ਬੈਠੇ ਹੋਗੇ, ਹਥਿਆਰ ਕਿਤੇ ਹੋਰ ਥਾਂ ਤੋਂ ਚੱਲੀ ਜਾਣਗੇ। ਠੀਕ ਹੈ, ਕਰ ਲਓ ਜੀ, ਪਰ
ਇਹ ਵੀ ਤੇ ਕੀਤਾ ਜਾ ਸਕਦਾ ਨਾ ਵੀ ਯਾਰ ਹਥਿਆਰਾਂ ਦੀ ਲੋੜ ਕਿਉਂ ਪੈਂਦੀ ਹੈ, ਵੀ ਕੀ ਐਡੀ ਆਪਣੀ ਵੇਲਣੇ 'ਚ ਬਾਂਹ ਆਈ ਆ ਵੀ ਜੇ ਦੁਨੀਆ ਘੁੱਗ ਵਸਦੀ ਆ ਤੇ ਉਦੋਂ ਬਾਅਦ ਆਪਾਂ ਜ਼ਰੂਰ ਜਾ ਕੇ ਅਗਲੇ ਨਾਲ ਪੰਗਾ ਲੈਣਾ ਹੀ ਲੈਣਾ। ਆਪਾਂ ਹੁਣ ਜਿਹੜਾ ਰਾਹ ਲੰਘ ਕੇ ਆਏ ਆ ਉੱਥੇ ਚਲੋ ਸੜਕ ਦੇ ਨਾਲ ਵਿਰਲੀ ਵਾਂਝੀ ਗੱਡੀ ਲੰਘਦੀ ਸੀ, ਦੂਜੇ ਦੂਰ ਨੇੜੇ ਨਾ ਬੰਦਾ ਨਾ ਬੰਦੇ ਦੀ ਯਾਦ ਤੇ ਬੰਦਾ ਵਧੂ ਵਧੀ ਆ ਕੇ ਇੱਥੇ ਮੈਂ ਆਣ ਕੇ ਇਦਾਂ ਕਰਨਾ ਹੀ ਤੂੰ ਭਲਿਆ ਨਜ਼ਾਰੇ ਲੈ ਯਾਰ, ਤੂੰ ਕਿਹੜੇ ਕੰਮਾਂ 'ਚ ਪਿਆ। ਦੇਖੋ ਆ ਜਿਹੜਾ ਧਰਤੀ ਦਾ ਗੋਲਾ ਬਣਾਇਆ ਬਾਬੇ ਜੀ ਸਾਰਾ ਦੇ ਤੁਸੀਂ ਗਾਹ ਵੀ ਨਹੀਂ ਸਕਦੇ, ਭਾਵੇਂ ਜਿਵੇਂ ਮਰਜ਼ੀ ਜਿੱਡਾ ਕੋਈ ਮਰਜ਼ੀ ਅਮੀਰ ਬੰਦਾ ਉਹਦੇ ਨਾਲ ਉਹਨੂੰ ਇਹ ਪਤਾ ਲੱਗਦਾ ਵੀ ਕਿੱਥੇ ਕੀ ਹੈ, ਪਰ ਉਹਦੇ ਬਾਵਜੂਦ ਪਤਾ ਨਹੀਂ ਜਿਹੜੀ ਉਹ ਇੱਕ ਸਨਕ ਹੁੰਦੀ ਆ ਵੀ ਮੈਂ ਆਹ ਵੀ ਹਾਸਲ ਕਰ ਲਾਂ, ਮੈਂ ਆਹ ਵੀ ਕਰ ਲਾਂ, ਮੈਂ ਆਹ ਵੀ ਕਰ ਲਾਂ, ਉਹ ਟਰੈਕ ਮੇਰੇ ਖਿਆਲ ਨਾਲ ਮਾੜਾ, ਬਹੁਤ ਮਾੜਾ। ਸੰਧਾਲੀਆ ਸਾਹਿਬ ਕਈ ਵਾਰੀ ਸੱਜਣ ਪੁੱਛਦੇ ਹੁੰਦੇ ਯਾਰ ਤੁਸੀਂ ਸਲਾਹਾਂ ਬਹੁਤ ਦਿੰਦੇ ਹੋ, ਗੱਲਾਂ ਬਹੁਤ ਕਰਦੇ ਹੋ ਕਿ ਸਾਨੂੰ ਐ ਸੁਧਾਰ ਕਰਨਾ ਚਾਹੀਦਾ, ਸਾਡੇ ਕੋਲ ਤਾਂ ਰੁਪਈਏ ਨਹੀਂ ਹੈਗੇ, ਸਾਡੇ ਤਾਂ ਬੱਚੇ ਛੋਟੇ ਨੇ, ਅਸੀਂ ਤਾਂ ਆਹ ਕੰਮ ਨਹੀਂ ਕਰ ਸਕਦੇ, ਸੀਮਾਵਾਂ ਹੁੰਦੀਆਂ, ਲਿਮਿਟੇਸ਼ਨਸ। ਮੈਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਬਹੁਤ ਕੋਈ ਅਸਮਾਨ ਨੂੰ ਟਾਕੀ ਲਾਉਣ ਦੀ ਲੋੜ ਨਹੀਂ, ਸਾਡੀ ਪੋਸਟਰ ਦੇ ਵਿੱਚ ਤਸਵੀਰ ਨਹੀਂ ਆਉਣੀ ਚਾਹੀਦੀ, ਅਸੀਂ ਸਾਰੇ ਸਮਾਜ ਨੂੰ ਦਰੁਸਤ ਨਹੀਂ ਕਰਨਾ। ਮੈਨੂੰ ਤਾਂ ਐਂ ਲੱਗਦਾ ਕਿ ਜਿਹੜਾ ਬੰਦਾ ਕੁਝ ਵੀ ਨਹੀਂ ਕਰ ਸਕਦਾ, ਚਲਦੀ ਟੂਟੀ ਤਾਂ ਬੰਦ ਕਰ ਹੀ ਸਕਦਾ, ਜੇ ਹੋਰ ਨਹੀਂ ਕੁਝ ਕਰ ਸਕਦਾ ਆਪਦੇ ਘਰੋਂ ਝੋਲਾ ਤਾਂ ਲਿਜਾ ਹੀ ਸਕਦਾ। ਜਾਣੀ ਤੁਸੀਂ ਦੁਨੀਆ ਤੇ ਅਹਿਸਾਨ ਕਰ ਰਹੇ ਹੋ ਜੇ ਤੁਸੀਂ ਪਲਾਸਟਿਕ ਦਾ ਲਿਫਾਫਾ ਨਹੀਂ ਵਰਤ ਰਹੇ, ਤੁਸੀਂ ਦੁਨੀਆ ਤੇ ਅਹਿਸਾਨ ਕਰ ਰਹੇ ਹੋ ਜੇ ਤੁਸੀਂ ਕੋਈ ਇਦਾਂ ਦੀ ਚੀਜ਼ ਜਿਹੜੀ ਕਿ ਖਾਦ ਨਹੀਂ ਬਣਦੀ ਉਹ ਇਦਾਂ ਨਹੀਂ ਸੁੱਟ ਰਹੇ, ਤੁਸੀਂ ਅਹਿਸਾਨ ਕਰ ਰਹੇ ਹੋ ਜੇ ਤੁਸੀਂ ਦੁਨੀਆ ਦੇ ਵਿੱਚ ਜਾਣੀ ਮੰਨ ਲਓ ਗੱਡੀ ਖੜੀ ਆ, ਤੁਹਾਨੂੰ ਪਤਾ 3 ਮਿੰਟ ਲੱਗਣੇ ਆ, ਬੰਦ ਕਰ ਲਓ। ਜਾਣੀ ਊਂ ਹੀ ਤੁਸੀਂ ਪ੍ਰਦੂਸ਼ਣ ਨਹੀਂ ਫੈਲਾਉਂਦੇ। ਤੁਸੀਂ ਦੀਵਾਲੀ ਵਾਲੇ ਦਿਨ ਜੇ 7 ਪਟਾਕੇ ਚਲਾਉਣੇ ਆ, ਜੇ 5 ਚਲਾ ਲਓ, ਤੁਸੀਂ 2 ਘੱਟ ਪਟਾਕੇ ਚਲਾ ਕੇ ਵੀ ਆਸਾਨ ਕਰ ਰਹੇ ਹੋ, ਇੰਨੀ ਕੀ ਫਰਜ਼ਾਂ ਦੀ ਪੂਰਤੀ ਕਰਦੇ ਹੋ। ਸੰਧਾਲੀਆ ਸਾਹਿਬ ਸਮਝ ਲਓ ਕਿ ਬਾਬਾ ਖੁਸ਼ ਹੋ ਜਾਊਗਾ। ਬਿਲਕੁਲ ਸਹੀ। ਤੇ WhatsApp ਸਮਾਂ ਵੇਖਿਆ ਨਾਲ ਸਮਾਂ ਦੇਖਿਆ ਜੀ, ਮਿੰਟ 2 ਰਹਿੰਦੇ ਆ ਜੇ, ਮੇਰਾ ਤਾਂ ਧਿਆਨ ਹੀ ਸਮੇਂ ਵਾਲਾ ਸਾਰਾ। ਨਹੀਂ ਮੈਂ ਤਾਂ ਹੀ ਆਖਿਆ ਵੀ ਅੱਜ ਆਪਾਂ ਅੱਧੋ ਪੁੱਦਾ ਜਿਹਾ ਕਰੀ ਜਾਂਦੇ ਆ ਵੀ ਕਦੇ ਇਧਰੋਂ ਉਧਰ ਇਧਰੋਂ ਉਧਰ, ਇਹ ਨਾ ਹੋਵੇ ਆਪਣਾ ਵੱਧ ਘੱਟ। ਨਹੀਂ ਜੀ 2 ਮਿੰਟ ਪੂਰੇ 2 ਮਿੰਟ, ਜਾਨੀ ਨਾ ਵੱਧ ਨਾ ਘੱਟ। ਜਿੱਦਾਂ ਕਹਿੰਦੇ ਹੁੰਦੇ ਨਾ ਕਿ ਜਦੋਂ ਭੰਗੜਾ ਪੈਂਦਾ ਤੇ ਆਖਰੀ ਇੱਕ ਬੋਲੀ ਜੀ, ਆਖਰੀ ਬੋਲੀ ਇੱਕ ਸਥਾਈ ਅੰਤਰਾ। ਅੱਛਾ ਲਓ। ਹਾਂਜੀ ਤੁਸੀਂ ਕਰਨਾ। ਅੱਛਾ ਮੈਂ ਵੱਡੇ ਭਰਾ ਦਾ ਮਾਣ ਰੱਖਣਾ ਹੈ। ਨਹੀਂ ਹੁਣ ਮੈਂ ਮਤਲਬ ਬਾਰੀ ਬਰਸੀ ਖੱਟਣ ਗਿਆ ਸੀ ਕਰਨਾ। ਨਹੀਂ ਆਂਧਰਾ ਪ੍ਰਦੇਸ਼ ਦੀ ਮੈਂ ਗੱਲ ਸੁਣਾ ਦੇਣਾ ਫਿਰ ਤੁਹਾਨੂੰ ਜਾਂਦੇ ਜਾਂਦੇ, ਇਹ ਕੰਮ ਨਹੀਂ ਆਪਾਂ ਕਰਨਾ। ਓਕੇ। ਉੱਥੇ ਇੱਕ ਜ਼ਿਲ੍ਹੇ ਦਾ ਨਾਮ ਬਦਲ ਦਿੱਤਾ, ਮੈਨੂੰ ਨਹੀਂ ਪਤਾ ਕਿਉਂ ਬਦਲਿਆ, ਮੈਨੂੰ ਨਹੀਂ ਪਤਾ ਉਹਦੇ ਪਿੱਛੇ ਮਨਸ਼ਾ ਕੀ ਸੀ। ਹਾਂ ਜੇ ਉਸ ਜ਼ਿਲ੍ਹੇ ਦੇ ਵਿੱਚ ਸਕੂਲ ਬਣਾ ਦਿੰਦੇ, ਸਕੂਲ ਦਾ ਕਾਲਜ ਦੀ ਯੂਨੀਵਰਸਿਟੀ ਬਣਾ ਦਿੰਦੇ, ਕੁਝ ਬਦਲਦਾ। ਉੱਥੇ ਫੈਕਟਰੀ ਲਾ ਦਿੰਦੇ, ਲੋਕਾਂ ਦੀ ਜੂਨ ਸੁਧਰਦੀ। ਉੱਥੇ ਦੀ ਖੇਤੀਬਾੜੀ ਦਾ ਕੰਮ ਕਰ ਦਿੰਦੇ, ਕੁਝ ਨਾ ਕੁਝ ਹੋ ਜਾਂਦਾ। ਇੱਕ ਬੋਰਡ ਦੇ ਉੱਤੇ ਪੇਂਟ ਕਰਕੇ ਦੁਬਾਰਾ ਨਾਂ ਲਿਖਣਾ ਕੀ ਹੁੰਦਾ ਸਮਝ ਨਹੀਂ ਆਈ, ਪਰ ਲੋਕ ਇੰਨੇ ਗੁੱਸੇ 'ਚ ਆ ਗਏ ਮੰਤਰੀ ਦਾ ਘਰ ਫੂਕ ਦਿੱਤਾ। ਚਲੋ ਦੇਖੋ ਇਹੀ ਤੇ ਮੈਂ ਕਹਿਣ ਡਿਆ ਵੀ ਕੋਈ ਚੀਜ਼ ਹੁੰਦੀ ਆ ਕਿ ਵੀ ਉਹ ਜਿਹੜੀ ਤੁਸੀਂ ਵਧੋ ਵਧੀ ਛੇੜਨੀ ਹੈ, ਉਹ ਕਿਸੇ ਇੱਕ ਬੰਦੇ ਦੇ ਦਿਮਾਗ 'ਚ ਹੋ ਸਕਦੀ ਹੈ ਵੀ ਮੈਂ ਐ ਕਰਨਾ ਹੀ ਜੀ। ਉਸ ਚੱਕਰ ਦੇ ਵਿੱਚ ਤੁਸੀਂ ਪਤਾ ਨਹੀਂ ਕਿੰਨਿਆਂ ਨੂੰ ਤੰਗ ਕਰ ਸਕਦੇ ਜਾਂ ਕਿਧਰੋਂ ਕਿਧਰ ਪਵਾੜਾ ਪਾ ਸਕਦੇ ਹੋ, ਤੁਹਾਡੇ ਤੇ ਆ। ਹਾਂ ਜੇ ਤੁਹਾਨੂੰ ਇਹ ਲੱਗਦਾ ਵੀ ਯਾਰ ਅਗਲਾ ਵੀ ਸੁਖੀ ਰਵੇ ਤੇ ਮੈਂ ਵੀ ਸੁਖੀ ਰਵਾਂ, ਉਹ ਜ਼ਿਆਦਾ ਵਧੀਆ। ਇਹਦੇ ਲਈ ਮੇਰੇ ਖਿਆਲ ਨਾਲ ਸਭ ਤੋਂ ਵਧੀਆ ਉਦਾਹਰਨ ਤੇ ਇਹ ਹੋ ਸਕਦੀ ਹੈ ਵੀ ਬੰਦਾ ਇਹ ਸੋਚੇ ਵੀ ਦਿਨ ਚੜਿਆ, ਸਾਹ ਪ੍ਰਾਣ ਚੱਲਦੇ ਆ, ਬਿਲਕੁਲ ਰੋਟੀ ਪਾਣੀ ਖਾਦਾ, ਰਾਤ ਤੱਕ ਤੁਸੀਂ ਸੁੱਖੀ ਸਾਂਦੀ ਸੌਂ ਗਏ ਹੋ ਜੀ, ਤੇ ਸਵੇਰੇ ਫਿਰ ਉੱਠ ਪਏ ਹੋ, ਹੈ ਨਾ, ਬਾਬੇ ਨੇ ਅਗਲਾ ਦਿਨ ਵੇਖਣ ਦਾ ਵੀ ਤੁਹਾਨੂੰ ਮੌਕਾ ਦਿੱਤਾ, ਇੰਨਾ ਹੀ ਸ਼ੁਕਰ ਮਨਾਉਣਾ ਚਾਹੀਦਾ। ਬਾਕੀ ਜੇ ਤੁਸੀਂ ਆਖੋ ਵੀ ਮੈਂ ਹੁਣ ਦੁਨੀਆ ਮੁੱਠੀ 'ਚ ਕਰ ਲੈਣੀ ਤੇ ਸਾਰਾ ਕੁਝ ਮੈਂ ਜਿੱਤ ਲੈਣਾ, ਉਹ ਤੇ ਫਿਰ ਸਿਕੰਦਰ ਵੀ ਖਾਲੀ ਹੱਥ ਹੀ ਗਿਆ ਸੀ। ਨਹੀਂ ਸੰਧਾਲੀਆ ਸਾਹਿਬ ਸਭ ਤੋਂ ਵੱਡੀ ਗੱਲ ਹੈ ਨਾ ਕਿ ਬਾਬੇ ਦੀ ਰਜ਼ਾ 'ਚ ਰਹਿਣਾ। ਉਹਨੇ ਲੱਤਾਂ ਚੱਲਦੀਆਂ ਦਿੱਤੀਆਂ, ਹੱਥ ਚੱਲਦੇ ਦਿੱਤੇ ਆ, ਪੈਰ ਚੱਲਦੇ ਦਿੱਤੇ, ਸਭ ਤੋਂ ਵੱਡੀ ਗੱਲ ਆਹ ਚੱਲਦਾ ਹੀ ਜਿਹੜਾ ਇਹਦੇ ਵਿੱਚ ਦਿੱਤਾ ਹੀ ਕੁਛ, ਤਾਂ ਹੋਰ ਕੀ ਚਾਹੀਦਾ ਨਾ। ਸਾਹ ਲੈਨੇ ਆ, ਰੌਲਾ ਕੋਈ ਚੱਕ ਕੇ ਨਹੀਂ ਲਿਜਾਣ ਡਿਆ, ਤਾਂ ਫਿਰ ਬੱਲੇ ਬੱਲੇ ਆ, ਚੜ੍ਹਦੀ ਕਲਾ 'ਚ ਰਹਿਣ ਸਾਰੇ। ਆਪਾਂ ਤੇ ਇਹੀ ਆਸ ਤੇ ਅਰਦਾਸ ਕਰਦੇ ਹਾਂ ਜੀ। ਚਲਿਏ ਜੀ ਫਿਰ, ਬਹੁਤ ਸ਼ੁਕਰੀਆ ਜੀ। ਲਓ ਜੀ ਫਿਰ ਇਹਦੇ ਨਾਲ ਸਾਨੂੰ ਦਿਓ ਛੁੱਟੀਆਂ, ਤੇ ਜਿਹੜੇ ਜੀ ਅਸੀਂ ਅੱਧ ਪਜੱਦ ਦੇ ਵਿੱਚ ਕਰਕੇ ਇੱਧਰ ਉੱਧਰ ਇਕੱਠਾ ਕਰਕੇ ਤੁਹਾਨੂੰ ਆਪ ਜੀ ਨੂੰ ਮਾਹੌਲ ਵਿਖਾਉਣ ਦੀ ਕੋਸ਼ਿਸ਼ ਕੀਤੀ ਕੈਨੇਡਾ ਦਾ, ਉਹਦੀਆਂ ਟਿੱਪਣੀਆਂ ਵੀ ਨਾਲ ਦੇ ਨਾਲ ਕਰਦੇ ਰਹਿਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।